एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। सो जे तुसी कहो तो शुरू करिए ते जे तुसी कहो तो थोड़ा होर वेट करिए, जिस तरह तुहाडी मर्जी है। काफी संगत ते आ गई है वैसे। हाँ जी। वाहिगुरु जी का खालसा वाहिगुरु जी की फतेह भैन जी। हाँ वाहिगुरु जी का खालसा भैन जी, तुहानू मैं वेट कर रही सी कि भैन जी अजे आए नहीं। वाहिगुरु वाहिगुरु तुसी सुनाओ पहला तुहाडी सेहत किस तरह भैन जी? मैं अगे नालों बहुत ठीक हाँ, बस तुहाडियां जेहड़ियां ब्लैसिंग ने वो मैनू लग जांदियां ने वाहिगुरु ते वाहिगुरु आपे ठीक कर दिंदा। वाहिगुरु तुहाडे अंग संग होए, संगत ते हर वेले तुहाडे नाल है। हाँ मैं बिल्कुल 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 नाल है, ਇਹਦੇ ਚ कोई शक नहीं। और मैनू बड़ी खुशी है कि डॉली जी संभाल लेंदे ने सारे वक्त नू, वो मेरी जगह ते भी बोल लेंदे ने ते ਉਹਦੇ ਨਾਲ ਸਾਰਾ ਸੰਭਾਲਿਆ ਜਾਂਦਾ ਹੈ। बिल्कुल ਭੈਣ ਜੀ ਤੁਹਾਡੀ ਥਾਂ ਤੇ ਨਹੀਂ ਬੋਲ ਸਕਦੇ। ਉਹ ਜਿਹਨੂੰ ਕਹਿੰਦੇ ਨਾ ਉਹ ਸਬਸਟੀਟਿਊਟ ਟੀਚਰ ਨੂੰ ਬੁਲਾ ਲੈਂਦੇ ਨੇ ਜਦ ਰੈਗੂਲਰ ਪਰਮਾਨੈਂਟ ਨਾ ਹੋਏ, ਉਹ ਹਾਲ ਹੈ। नहीं बड़ा अच्छा है कि संगत नू सुनन नू मतलब उस दिन में कुछ ना कुछ मिल जाता है। तो मैनू हुणे बड़ा हौसला हो गया है कि जिस दिन मैं नहीं आ सकांगी डॉली जी इज देयर। वाहिगुरु वाहिगुरु। वैसे साडे संगत च आजकल सब्सटीट्यूट बड़े शुरू हो गए ते अपना सारे बहुत बढ़िया रोल प्ले कर रहे हैं। वाहिगुरु सब ते बख्शिश रखे। बिल्कुल बिल्कुल तुहाडी गल ठीक। आजकल सवेरे भी साडे घर सब्सटीट्यूट आंदे पे क्लासां च। अच्छा अच्छा बाबा बख्शिश रखे, सब बहुत बढ़िया करदे पे। कौन आ रहा है? ਉਹਦਾ ਨਾ ਕੀ ਹੈ ਅੱਜਕੱਲ ਜਗਮੋਹਨ ਜੀ ਗਏ ਨਾ ਕੈਰੇਬੀਅਨ ਆਈਲੈਂਡ ਤੇ ਉੱਥੋਂ ਦੇ ਸ਼ਾਇਦ ਟਾਈਮ ਡਿਫਰੈਂਸ ਹੈ ਜਾਂ ਕਿਧਰੇ ਗਏ ਹੋਏ ਹੁਣ ਤੇ 2 ਵਾਰੀ ਬਬਲੀਨ, ਪਤਾ ਨਹੀਂ ਤੁਸੀਂ ਉਹਨਾਂ ਭਵਨੀਤ ਨੂੰ ਜਾਣਦੇ ਹੋ ਕਿ ਨਹੀਂ? नहीं बिल्कुल लवलीन ਨੂੰ ਜਾਣਨੀ ਆ ਮੈਂ, ਉਹਦੇ ਨਾਲ ਕਾਂਟੈਕਟ ਨਹੀਂ ਲਵਲੀਨ ਨਹੀਂ ਭਵਲੀਨ ਨਹੀਂ, ਉਹਨਾਂ ਨੇ ਮੈਂ ਜਾਣ। ਹਾਂ ਉਹ ਇੱਥੇ ਸਾਡੇ ਸੈਨੋਜ਼ ਹੀ ਹੈਗੇ ਨੇ, ਨੇੜੇ ਹੀ ਰਹਿੰਦੇ ਨੇ ਉਹ। ਅੱਜ ਕੱਲ 2 ਵਾਰੀ ਇੱਥੋਂ ਲਈ ਆ ਉਹਨਾਂ ਨੇ ਕਲਾਸ। ਡਾਲੀ ਵੀ ਬੜੇ ਅੱਛੀ ਤਰ੍ਹਾਂ ਸਮਝਦੇ ਨੇ ਉਹਨਾਂ ਨੂੰ। ਪਰ ਸਾਰੇ ਬਾਬਾ ਸਭ ਤੇ ਬਖਸ਼ਿਸ਼ ਰੱਖੇ ਜੀ, ਸਾਡੀ ਸੰਗਤ ਸਲਾਮਤ ਰਹੇ, ਸਾਰੇ ਸਾਡੇ ਜਿਹੜੇ ਸਾਡੇ ਅੰਗੀ ਸੰਗੀ ਨੇ ਉਹ ਸਾਡੇ ਨਾਲ ਰਹਿਣ, ਬਸ ਸਾਡੀ ਬਾਬੇ ਅੱਗੇ ਅਰਦਾਸ ਹੈ ਵਾਹਿਗੁਰੂ ਸਭ ਤੇ ਮਿਹਰ ਰੱਖੇ। ਸੰਗਤ ਦੇ ਵਿੱਚ ਇੰਨਾ ਪ੍ਰੇਮ ਹੁੰਦਾ ਹੈ ਨਾ ਤੇ ਫਿਰ ਪਰਮਾਤਮਾ ਆਪਣੇ ਆਪ ਹੀ ਜੋੜ ਦਿੰਦਾ। ਬਸ ਠੀਕ ਹੈ ਜੀ, ਮੈਂ ਜ਼ਿਆਦਾ ਨਹੀਂ ਟਾਈਮ ਲੈਣਾ। ਉਹ ਕਾਹਦੇ ਤੇ ਬੋਲ ਰਹੇ ਨੇ? ਵਾਹਿਗੁਰੂ ਵਾਹਿਗੁਰੂ ਤੁਸੀਂ ਹੁਣ ਆਪਣਾ ਟਾਪਿਕ ਸ਼ੁਰੂ ਕਰੋ ਜੀ। ਵਾਹਿਗੁਰੂ ਤੁਹਾਡੇ ਅੰਗ ਸੰਗ। ਸੋ ਅੱਜ ਦਾ ਟੌਪਿਕ ਹੈ ਬੀਇੰਗ ਗੁਰਬਾਣੀ। ਮੈਂ ਲਿਖ ਦਿੱਤਾ ਸੀ ਬੀਇੰਗ ਗੁਰਬਾਣੀ ਮੀਨਸ ਲਿਵਿੰਗ ਗੁਰਬਾਣੀ, ਅੰਡਰਸਟੈਂਡਿੰਗ ਗੁਰਬਾਣੀ, ਜੀਵਨ ਜਾਚ, ਜੀਣ ਦਾ ਢੰਗ, ਮੁਕਤੀ ਤੱਕ ਸਾਨੂੰ ਪਹੁੰਚਾਉਣ ਵਾਲੀ ਬਾਣੀ। ਐਕਚੁਅਲੀ ਗੁਰੂ ਗ੍ਰੰਥ ਸਾਹਿਬ ਬਾਣੀ ਇੱਕ ਭਗਤੀ ਤੇ ਗਿਆਨ ਦਾ ਗਹਿਰਾ ਸਮੁੰਦਰ ਹੈ। ਉਸ ਗਹਿਰਾਈ ਤੱਕ ਪਹੁੰਚਣ ਵਾਸਤੇ ਉਨੀ ਹੀ ਮਿਹਨਤ, ਸੂਖਮਤਾ ਤੇ ਵਿਜ਼ਡਮ ਦੀ ਜ਼ਰੂਰਤ ਹੁੰਦੀ ਹੈ। ਬਾਣੀ ਸਾਨੂੰ ਦੱਸਦੀ ਹੈ ਕਿ ਮਨੁੱਖੀ ਜੀਵਨ ਕੀ ਹੈ, ਜੀਵਨ ਜਾਚ ਕੀ ਹੈ, ਕਿਉਂ ਮਿਲਿਆ ਹੈ, ਕਿਵੇਂ ਪਹੁੰਚਣਾ ਹੈ ਉੱਥੇ, ਮੁਕਤੀ ਕਿਵੇਂ ਪਾਣੀ ਹੈ। ਮੁਕਤੀ ਕਿਹਦੇ ਤੋਂ ਪਾਣੀ ਹੈ? ਮੁਕਤੀ ਆਪਣੇ ਵਿਕਾਰਾਂ ਤੋਂ ਪਾਣੀ ਹੈ, ਹੋਰ ਕੋਈ ਬਾਹਰ ਤੇ ਮੁਕਤੀ ਨਹੀਂ। ਸੋ
ਇਹ ਸਭ ਕੁਝ ਜਿਹੜਾ ਹੈਗਾ ਹੈ, ਇਹ ਸਮਝਣ ਵਾਸਤੇ ਅਸੀਂ ਗੁਰਬਾਣੀ ਨੂੰ ਕਿਸ ਤਰ੍ਹਾਂ ਸਮਝੀਏ। ਤੁਸੀਂ ਇਹਨੂੰ ਸਟੇजेस ਆਫ ਡਿਵੈਲਪਮੈਂਟ ਆਫ ਗੁਰਬਾਣੀ ਕਹਿ ਸਕਦੇ ਆ, ਜੀਵਨ ਜਾਚ ਕਹਿ ਸਕਦੇ ਆ, ਸੋਲ ਕਹਿ ਸਕਦੇ ਆ, ਸਪਿਰਿਟ ਕਹਿ ਸਕਦੇ ਆ, ਪਰ ਕੁਝ ਵੀ ਕਹਿ ਸਕਦੇ ਆ। ਮਤਲਬ ਕਿ ਅਸੀਂ ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਗੁਰਬਾਣੀ ਇੰਨੀ ਸੌਖੀ ਨਹੀਂ, ਗੁਰਬਾਣੀ ਬੜੀ ਗਹਿਰਾ ਸਮੁੰਦਰ ਹੈ। ਇੱਕ ਤੁਕ ਆਂਦੀ ਏ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸੀਖ ਸੁਣੇ। ਹੁਣ ਇਹਦੇ ਤੇ ਅਸੀਂ ਸਾਰੇ ਦੇ ਵਿੱਚ ਸੀਖ ਤੇ ਜ਼ੋਰ ਦੇਣਾ। ਸੀਖ, ਹੁਣ ਸੀਖ ਇੱਕ ਨਹੀਂ, ਸੀਖ ਸਾਰਾ ਗੁਰੂ ਗ੍ਰੰਥ ਸਾਹਿਬ ਸੀਖ ਹੀ ਹੈ, ਸਾਰੀ ਸਿੱਖਿਆ ਹੀ ਹੈ। ਰਤਨ ਜਵਾਹਰ ਮਾਣਕ ਦੇਖੋ ਕਿੰਨੀ ਉੱਚੀ ਜਿਹੜੀ ਹੈ ਉਹਨਾਂ ਨੇ ਮਿਸਾਲ ਦਿੱਤੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸੀਖ ਸੁਣੀ। ਸੋ ਉਹ ਜੇ ਰਤਨ ਜਵਾਹਰ ਮਾਣਕ ਜਿਹੜੇ ਨੇ, ਉਹਨਾਂ ਨੂੰ ਪਾਉਣ ਵਾਸਤੇ ਮਨ ਵੀ ਉਹਨਾਂ ਸੂਖਸ਼ਮ ਹੋਏਗਾ। ਤਾਂ ਇਸੇ ਕਰਕੇ ਕਿਹਾ, ਜਿਨ ਖੋਜਾ ਤਿਨ ਪਾਇਆ, ਗਹਿਰੇ ਪਾਣੀ ਪੈ। ਹੁਣ ਗਹਿਰੇ ਪਾਣੀ ਪੈਠ ਕੇ ਕਿਹਾ ਇਹ ਕਿ ਉਹਨੇ ਕਿਹਾ ਵੀ ਜਿਨ ਖੋਜਾ ਤਿਨ ਪਾਇਆ, ਜਿਨ ਖੋਜਾ ਤਿਨ ਪਾਇਆ, ਕਿ ਮਤਲਬ ਜਿੰਨਾ ਅਸੀਂ ਕਹਿੰਦੇ ਨੇ ਗੁੜ ਪਾਉ ਉਨਾ ਹੀ ਮਿੱਠਾ ਹੋਣਾ। ਜੇ ਅਸੀਂ ਸਿਰਫ ਖੋਜਾਂਗੇ ਤੇ ਉਨਾ ਹੀ ਹੋਗਾ। ਜੇ ਅਸੀਂ ਗਹਿਰੇ ਪਾਣੀ ਬੈਠ ਹੋਵਾਂਗੇ ਤੇ ਇਹਦਾ ਮਤਲਬ ਹੈ ਕਿ ਜਿਹੜੀ ਗਹਿਰਾਈ ਜਦੋਂ ਅੰਦਰ ਜਾਏਗੀ, ਸੋ ਜਿੰਨਾ ਅਸੀਂ ਦੇਖਿਆ ਕਿ ਜਦੋਂ ਅਸੀਂ ਜੇਕਰ ਸਮੁੰਦਰ ਦੇ ਵਿੱਚ ਜਵਾਹਰ ਰਤਨ ਜਵਾਹਰ ਮਾਣਕ ਗਹਿਰੇ ਹੁੰਦੇ ਨੇ, ਉੱਤੇ ਉੱਤੇ ਕੀ ਹੁੰਦਾ, ਸਾਈਡਾਂ ਤੇ ਸਿਰਫ ਸਿੱਪੀਆਂ ਤੇ ਸੰਖ ਹੀ ਹੁੰਦੇ ਨੇ, ਤੇ ਰਤਨ ਜਵਾਹਰ ਮਾਣਕ ਤੇ ਉੱਥੇ ਹੁੰਦੇ ਨੇ ਜਿੱਥੇ ਗਹਿਰਾ। ਤੇ ਉੱਥੋਂ ਤੱਕ ਜਿਹੜਾ ਪਹੁੰਚੇਗਾ ਉਹ ਵੀ ਰਤਨ ਜਵਾਹਰ ਮਾਣਕ ਨੂੰ ਹਾਸਲ ਕਰੇਗਾ। ਸੋ ਫਰਜ਼ ਕਰੋ ਅਸੀਂ ਖੂਹ ਖੋਦਣਾ, ਅਸੀਂ ਕਈਆਂ ਥਾਵਾਂ ਤੇ ਟੋਏ ਖੋਦਦੇ ਜਾਈਏ ਉੱਥੋਂ ਪਾਣੀ ਨਹੀਂ ਨਿਕਲੇਗਾ। ਜਿੰਨਾ ਚਿਰ ਅਸੀਂ ਇੱਕ ਥਾਂ ਤੋਂ ਇੰਨੀ ਡੂੰਘਾਈ ਤੱਕ ਨਾ ਖੋਦੀਏ ਕਿ ਉਹਦੇ ਚੋਂ ਪਾਣੀ ਨਿਕਲ ਆਏ। ਸੋ ਮਤਲਬ ਇਹ ਹੈ ਕਿ ਅਸੀਂ ਹੁਣ ਕਿਸ ਤਰ੍ਹਾਂ ਗੁਰਬਾਣੀ ਨੂੰ ਕਿਸ ਸੁਚੱਜੇ ਢੰਗ ਨਾਲ ਪੜ੍ਹੀਏ, ਸੁਣੀਏ, ਖਾਸ ਤੇ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ, ਤਾਂ ਕਿ ਸਾਡੇ ਮਨੁੱਖੀ ਜਿਹੜਾ ਜੀਵਨ ਹੈ ਉਹਦੇ ਆਉਣ ਦਾ ਜਿਹੜਾ ਅਰਥ ਹੈ ਉਹ ਹਾਸਲ ਹੋ ਜਾ। ਹੁਣ ਅਸੀਂ ਅੱਜ ਇਹ ਦੇਖਣਾ ਹੈ ਕਿ ਅਸੀਂ ਪਾਠ ਦੀ ਰਾਹੀਂ, ਗੁਰਬਾਣੀ ਦੀ ਰਾਹੀਂ ਕਿਸ ਤਰ੍ਹਾਂ ਇਹਨਾਂ ਸਟੇਜਿਸ ਦੇ ਵਿੱਚੋਂ ਨਿਕਲਨੇ ਆ। ਇਹ ਸਟੇਜਿਸ ਕੀ ਨੇ, ਇਹਨਾਂ ਤੋਂ ਅੱਗੇ ਕਿਵੇਂ, ਇਹਨਾਂ ਦੇ ਵਿੱਚ ਅੱਗੇ ਕਿਵੇਂ ਨਿਕਲਣਾ ਹੈ, ਉਹ ਰਸਤਾ ਕੀ ਹੈ। ਭਾਵੇਂ ਅਸੀਂ ਉਹ ਸਭ ਕੁਝ ਕਰ ਹੀ ਰਹੇ ਹਾਂ, ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਸਿਸਟਮੈਟਿਕਲੀ ਸਮਝਨੇ ਆ, ਫਿਰ ਸਾਨੂੰ ਪਤਾ ਲੱਗ ਜਾਂਦਾ, ਕਿਉਂਕਿ ਇਹਦੇ ਚ ਜੁਗਤ ਮੁਕਤ ਜੁਗਤ ਭੁਗਤ ਤੇਰੀ ਸੇਵਾ। ਜੁਗਤੀ ਜਿਹੜੀ ਹੈ ਉਹ ਵੀ ਜ਼ਰੂਰੀ ਹੈ, ਭਗਤੀ ਜ਼ਰੂਰ ਹੈ, ਸ਼ਕਤੀ ਜ਼ਰੂਰ ਹੈ, ਪਰ ਯੁਕਤੀ ਵੀ ਜ਼ਰੂਰ ਹੈ। ਤਾਂ ਕਈ ਵਾਰੀ ਅਸੀਂ ਪਾਠ ਤੇ ਬਹੁਤ ਕਰਨੇ ਆ, ਪਰ ਕਈ ਵਾਰੀ ਉਹਦੇ ਚੋਂ ਸਾਨੂੰ ਯੁਕਤੀ ਜਿਹੜੀ ਹੈਗੀ ਹੈ ਉਹ ਮਿਸ ਹੋ ਜਾਂਦੀ। ਸੋ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਅਸੀਂ ਪਹਿਲੀ ਸਟੇਜ ਤੋਂ ਸ਼ੁਰੂ ਕਰਕੇ ਤੇ ਡਿਵੈਲਪਮੈਂਟ ਦੀ, ਉન્નਤੀ ਦੀ, ਆਤਮਾ ਦੀ ਮੁਕਤੀ ਤੱਕ ਕਿਵੇਂ ਪਹੁੰਚਣਾ। ਸੋ ਪਹਿਲੀ ਸਟੇਜ ਕੀ ਹੈ ਕਿ ਅਸੀਂ ਇੱਥੇ ਤੇ ਗੁਰਬਾਣੀ ਸ਼ੁਰੂ ਕਰਨੇ ਆ, ਪਾਠ ਕਰਨੇ। ਅਸੀਂ ਬੱਚੇ ਨੂੰ ਜਦੋਂ ਸ਼ੁਰੂ ਕਰਾਨੇ ਆ, ਪਾਠ ਹੀ ਸ਼ੁਰੂ ਕਰਾਨੇ ਆ। ਜੇ ਤਰੀਕਾ ਤੇ ਇਹ ਹੈ ਕਿ ਪਾਠ ਸ਼ੁਰੂ ਕੀਤਾ ਜਾਏ ਤੇ ਸਾਡਾ ਜਿਹੜਾ ਉਹਦੇ ਨਾਲ ਕਨੈਕਸ਼ਨ ਜੁੜੇ। ਮੈਨੂੰ ਆਪ ਨੂੰ ਪਤਾ ਹੈ ਕਿ ਜਦੋਂ ਮੈਂ ਛੋਟੀ ਸੀ ਤੇ ਮੇਰੇ ਮਾਂ ਨੇ ਮੇਰੀ ਡਿਊਟੀ ਲਗਾਈ ਸੀ ਕਿ ਤੂੰ ਪ੍ਰਕਾਸ਼ ਵੀ ਕਰਨਾ ਤੇ ਸੁਖਾਸਨ ਵੀ ਕਰਨਾ। ਮੈਨੂੰ ਕੁਝ ਪਤਾ ਨਹੀਂ ਸੀ, ਮੈਨੂੰ ਇੰਨਾ ਪਤਾ ਸੀ
ਕਿ ਪ੍ਰਕਾਸ਼ ਕਿਵੇਂ ਕਰੀਦਾ ਹੈ, ਫਿਰ ਵਾਕ ਕਿਵੇਂ ਲਈਦਾ ਹੈ, ਇਹ ਵੀ ਪਤਾ ਸੁਖਾਸਨ ਕਿਵੇਂ ਕਰੀਦਾ ਹੈ। ਲੇਕਿਨ ਮੈਨੂੰ ਕੋਈ ਸਮਝ ਨਹੀਂ ਸੀ। ਜੇ ਮੈਂ ਕਹਾਂ ਕਿ ਮੈਨੂੰ ਉਦੋਂ ਮੈਂ ਕਰਦੀ ਸੀ ਔਰ ਮੈਨੂੰ ਪਾਠ ਦੀ ਸਮਝ ਸੀ, ਬਿਲਕੁਲ ਸਮਝ। ਉਸ ਤੋਂ ਬਾਅਦ ਹੌਲੀ ਹੌਲੀ ਫਿਰ ਮੇਰੇ ਮਦਰ ਸ਼ਾਮ ਨੂੰ ਜਦੋਂ ਰਹਿਰਾਸ ਦਾ ਪਾਠ ਕਰਨਾ ਤੇ ਸਾਨੂੰ ਕੋਲ ਬੈਠਣਾ ਪੈਂਦਾ ਸੀ, ਔਰ ਉਹ ਕਹਿਣਗੇ ਜਿੰਨਾ ਚਿਰ ਪਾਠ ਖਤਮ ਨਹੀਂ ਹੁੰਦਾ ਨਾ ਤੇ ਮੈਂ ਖਾਣਾ ਨਹੀਂ ਮਿਲਿਆ। ਬਿਲਕੁਲ ਧਿਆਨ ਨਹੀਂ ਸੀ ਹੁੰਦਾ ਕਿ ਪਾਠ ਕੀ ਕਹਿ ਰਿਹਾ, ਧਿਆਨ ਨਹੀਂ ਹੁੰਦਾ ਸੀ ਕਿ ਕਿੰਨਾ ਕੁ ਰਹਿ ਗਿਆ ਤੇ ਖਾਣਾ ਕਦੋਂ ਮਿਲੇ। ਸੋ ਇਹ ਤੇ ਇਨੀਸ਼ੀਅਲ ਸਟੇਜ ਹੈ, ਪਰ ਇਹ ਸਟੇਜ ਤੋਂ ਫਿਰ ਅਸੀਂ ਅੱਗੇ ਕਿਵੇਂ ਨਿਕਲਨੇ ਆ, ਇਹ ਸਾਨੂੰ ਪਤਾ ਹੈ ਕਿ ਅਸੀਂ ਨਾ ਪਰਮਾਤਮਾ ਨੂੰ ਕਹਿੰਦੇ ਆ ਤੂੰ ਮਾਤ ਪਿਤਾ ਭਾਈ ਸੰਦਪ, ਮਤਲਬ ਤੂੰ ਹੀ ਮੇਰਾ ਮਾਂ ਹੈ, ਤੂੰ ਮੇਰਾ ਪਿਓ, ਤੂੰ ਹੀ ਸਭ ਕੁਝ ਹੈ। ਹੁਣ ਇਹ ਵੇ ਜਦੋਂ ਅਸੀਂ ਘਰ ਵਿੱਚ ਸਾਡਾ ਜਿਹੜਾ ਬਾਪ ਹੁੰਦਾ ਸੀ ਉਹਨੂੰ ਬੜਾ ਪਿਆਰ ਕਰਦੇ ਹਾਂ, ਪਰ ਕੀ ਅਸੀਂ ਉਹਦੇ ਕਿਹਾ ਵੀ ਮੰਨਨੇ ਆ। ਫਿਰ ਇੱਕ ਦਿਨ ਬੱਚੇ ਨੂੰ ਖਿਆਲ ਆਉਂਦਾ ਹੈ ਕਿ ਮੈਂ ਪਿਆਰ ਤੇ ਬੜਾ ਕਰਨਾ, ਪਰ ਪਤਾ ਨਹੀਂ ਮੈਨੂੰ ਪਿਓ ਵੱਲੋਂ ਪੂਰਾ ਪਿਆਰ ਨਹੀਂ ਮਿਲ ਰਿਹਾ, ਕੀ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਪਿਓ ਦੇ ਕਹਿ ਨਹੀਂ ਲੱਗਦਾ ਹੈਗਾ, ਜੋ ਕਹਿੰਦਾ ਮੈਂ ਉਹਨੂੰ ਇਗਨੋਰ ਕਰ ਦੇਣਾ। ਉਹ ਫਿਰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਮੇਰਾ ਪਿਓ ਕਹਿੰਦਾ ਕੀ ਹੈ ਔਰ ਇਹਨੂੰ ਮੈਂ ਮੰਨਣਾ ਕਿਵੇਂ। ਸੋ ਇਹ ਸਟੇਜ ਹੈ ਜਿੱਥੇ ਆ ਕੇ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਬਾਣੀ ਨੂੰ ਸਮਝਣਾ, ਸਿਰਫ ਪੜ੍ਹਨਾ ਨਹੀਂ, ਗੁਰਬਾਣੀ ਨੂੰ ਸਮਝਣਾ। ਸਮਝਣਾ ਕਿਵੇਂ? ਫਿਰ ਅਸੀਂ ਸਟੀਕ ਲੈਂਦੇ ਹਾਂ, ਫਿਰ ਅਸੀਂ ਵਿਚਾਰ ਸੁਣਨੇ ਆ, ਇੱਕ ਦੂਸਰੇ ਨਾਲ ਆਪਣਾ ਵਿਚਾਰਾਂ ਦਾ ਵਟਾਂਦਰਾ ਕਰਨੇ ਆ, ਗੁਰਦੁਆਰੇ ਜਾਂਦੇ ਆ, ਕੀਰਤਨ ਸੁਣਨੇ ਆ। ਸੋ ਉਹਦੇ ਨਾਲ ਫਿਰ ਸਾਨੂੰ ਗਹਿਰਾਈ ਵਿੱਚ ਪਤਾ ਲੱਗਦਾ ਹੈ ਕਿ ਪਰਮਾਤਮਾ ਕਹਿ ਕੀ ਰਿਹਾ, ਉਹਦਾ ਹੁਕਮ ਕੀ ਹੈ, ਔਰ ਜੇ ਉਹਦੇ ਹੁਕਮ ਦਾ ਪਤਾ ਚੱਲੇਗਾ ਤਾਂ ਹੀ ਮੰਨਾਂਗੇ। ਹੁਣ ਸਾਨੂੰ ਜਿਉਂ-ਜਿਉਂ ਅਸੀਂ ਗਹਿਰਾਈ ਵਿੱਚ ਜਾਂਦੇ ਹਾਂ ਅਰਥਾਂ ਦੀ, ਭਾਵ ਦੀ, ਤਿਉਂ-ਤਿਉਂ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਕਹਿ ਕੀ ਰਿਹਾ। ਮੈਂ ਜਦੋਂ ਸ਼ੁਰੂ ਕੀਤਾ ਸੀ ਤੇ ਮੈਂ ਇਹ ਸਾਧ ਸੰਗਤ ਦਾ ਸਟੀਕ ਜਿਹੜਾ ਹੈ, ਉਦੋਂ ਤੇ ਇੰਨੀ ਫੈਸਿਲਿਟੀ ਨਹੀਂ ਹੁੰਦੀ, ਬੜੀ ਫੈਸਿਲਿਟੀ। ਹੁਣ ਤੇ ਨੈਟ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਹੈ, ਉਦੋਂ ਤੇ ਬਿਲਕੁਲ ਸਟੀਕ ਵੀ ਬਹੁਤ ਘੱਟ ਮਿਲਦੇ ਸੀ, ਤੇ ਸਭ ਤੋਂ ਜਿਹੜਾ ਪਪੂਲਰ ਸੀ ਉਹ ਸਾਹਿਬ ਸਿੰਘ ਦਾ ਸਟੀਕ ਸੀ। ਤੋ ਮੈਂ ਸਾਹਿਬ ਸਿੰਘ ਦੇ ਸਟੀਕ ਤੋਂ ਫਿਰ ਮਿਲੇ ਸ਼ੁਰੂ ਕੀਤਾ, ਜਦੋਂ ਫਿਰ ਮੈਨੂੰ ਮਤਲਬ ਪਾਠ ਸ਼ੁਰੂ ਕੀਤਾ। ਪਰ ਫਿਰ ਮੈਂ ਦੇਖਿਆ ਕਿ ਸਾਹਿਬ ਸਿੰਘ ਹੋਰਾਂ ਦਾ ਸਟੀਕ ਜਿਹੜਾ ਨਾ ਬੜਾ ਆਸਾਨ ਹੈ, ਸਿੰਪਲ ਹੈ। ਫਿਰ ਮੈਂ ਗੋਪਾਲ ਸਿੰਘ ਹੋਰਾਂ ਦਾ ਸਟੀਕ ਹੈ ਉਹ ਲਿਆਂਦਾ। ਡਾਕਟਰ ਗੋਪਾਲ ਸਿੰਘ ਦਾ ਸਟੀਕ ਜਿਹੜਾ ਬੜਾ ਗਹਿਰਾ ਹੈ, ਪਰ ਉਹਦੇ ਵਿੱਚ ਇੱਕ ਪ੍ਰੋਬਲਮ ਹੁੰਦਾ ਹੈ ਕਿ ਉਹਦੇ ਵਿੱਚ ਗੁਰਬਾਣੀ ਨਹੀਂ, ਸਿਰਫ ਗੁਰਬਾਣੀ ਦੇ ਅਰਥ ਹਨ। ਸੋ ਉਹ ਸਟੀਕ ਵੀ ਬੜਾ ਵੱਡਾ ਤੇ ਮਤਲਬ ਬੀੜ ਵੀ ਬੜੀ ਵੱਡੀ, ਤੇ ਉਹ ਦੋਨਾਂ ਨੂੰ ਸੰਭਾਲਣਾ ਫਿਰ ਮੁਸ਼ਕਿਲ ਹੋ ਜਾਂਦਾ। ਬਟ ਐਨੀਵੇ ਮੇਰਾ ਮਤਲਬ ਹੈ ਕਿ ਇਹ ਤਰੀਕੇ ਫਿਰ ਅਸੀਂ ਅਪਣਾਉਂਦੇ ਹਾਂ ਪਾਠ ਨੂੰ ਸਮਝਣ ਦੇ, which means ਕਿ ਹੁਣ ਅਸੀਂ ਆਪਣੇ ਬਾਪ ਦੇ ਕਹਿ ਨੂੰ ਮੰਨਣ ਵਾਸਤੇ ਪ੍ਰੈਕਟਿਸ ਕਰ ਰਹੇ। ਇਹ ਸਾਡੀ ਦੂਸਰੀ ਸਟੇਜ ਹੈ। ਤੀਸਰੀ ਸਟੇਜ ਕੀ ਹੈ ਕਿ ਹੁਣ ਮੈਨੂੰ ਬਹੁਤ ਸਾਰਾ ਪਤਾ ਲੱਗ ਗਿਆ ਕਿ ਮੇਰਾ ਬਾਪ ਕੀ ਕਹਿ ਰਿਹਾ। ਮੈਨੂੰ ਉਹ ਗਿਆਨ, ਉਹ ਸਾਰੀ ਇਨਫੋਰਮੇਸ਼ਨ ਕਿ ਇਹ ਸਭ ਕੁਝ ਹੈ ਕੀ, ਇਹਦੇ ਵਿੱਚ ਫਿਰ ਮੇਨਲੀ ਮੋਟਾ ਇਹ ਆਂਦਾ ਹੈ ਕਿ ਪਰਮਾਤਮਾ ਇਹ ਸਾਰਾ ਕੁਝ ਵਰਕ ਕਿਵੇਂ ਕਰ ਰਿਹਾ, ਇਹ ਸਾਰੀ ਰਚਨਾ ਨੂੰ ਸੰਭਾਲ ਕਿਵੇਂ ਰਿਹਾ, ਉਹਦਾ ਕਾਨੂੰਨ ਕੀ ਹੈ। ਸੋ ਉਹਦਾ ਜਿਹੜਾ ਕਾਨੂੰਨ ਹੈ ਉਹ ਅਸੀਂ ਆਸਾ ਦੀ ਵਾਰ ਵਿੱਚ ਉਹਨਾਂ ਨੇ ਕਾਨੂੰਨ ਨੂੰ ਬੜਾ ਅੱਛਾ ਦੱਸਿਆ ਹੈਗਾ। ਸੋ ਇਹਦੇ ਵਿੱਚ ਜਦੋਂ ਅਸੀਂ ਉਹਦਾ ਕਾਨੂੰਨ ਪੜ੍ਹਨੇ ਆ, ਫਿਰ ਉਹਦੇ ਗੁਣ ਪੜ੍ਹਨੇ ਆ, ਫਿਰ ਕਿਵੇਂ ਉਹ ਰਚਨਾ ਨੂੰ ਸੰਭਾਲ ਰਿਹਾ ਹੈਗਾ ਵੇ, ਇਹ ਸਾਰਾ ਕੁਝ ਪੜ੍ਹਨੇ ਆ। ਫਿਰ ਉਹਦੇ ਗੁਣ ਜਿਹੜੇ ਨੇ, ਉਹਦੇ ਗੁਣ ਕੀ ਨੇ, ਇਹ ਸਾਰਾ ਕੁਝ ਸਾਨੂੰ ਪਤਾ ਲੱਗਦਾ ਹੈ। ਇਹ ਸਟੇਜ ਬੜੀ
बड़ी खूबसूरत स्टेज है। ਇਹਦੇ ਵਿੱਚ ਬੜਾ ਸ਼ੌਕ ਪੈਦਾ ਹੁੰਦਾ। ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਇੱਕ ਲੜਕੀ ਦੀ ਮੰਗਣੀ ਹੋਈ ਹੈ ਨਾ, ਤੇ ਉਹ ਆਪਣੇ ਪਤੀ ਨੂੰ ਦੇਖਣਾ ਚਾਹੁੰਦੀ ਹੈ ਕਿ ਉਹਦੀਆਂ ਆਦਤਾਂ ਕੀ ਨੇ, ਕਿਸ ਤਰ੍ਹਾਂ ਦਾ, ਉਹ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੀ। ਇਹ ਸਟੇਜ ਜਿਹੜੀ ਹੈਗੀ ਹੈ, ਇਹ ਵੀ ਕਾਫੀ ਲੰਬਾ ਟਾਈਮ ਰਹਿੰਦੀ ਹੈਗੀ। ਇਹ ਸਟੇਜ ਵਿੱਚ ਸਾਰੀ ਕੋਸ਼ਿਸ਼ ਹੁੰਦੀ ਹੈ ਕਿ ਹੋਰ ਕੀ ਹੋਰ ਕੀ ਹੋਰ ਕੀ। ਤਾਂ ਇੰਨਾ ਕੁਝ ਹੈ ਕਿ ਜਿੰਨਾ ਕੁ ਸਾਡੀ ਛੋਟੀ ਜਿਹੀ ਬੁੱਧੀ ਜਾਣ ਸਕਦੀ ਅਸੀਂ ਜਾਣ ਲੈਂਦੇ ਹਾਂ। ਬਾਕੀ ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਲ ਕੰਟੀਨਿਊ, ਅਸੀਂ ਕੰਟੀਨਿਊ ਕਰਦੇ। ਹੁਣ ਸਾਨੂੰ ਗਿਆਨ ਕਾਫੀ ਪਤਾ ਲੱਗ ਗਿਆ ਵੀ ਕੀ ਹੈ, ਉਹਨੇ ਰਚਨਾ ਕਿਵੇਂ। ਇਹਦੇ ਵਿੱਚ ਉਹਨਾਂ ਨੇ ਜਿਹੜੀ ਕੁਦਰਤ ਦਾ ਦੱਸਿਆ ਨਾ, ਕੁਦਰਤ ਦੇ ਵਿੱਚ ਉਹਨਾਂ ਨੇ ਸਾਰੀ ਬੜਾ ਅੱਛਾ ਐਕਸਪਲੇਨ ਕੀਤਾ। ਆਸਾ ਦੀ ਵਾਰ ਬਹੁਤ ਖੋਲਦੀ ਹੈ ਇਹ ਪਰਮਾਤਮਾ ਦੇ ਰਚਨਾ ਨੂੰ, ਰਚਨਾ ਕਿਵੇਂ ਵਰਕ ਕਰ ਰਹੀ ਹੈ। ਸੋ ਕਿਉਂਕਿ ਅਸੀਂ ਕੁਦਰਤ ਹਾਂ, ਮਤਲਬ ਸਾਨੂੰ ਸਭ ਨੂੰ ਪਤਾ ਕਿ ਅਸੀਂ ਕੁਦਰਤ ਹਾਂ। ਮਤਲਬ ਜੋ ਕੁਝ ਉਹਨੇ ਪੈਦਾ ਕੀਤਾ ਕੁਦਰਤ ਉਹਦੇ ਤੋਂ ਬਾਹਰ ਹੈ ਹੀ ਨਹੀਂ। ਕੁਦਰਤ ਦੱਸੇ, ਕੁਦਰਤ ਸੁਣੀਏ, ਕੁਦਰਤ ਬਹੁਤ ਸੁਖਸਾਰ। ਮਤਲਬ ਜੋ ਕੁਝ ਦਿਸ ਰਿਹਾ ਉਹ ਵੀ ਕੁਦਰਤ ਹੈ, ਜੋ ਕੁਝ ਅਸੀਂ ਸੁਣ ਰਹੇ ਹਾਂ ਉਹ ਵੀ ਕੁਦਰਤ ਹੈ। ਕੁਦਰਤ ਸੁਣੀ, ਕੁਦਰਤ ਬਹੁਤ ਸੁਖਸਾਰ। ਜਿਹੜਾ ਮਤਲਬ ਭਾਵ ਜਿਹੜਾ ਹੈ, ਜਿਹੜਾ ਪਿਆਰ ਜਾਂ ਡਰ, ਜੋ ਸੁਖ, ਸਭ ਕੁਝ ਕੁਦਰਤ ਹੈ। ਕੁਦਰਤ ਦੱਸੇ, ਕੁਦਰਤ ਬਹੁਤ ਸੁਖਸਾਰ। ਅੱਗੋਂ ਮੈਂ ਕੁਦਰਤ ਪਾਤਾਲੀਆਂ ਆਕਾਸੀ ਕੁਦਰਤ ਸਰਬਕਾਰ। ਤੇ ਪਾਤਾਲਾਂ ਅਸੀਂ ਪੜ੍ਹਿਆ ਸੀ ਨਾ ਕਿ ਬਈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਇਹ ਕੀ ਹੈ? ਕੁਦਰਤ ਪਾਤਾਲਾਂ ਕੀ ਹੈ? ਪਾਤਾਲਾਂ ਪਾਤਾਲ ਕੁਦਰਤ ਪਾਤਾਲੀਆਂ ਆਕਾਸੀ ਕੁਦਰਤ ਸਰਬਕਾਰ। ਜੋ ਕੁਝ ਪਾਤਾਲ ਵਿੱਚ ਹੋ ਰਿਹਾ, ਜੋ ਕੁਝ ਆਕਾਸ਼ ਵਿੱਚ ਹੋ ਰਿਹਾ, ਜਿਸ ਤਰ੍ਹਾਂ ਅਸੀਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਕਿ ਕਿੰਨੇ ਮਤਲਬ ਪਲੈਨਟਸ ਨੇ, ਸੌਰ ਮੰਡਲ ਨੇ, ਕਿਸ ਤਰ੍ਹਾਂ ਇੱਕ ਦੂਸਰੇ ਦੇ ਦੁਆਲੇ ਘੁੰਮ ਰਹੇ ਨੇ। ਫਿਰ ਵੀ ਇੰਨਾ ਕੁਦਰਤ ਜਾਤੀ ਜਿੰਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਪਮਾਨ, ਕੁਦਰਤ ਪੌਣ ਪਾਣੀ ਬਸੰਤਰ, ਕੁਦਰਤ ਧਰਤੀ ਖਾਕ। ਮਤਲਬ ਹੁਣ ਕੁਦਰਤ ਦੇ ਵਿੱਚ ਇੱਕ ਕੰਪਲੀਟ ਕੰਪਲੀਸ਼ਨ ਹੈ। ਕੁਝ ਵੀ ਐਸਾ ਨਹੀਂ ਜਿਹੜਾ ਉਹ ਤੋਂ ਬਾਹਰ ਹੈ, ਪਰ ਕੁਝ ਵੀ ਐਸਾ ਨਹੀਂ ਕਿ ਜਿਹੜਾ ਇਨਸਾਨ ਨੂੰ ਜੀਣ ਵਾਸਤੇ, ਰਹਿਣ ਵਾਸਤੇ ਚਾਹੀਦਾ ਉਹ ਨਾ ਹੋ। ਬਿਕਾਜ਼ ਜਦੋਂ ਉਹਨੇ ਕ੍ਰੀਏਸ਼ਨ ਕੀਤੀ, ਜਦੋਂ ਉਹਨੇ ਰਚਨਾ ਕੀਤੀ, ਉਹਨੇ ਇੰਨੀ ਪਲਾਨਿੰਗ ਨਾਲ ਕੀਤੀ, ਉਹਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਗਈ। ਉਹ ਨਾ ਫਿਰ ਮਤਲਬ ਜਿੱਤੇ ਸੂਈ ਧਰਤੀ ਥਾਪ ਰੱਖੀ ਧਰਮਸਾਲ। ਹੁਣ ਇਹ ਧਰਮ ਦੀ ਐਂਟਰੀ ਵਾਸਤੇ ਜਿਹੜੀ ਹੈ ਨਾ, ਸਾਨੂੰ ਇੱਕ ਬੜੀ ਸੁਖਾਲੀ ਜਗ੍ਹਾ ਮਿਲ ਗਈ। ਕੁਦਰਤ ਪਾਉਣ ਵਾਲਾ ਕੁਦਰਤ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ, ਨਾਨਕ ਹੁਕਮੇ ਅੰਦਰ ਆਪੇ ਵਰਤੇ ਵੇਖੇ ਤਾਕੋ ਤਾਕ। ਹੁਣ ਉਹ ਆਪ ਕੁਦਰਤ ਦੇ ਵਿੱਚ ਆਪ ਵਰਤ ਰਿਹਾ, ਜਿਹੜਾ ਕਿ ਅਸੀਂ ਹਮੇਸ਼ਾ ਹੀ ਪੜ੍ਹਨੇ ਆ ਨਾ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੇ ਜਾ। ਇੱਥੇ ਆਸਣ ਤੇ ਜਿਹੜਾ ਨਾ ਉਹ ਬੜਾ ਜ਼ੋਰ ਦੇਣਾ। ਆਸਣ ਮੀਨਸ ਕਿ ਕੁਦਰਤ ਨੂੰ ਸਾਜ ਕੇ ਉਹ ਹਰ ਚੀਜ਼ ਦੇ ਅੰਦਰ ਬੈਠ ਗਿਆ। ਜਿਸ ਕਹਿੰਦੇ ਘਟ ਘਟ ਵਾਸੀ ਸਰਬ ਨਿਵਾਸੀ। ਮਤਲਬ ਕੋਈ ਚੀਜ਼ ਐਸੀ ਨਹੀਂ ਜਿਹਦੇ ਅੰਦਰ ਉਹ ਆਪ ਨੇ। ਹਰ ਚੀਜ਼ ਦੇ ਅੰਦਰ ਕੋਈ ਚੀਜ਼ ਹੋ ਹੀ ਨਹੀਂ ਸਕਦੀ ਉਹਦੇ ਤੋਂ ਬਿਨਾਂ। ਕੋਈ ਇੱਕ ਮਤਲਬ ਇਹ ਰੇਤ ਦਾ ਤਿਣਕਾ ਨਹੀਂ ਹੋ ਸਕਦਾ, ਇਹ ਗ੍ਰਾਸ ਨੇ, ਕੋਈ ਚੀਜ਼ ਨਹੀਂ ਹੋ ਸਕਦੀ। ਹਰ ਚੀਜ਼ ਦੇ ਅੰਦਰ ਹੈ, ਤਾਂ ਉਹ ਬਣੀ ਤਾਂ ਹੈ ਕਿਉਂਕਿ ਹਰ ਚੀਜ਼ ਦੇ ਅੰਦਰ ਹੈ। ਸੋ ਇਹ ਜਿਹੜਾ ਨੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜੋ ਹਰ ਚੀਜ਼ ਦੇ ਅੰਦਰ ਹੈ, ਤੇ ਇਨਸਾਨ ਦੇ ਅੰਦਰ ਤੇ ਉਹ ਬੜਾ ਇੰਟੈਲੀਜੈਂਟਲੀ ਐਂਡ ਬੜੀ ਲਾਈਟ ਦੇ ਨਾਲ ਵਸ ਰਿਹਾ ਹੈਗਾ। ਸੋ ਇਹ ਤਾਂ ਅਸੀਂ ਬਾਰ-ਬਾਰ ਕਰਨੇ ਆ ਕਿ ਉਹ ਸਭ ਦੇ ਅੰਦਰ ਵਸ ਰਿਹਾ। ਸੋ ਇਹ ਸਾਰਾ ਜਿਹੜਾ ਇਹ ਕੁਦਰਤ ਹੈ, ਵੇਖੇ ਤਾਕੋ ਤਾਕ। ਮਤਲਬ ਉਹਨੇ ਸਾਰੀ ਕੁਦਰਤ ਨੂੰ ਪੈਦਾ ਕਰਕੇ ਉਹਨੂੰ ਕਿਸ ਤਰ੍ਹਾਂ, ਕਿੰਨੀ ਅੱਛੀ ਤਰ੍ਹਾਂ ਜਿਹੜਾ ਹੈ ਉਹ ਮੈਨੇਜ ਕਰ ਰਿਹਾ। ਹੁਣ ਸਾਨੂੰ ਇਹ ਸਾਰਾ ਗਿਆਨ ਹੋ ਗਿਆ ਕਿ ਪਰਮਾਤਮਾ ਨੇ ਕਿਸ ਤਰ੍ਹਾਂ ਰਚਨਾ ਰਚੀ, ਕਿਸ ਤਰ੍ਹਾਂ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ। ਪਹਿਲਾਂ ਉਹਨੇ ਸਹੂਲਤਾਂ ਪੈਦਾ ਕੀਤੀਆਂ, ਫਿਰ ਉਹਨੇ ਜਿਹੜੀ ਹੈਗੀ ਹੈ ਜਿਹੜੀ ਹੈ ਨਾ ਲਾਈਫ ਜਿਹੜੀ ਉਹ ਪੈਦਾ ਕੀਤੀ। ਸੋ ਹੁਣ ਜੇ ਉਹਨੇ ਸਭ ਕੁਝ ਪੈਦਾ ਕੀਤਾ, ਸਭ ਕੁਝ ਉਹਨੂੰ ਦੇਖ ਰਿਹਾ, ਉਹਦੀ ਡਿਊਟੀ ਹੈ। ਫਿਰ ਇਹ ਜਾਣਨ ਤੋਂ ਬਾਅਦ
ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਜੀ ਉਹਨੇ ਸਭ ਕੁਝ ਪੈਦਾ ਕੀਤਾ ਹੈ, ਉਹ ਡਿਊਟੀ ਆਪਣੀ ਇੰਨੀ ਅੱਛੀ ਤਰ੍ਹਾਂ ਕਰ ਰਿਹਾ ਹੈ, ਅਸੀਂ ਕੀ ਕਰ ਰਹੇ ਹਾਂ। ਸੋ ਇਹ ਗਿਆਨ ਜਿਹੜਾ ਜਦੋਂ ਹੁੰਦਿਆਂ ਇਹ ਗਿਆਨ ਤੋਂ ਬਾਅਦ ਅੰਦਰ ਇੱਕ ਨਾ ਰੈਗੂਲਰ ਜਿਹੀ ਅੰਦਰ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਅਸੀਂ ਕੁਝ ਕਰਦੇ ਨਹੀਂ, ਉਹ ਅੰਦਰ ਆਪਣੇ ਆਪ ਇੱਕ ਡਿਵੈਲਪਮੈਂਟ ਨਾਲ ਇੱਕ ਮਤਲਬ ਇੱਛਾ ਜਿਹੜੀ ਹੈ ਪੈਦਾ ਹੋ ਜਾਂਦੀ ਹੈ ਕਿ ਵਟ ਨੈਕਸਟ। ਜਿਵੇਂ ਕੁਝ ਨਾ ਆਪਣੇ ਆਪ ਹੀ ਆਂਦਾ ਜਾਂਦਾ, ਜਿਵੇਂ ਇੱਕ ਨਾ ਫਲੋ ਹੋ ਰਿਹਾ, ਜਿਵੇਂ ਇੱਕ ਨਦੀ ਚੱਲ ਰਹੀ ਹੈ ਕਿ ਆਪਣੇ ਆਪ ਹੀ ਫਲੋ ਦੇ ਵਿੱਚ ਚੱਲ ਰਹੀ ਹੈ। ਪਹਿਲਾਂ ਅਸੀਂ ਪਾਠ ਤੋਂ ਸਟੀਕ ਤੇ ਜਾਂਦੇ ਹਾਂ, ਸਟੀਕ ਤੋਂ ਅਸੀਂ ਫਿਰ ਗਹਿਰੇ ਗਿਆਨ ਵਿੱਚ ਜਾਂਦੇ ਹਾਂ, ਗਹਿਰੇ ਗਿਆਨ ਤੋਂ ਵਿੱਚ ਫਿਰ ਅਸੀਂ ਉਹਨੂੰ ਜੀਣਾ ਸਿੱਖਣਾ ਚਾਹੁੰਦੇ ਹਾਂ। ਕਿਉਂਕਿ ਅਸਲ ਜਿਹੜਾ ਮਤਲਬ ਹੈ ਗੁਰਬਾਣੀ ਦਾ ਉਹ ਹੈ ਜੀਵਨ ਜਾਚ, ਜੀਵਨ ਦਾ ਸੁਚੱਜ। ਜੀਵਨ ਦਾ ਸੁਚੱਜ ਸਿਰਫ ਇਹ ਨਹੀਂ ਕਿ ਇੱਕ ਲਾਈਫ ਜਿਹੜੀ ਗ੍ਰਸਤੀ ਲਾਈਫ ਜੀਣੀ, ਜੀਵਨ ਦਾ ਸੁਚੱਜ ਹੈ ਕਿ ਪਰਮਾਤਮਾ ਤੱਕ ਕਿਵੇਂ ਪਹੁੰਚਣਾ। ਪਰਮਾਤਮਾ ਤੱਕ ਕਹਿੰਦੇ ਨੇ ਪਹੁੰਚਣਾ ਨਹੀਂ, ਪਰਮਾਤਮਾ ਬਣਨਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹਦਾ ਮਤਲਬ ਹੈਗਾ ਹੈ ਕਿ ਉਹਦੇ ਗੁਣਾਂ ਨੂੰ ਧਾਰਨ ਜਦੋਂ ਪੂਰੀ ਤਰ੍ਹਾਂ ਕਰ ਲੋ ਤੇ ਉਹਦੀ ਤੁਲਨਾ ਜਿਹੜੀ ਹੈਗੀ ਉਹ ਪਰਮਾਤਮਾ ਨਾਲ ਕੀਤੀ। ਸੋ ਹੁਣ ਜਿਹੜੀ ਅਗਲੀ ਸਟੇਜ ਹੈ ਉਹ ਕੀ ਹੈ ਕਿ ਹੁਣ ਸਾਨੂੰ ਗਿਆਨ ਹੋ ਗਿਆ, ਬਹੁਤ ਗਿਆਨ ਹੋ ਗਿਆ। ਹੁਣ ਉਸ ਗਿਆਨ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਤੇ ਹੋਣਾ ਨਾਲ ਸ਼ੁਰੂ ਹੋ ਜਾਂਦਾ ਹੈ, ਪਰ ਹੁਣ ਸਾਨੂੰ ਧਾਰਨ ਕਰਨ ਦੀ ਜਾਂਚ ਵੀ ਜਿਹੜੀ ਹੈ ਉਹ ਆ ਗਈ। ਲੇਕਿਨ ਇੰਨਾ ਸੌਖਾ ਨਹੀਂ, ਕਿਉਂਕਿ ਜਿਹੜੀ ਕੁਦਰਤ ਹੈ ਉਹ ਤਿੰਨਾਂ ਗੁਣਾਂ ਦੇ ਵਿੱਚ, ਕਿਉਂਕਿ ਕੁਦਰਤ ਜਿੰਨੀ ਵੀ ਰਚਨਾ ਹੈ ਤਿੰਨਾਂ ਗੁਣਾਂ ਵਿੱਚ। ਜਦੋਂ ਤਿੰਨਾਂ ਗੁਣਾਂ ਵਿੱਚ ਤਾਂ ਸਾਡੀਆਂ ਆਦਤਾਂ ਵੀ ਤਿੰਨਾਂ ਗੁਣਾਂ ਵਿੱਚ, ਰਜੋ ਸਤੋ ਤਮੋ। ਤਮੋ ਮੀਨਸ ਕਿ ਬਈ ਲੇਜ਼ੀਨੈਸ, ਸੁਸਤੀ, ਔਰ ਰਜੋ ਮੀਨਸ ਟੂ ਮਚ ਐਕਟੀਵਿਟੀ, ਸਤੋ ਮੀਨਸ ਉਹਦੇ ਸਾਤਵਿਕ ਗੁਣਾਂ ਚ। ਸੋ ਜਦੋਂ ਅਸੀਂ ਉਹਨਾਂ ਤਿੰਨਾਂ ਗੁਣਾਂ ਵਿੱਚੋਂ, ਤਾਂ ਇਹਨਾਂ ਤਿੰਨਾਂ ਗੁਣਾਂ ਵਿੱਚੋਂ ਨਿਕਲਣਾ ਇੰਨਾ ਸੌਖਾ ਨਹੀਂ, ਉਹਦੇ ਵਾਸਤੇ ਬੜੀ ਫਾਈਟ ਕਰਨੀ ਪੈਂਦੀ ਹੈ। ਕਿਉਂਕਿ ਸਾਡੇ ਅੰਦਰ ਜਿਹੜੀਆਂ ਇਹਨਾਂ ਗੁਣਾਂ ਕਰਕੇ ਜਿਹੜੀਆਂ ਸ਼ਕਤੀਆਂ ਨੇ ਉਹ ਦੈਵੀ ਵੀ ਨੇ ਤੇ ਰਾਖਸ਼ਸ ਵੀ। ਇਹਨਾਂ ਦੈਵੀ ਤੇ ਰਾਖਸ਼ਸ ਸ਼ਕਤੀਆਂ ਦੀ ਲੜਾਈ ਜਿਹੜੀ ਉਹ ਕਾਂਸਟੈਂਟ ਹੁੰਦੀ ਰਹਿੰਦੀ। ਅਸੀਂ ਜੇ ਆਪਣੇ ਜੀਵਨ ਨੂੰ ਅੱਛੀ ਤਰ੍ਹਾਂ ਦੇਖੀਏ ਨਾ, ਤੇ ਅਸੀਂ ਬਾਣੀ ਪੜ੍ਹਨੇ ਆ, ਅਸੀਂ ਗੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਫਿਰ ਵੀ ਅੰਦਰ ਕਿਤੇ ਸੈਟਿਸਫੈਕਸ਼ਨ ਨਹੀਂ ਹੁੰਦੀ। ਇਸ ਤਰ੍ਹਾਂ ਲੱਗਦਾ ਕਿ ਨਹੀਂ, ਅਜੇ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਈ, ਮੈਨੂੰ ਹੋਰ ਚਾਹੀਦਾ। ਮਤਲਬ ਅਸੀਂ ਕਦੀ ਸੈਟਿਸਫਾਈ ਨਹੀਂ, ਕਿਉਂ ਨਹੀਂ ਹੁੰਦੇ ਕਿ ਸਾਡੇ ਅੰਦਰ ਇੱਕ ਪੂਰਨ ਜਿੱਤ ਅਜੇ ਨਹੀਂ ਹੋਈ। ਜਿਹੜੀਆਂ ਰਾਖਸ਼ਸ ਵ੍ਰਿਤੀਆਂ ਨੇ ਉਹ ਦੈਵੀ ਵ੍ਰਿਤੀਆਂ ਨੂੰ ਹਮੇਸ਼ਾ ਪਿੱਛੇ ਖਿੱਚਦੀਆਂ ਰਹਿੰਦੀਆਂ। ਸੋ ਇਹਨਾਂ ਦੀ ਜਿਹੜੀ ਫਾਈਟ ਹੈ ਉਹ ਕੰਟੀਨਿਊਸ ਹੁੰਦੀ ਰਹਿੰਦੀ। ਜਿੱਤ ਤੇ ਹਮੇਸ਼ਾ ਸੱਚ ਦੀ ਹੁੰਦੀ ਹੈ, ਪਰ ਸੱਚ ਜਿਹੜਾ ਹੈ ਉਹਨੂੰ ਪਾਉਣਾ ਐਡਾ ਸੌਖਾ ਨਹੀਂ ਹੈਗਾ। ਇਹ ਲੜਾਈ ਜਿਹੜੀ ਹੈ ਬੜੀ ਲੰਬੀ ਹੈ। ਤੁਸੀਂ ਦੇਖੋ ਕਿ ਜਿਹੜਾ ਆਪਣਾ ਮਹਾਭਾਰਤ ਦਾ ਯੁੱਧ ਹੈ, ਇਹਦਾ ਅਸਲ ਮਤਲਬ ਇਹ ਨਹੀਂ ਕਿ ਹਮ ਸੱਚਮੁੱਚ ਦੋ ਫੌਜਾਂ ਦੇ ਵਿੱਚ ਯੁੱਧ ਜਿਹੜਾ ਹੋਇਆ ਸੀ, ਹੋ ਸਕਦਾ ਹੋਇਆ ਵੀ ਹੋਵੇ, ਪਰ ਇਹਦਾ ਅਸਲ ਮਤਲਬ ਹੈ ਕਿ ਸਾਡੇ ਅੰਦਰ ਉਹ ਦੋਨੋਂ ਸ਼ਕਤੀਆਂ ਚੱਲ ਰਹੀਆਂ। ਕੌਰਵ ਵੀ ਚੱਲ ਰਹੇ ਨੇ, ਪਾਂਡਵ ਵੀ ਚੱਲ ਰਹੇ। ਪਾਂਡਵਾਂ ਨੂੰ ਕਿੰਨੀਆਂ ਦਿੱਕਤਾਂ ਹੋਈਆਂ ਸੀਗੀਆਂ, ਉਹਨਾਂ ਨੂੰ ਬਨਵਾਸ ਹੋ ਗਿਆ ਸੀਗਾ, ਉਹਨਾਂ ਨੂੰ ਆਪਣਾ ਜਿਹੜਾ ਸੀ ਕੀ ਨਾ ਲਈਦਾ ਹੈਗਾ, ਉਹਨਾਂ ਨੇ 5 ਵਿਲੇਜ ਵੀ ਨਹੀਂ ਸੀ ਦਿੱਤੇ, ਕਈ ਸਾਲ ਉਹ ਜੰਗਲ ਵਿੱਚ ਰਹੇ ਸੀ, ਬੜਾ ਉਹਨਾਂ ਨੇ ਦੁੱਖ ਪਾਇਆ ਸੀ। ਇੱਕ ਵਾਰੀ ਤੇ ਉਹਨਾਂ ਨੂੰ ਆਪਣਾ ਜਿਹੜਾ ਸੀ ਕੀ ਨਾ ਸੀ, ਇੱਕ ਗ੍ਰਹਿ ਦੇ ਵਿੱਚ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉੱਥੋਂ ਬਚ ਕੇ ਨਿਕਲ ਗਿਆ ਸੀ। ਇਹ ਵੀ ਸੱਚ ਦੇ ਨੂੰ ਲੜਾਈ ਬੜੀ ਹੈ, ਲੇਕਿਨ ਸੱਚ ਦੀ ਹੀਰ ਤੇ ਜਿੱਤ ਹੁੰਦੀ। ਸੋ ਇਹ ਜਿਹੜੀਆਂ ਸਾਰੀਆਂ ਹੈਗੀਆਂ ਵ੍ਰਿਤੀਆਂ, ਇਹਨਾਂ ਦੀ ਲੜਾਈ ਬਹੁਤ ਹੁੰਦੀ ਰਹਿੰਦੀ ਹੈ। ਇਹਨੂੰ ਵੈਸੇ ਕਿਹਾ ਗਿਆ ਹੈਗਾ ਲਿਵਿੰਗ ਗੁਰਬਾਣੀ। ਇਹ ਜਦੋਂ ਅਸੀਂ ਫਾਈਟ ਸਾਰੀ ਕਰ ਰਹੇ ਹਾਂ, ਦਿਸ ਇਜ਼ ਲਿਵਿੰਗ ਗੁਰਬਾਣੀ, ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਅੰਦਰ ਜਿਹੜੀਆਂ ਰਾਖਸ਼ਸ ਬ੍ਰਿਤੀਆਂ ਨੇ ਉਹਦੀ ਥਾਂ ਤੇ ਦੈਵੀ ਬ੍ਰਿਤੀਆਂ ਜਿਹੜੀਆਂ ਉਹ ਆ ਜਾਣ ਔਰ ਉਹਨਾਂ ਦੇ ਜਿੱਤ। ਇਹ ਗੁਰਬਾਣੀ ਦੀ ਸਾਰੀ ਕੋਸ਼ਿਸ਼ ਹੀ ਇਹ ਵੇ ਕਿ ਸਾਰੀਆਂ ਜਿਹੜੀਆਂ ਬ੍ਰਿਤੀਆਂ ਨੇ ਰਾਖਸ਼ਸ ਸੇ ਨਿਕਲ ਜਾਣ ਔਰ ਦੇਵੀ ਬ੍ਰਿਤੀਆਂ ਜਿਹੜੀਆਂ ਨੇ ਉਹ ਵੀ ਤੇ ਕਹਿਣਾ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ। ਕਰਤਨਾ ਲਾਗੀ ਵਾਰ ਦਾ ਮਤਲਬ ਇਹ ਨਹੀਂ ਕਿ ਜਿਵੇਂ ਅਸੀਂ ਬਾਣੀ ਪੜ੍ਹੀਏ ਹੋ ਜਾਂਦਾ, ਪਰ ਇਹ ਹੈ ਕਿ ਜਿਉਂ-ਜਿਉਂ ਅਸੀਂ
ਕੰਟੀਨਿਊਸਲੀ ਪੜ੍ਹਨੇ ਆ, ਸੁਣਨੇ ਆ, ਕਰਨੇ ਆ, ਤੇ ਉਹ ਜਿਹੜੇ ਦੈਵੀ ਵ੍ਰਿਤੀਆਂ ਸਾਡੇ ਅੰਦਰ ਆ ਜਾਂਦੀਆਂ, ਦੈਵੀ ਵ੍ਰਿਤੀਆਂ ਦੀ ਜਿੱਤ ਹੋ ਜਾਂਦੀ। ਸੋ ਦੂਸਰੀ ਮਿਸਾਲ ਇਹ ਬੜੀ ਅੱਛੀ ਹੈਗੀ ਹੈ ਸਮੁੰਦਰ ਮੰਥਨ ਦੀ, ਤੁਸੀਂ ਸੁਣਿਆ ਹੋਇਆ। ਤੋ ਸਮੁੰਦਰ ਮੰਥਨ ਕੀ ਹੈਗਾ ਹੈ? ਐਕਚੁਅਲੀ ਸਾਡੇ ਅੰਦਰ ਦਾ ਮੰਥਨ ਹੈ। ਸਾਡੇ ਅੰਦਰ ਜਿਹੜੀਆਂ ਵ੍ਰਿਤੀਆਂ ਕੰਮ ਕਰ ਰਹੀਆਂ ਨੇ, ਰਾਖਸੀ ਔਰ ਦੈਵੀ, ਇਹ ਉਹਨਾਂ ਦਾ ਮੰਥਨ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮਤਲਬ ਉਹਨਾਂ ਨੇ ਕਿਹਾ ਸੀ ਕਿ ਦੁੱਧ ਦਾ ਗਲਾਸ ਲਿਆਓ, ਤੇ ਉਹ ਲਿਆਏ, ਤੇ ਉਹਨਾਂ ਨੇ ਕਿਹਾ ਕਿ ਬਈ ਇਹਦੇ ਵਿੱਚ ਕੁਛ ਹੈ? ਉਹਨਾਂ ਨੇ ਕਿਹਾ ਕੁਛ ਨਹੀਂ। ਉਹਨਾਂ ਨੇ ਕਿਹਾ ਨਹੀਂ, ਇਹਦੇ ਵਿੱਚ ਘਿਓ ਹੈ। ਸੋ ਘਿਓ ਕਿਸ ਤਰ੍ਹਾਂ ਹੈ ਕਿ ਪਹਿਲਾਂ ਤੁਸੀਂ ਦੁੱਧ ਨੂੰ ਖੱਟਾ ਲਗਾਓਗੇ, ਫਿਰ ਉਹਨੂੰ ਰਿੜਕੋਗੇ, ਮੱਖਣ ਆਏਗਾ, ਫਿਰ ਘਿਓ ਬਣੇਗਾ। ਮਤਲਬ ਇਹ ਹੀ ਬਿਲਕੁਲ ਇਸ ਤਰ੍ਹਾਂ ਹੀ ਇਹ ਸਾਰਾ ਮੰਥਨ ਜਿਹੜਾ ਹੈਗਾ ਹੈ, ਸਾਡਾ ਜਿਹੜਾ ਮਨ ਦਾ ਮੰਥਨ ਹੈ, ਉਸ ਤਰ੍ਹਾਂ। ਤੋ ਸਮੁੰਦਰ ਮੰਥਨ ਦੀ ਤੁਹਾਨੂੰ ਕਹਾਣੀ ਦਾ ਕੁਛ ਪਤਾ ਹੀ ਹੈ ਕਿ ਜਦੋਂ ਸਮੁੰਦਰ ਮੰਥਨ ਹੋਇਆ ਤੇ ਦੇਵਤਿਆਂ ਤੇ ਰਾਖਸ਼ਾਂ ਨੇ ਦੋਨਾਂ ਨੇ ਮਿਲ ਕੇ ਉਹਨੂੰ ਮੰਥਨ ਕੀਤਾ, ਰਿੜਕਿਆ। ਜਦੋਂ ਰਿੜਕਿਆ ਤੇ ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ ਤੇ ਜ਼ਹਿਰ ਵੀ ਨਿਕਲਿਆ। ਸੋ ਇਹ ਮੈਂ ਰਿਲੇਟ ਤਾਂ ਕਰ ਰਹੀ ਹਾਂ ਕਿ ਇਹ ਜਿਹੜੀ ਰਾਖਸ਼ ਤੇ ਦੇਵੀ ਵ੍ਰਿਤੀਆਂ ਦੀ ਲੜਾਈ ਹੈ ਨਾ, ਇਹ ਬੜੀ ਸਟਰੋਂਗ ਹੈ, ਔਰ ਇਨਸਾਨ ਦੇ ਅੰਦਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੋਈ ਚੱਲ ਰਹੀ ਹੈ। ਉਹਦੇ ਤੇ ਜਿੱਤ ਪ੍ਰਾਪਤ ਕਰਨਾ ਹੀ ਜੀਵਨ ਦਾ ਪਰਪਸ ਹੈ, ਉਹ ਹੀ ਮੁਕਤੀ ਹੈ। ਸੋ ਜਦੋਂ ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ ਤੇ ਜ਼ਹਿਰ ਵੀ ਨਿਕਲਿਆ, ਹੁਣ ਹਮੇਸ਼ਾ ਹੀ ਜਿਹੜੇ ਰਾਖਸ਼ ਨੇ ਉਹ ਹਮੇਸ਼ਾ ਹੀ ਸਟਰੋਂਗ ਰਹਿਣ, ਉਹ ਹਮੇਸ਼ਾ ਹੀ ਤਾਕਤਵਰ ਰਹਿਣ। ਸੋ ਜਦੋਂ ਨਿਕਲਿਆ ਤੇ ਫਿਰ ਵੰਡਣ ਲੱਗੇ, ਤੇ ਰਾਖਸ਼ ਜਿਹੜੇ ਸੀ ਉਹ ਦੇਵਤਿਆਂ ਕੋਲੋਂ ਉਹਨਾਂ ਨੇ ਅੰਮ੍ਰਿਤ ਖੋਹ ਲਿਆ। ਹੁਣ ਪਰਮਾਤਮਾ ਦੇ ਬਜਾਏ ਇਹ ਚੀਜ਼ ਬੜੀ ਧਿਆਨ ਨਾਲ ਸੁਣਨ ਵਾਲੀ, ਜਦੋਂ ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ, ਜਦੋਂ ਤੁਸੀਂ ਪਰਮਾਤਮਾ ਵੱਲ ਜਾ ਰਹੇ ਹੋ, ਦਿੱਕਤਾਂ ਤੇ ਬੜੀਆਂ ਆਉਣਗੀਆਂ ਰਸਤੇ, ਪਰ ਕੀ ਹੈ ਫਿਰ ਮਦਦ ਉਹ ਜ਼ਰੂਰ ਕਰੋ, ਕਿਸ ਤਰੀਕੇ ਨਾਲ ਕਰੇ। ਇਹ ਸਾਰੀਆਂ ਚੀਜ਼ਾਂ ਸਾਨੂੰ ਇਸ ਕਰਕੇ ਸਮਝਾਉਣ ਵਾਸਤੇ ਨੇ ਕਿ ਜੀਵਨ ਵਿੱਚ ਸਾਨੂੰ ਬੜੀਆਂ ਦਿੱਕਤਾਂ, ਕਸ਼ਟ ਆਉਂਦੇ ਨੇ, ਅਸੀਂ ਘਬਰਾ ਜਾਂਦੇ ਹਾਂ। ਪਰ ਇੱਕ ਚੀਜ਼ ਫਿਰ ਉਹ ਬਾਣੀ ਸਮਝਾ ਰਹੀ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਪਰ ਇਹ ਲੜਾਈ ਲੜਨੀ ਜ਼ਰੂਰ ਪੈਂਦੀ ਹੈ। ਕਿਉਂਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਆਏ ਜਾਂ ਬਿਮਾਰ ਹੋ ਜਾਂ ਸਭ ਕੁਛ, ਤੇ ਅਸੀਂ ਘਬਰਾ ਜਾਂਦੇ ਹਾਂ ਕਿ ਹੁਣ ਕੀ ਹੋਏਗਾ। ਪਰ ਉਸ ਵੇਲੇ ਕੀ ਹੈ ਕਿ ਇੱਕ ਵਿਸ਼ਵਾਸ, ਹੁਣ ਇਹ ਜਿਹੜੀ ਮੈਂ ਮਿਸਾਲ ਦੇ ਰਹੀ ਹਾਂ, ਇਹ ਵਿਸ਼ਵਾਸ ਦੀ। ਉਸ ਵੇਲੇ ਫਿਰ ਜਦੋਂ ਉਹਨਾਂ ਨੇ ਅੰਮ੍ਰਿਤ ਖੋਹ ਲਿਆ, ਤੇ ਫਿਰ ਵਿਸ਼ਨੂੰ ਜਿਹੜੇ ਸੀ ਉਹ ਸੁੰਦਰੀ ਦਾ ਰੂਪ ਧਾਰਨ ਕਰਕੇ ਤੇ ਆਏ। ਉਹਨਾਂ ਨੇ ਅੰਮ੍ਰਿਤ ਜਿਹੜਾ ਸੀ, ਅੰਮ੍ਰਿਤ ਵੀ ਲੈ ਲਿਆ, ਜ਼ਹਿਰ ਵੀ, ਦੋਨੋਂ ਲੈ ਲਿਆ। ਹੁਣ ਜਿਹੜੀਆਂ ਰਾਖਸੀ ਬ੍ਰਿਤੀਆਂ ਨੇ, ਉਹਨਾਂ ਦਾ ਧਿਆਨ ਤੇ ਹਮੇਸ਼ਾ ਡਾਊਨਵਰਡ ਹੁੰਦਾ ਹੈਗਾ। ਉਹਨਾਂ ਦਾ ਧਿਆਨ ਸਾਰਾ ਉਹਦੀ ਖੂਬਸੂਰਤੀ ਵੱਲ ਹੋ ਗਿਆ, ਉਹਨੂੰ ਦੇਖਣ ਲੱਗ ਪਏ। ਉਹਨੇ ਕੀ ਕੀਤਾ, ਜਿਹੜਾ ਅੰਮ੍ਰਿਤ ਸੀ ਉਹ ਦੇਵਤਿਆਂ ਨੂੰ ਦਿੰਦੀ ਗਈ, ਤੇ ਜਿਹੜਾ ਦੂਸਰਾ ਸੀ। ਸੋ ਇਹ ਮਿਸਾਲ ਦਾ ਸਿਰਫ ਇਹ ਮਤਲਬ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜੀਵਨ ਵਿੱਚ ਸਾਨੂੰ ਬੜੀਆਂ ਔਕੜਾਂ ਆਉਂਦੀਆਂ ਨੇ, ਬੜੇ ਕਸ਼ਟ ਆਉਂਦੇ ਨੇ। ਗੁਰਬਾਣੀ ਤੋਂ ਬਿਨਾਂ ਵੈਸੇ ਜ਼ਿੰਦਗੀ ਦੇ ਕਸ਼ਟ ਵੀ ਬੜੇ ਆਉਂਦੇ ਨੇ, ਪਰ ਇੱਕ ਭਰੋਸਾ, ਇੱਕ ਵਿਸ਼ਵਾਸ ਬੜੀ ਹੌਲੀ ਹੌਲੀ ਬਣਦਾ ਹੈ। ਬਣਦਾ ਕਦੋਂ? ਜਦੋਂ ਸਾਨੂੰ ਐਕਸਪੀਰੀਅੰਸ ਹੁੰਦੇ ਨੇ ਜ਼ਿੰਦਗੀ ਦੇ, ਵੈਸੇ ਨਹੀਂ ਬਣਦਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਮਤਲਬ ਸਾਨੂੰ ਇਹ ਮਿਸਾਲਾਂ ਸਮਝਣ ਦੇ ਨਾਲ ਪਤਾ ਲੱਗਦਾ, ਔਰ ਉਹਦੇ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਅਸੀਂ ਮਤਲਬ ਗੁਰਬਾਣੀ ਤੇ ਵਿਸ਼ਵਾਸ ਕਰਕੇ ਉਹਦੇ ਰਸਤੇ ਤੇ ਚੱਲਣਾ, ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸੁਖਾਲਾ ਬਣ ਸਕੇ। ਸੋ ਜਦੋਂ ਉਹ ਕਹਿੰਦੇ, ਜਿਸ ਤਰ੍ਹਾਂ ਮੈਂ ਅਕਸਰ ਹੀ ਕਹਿੰਦੀ ਹਾਂ ਕਿ ਫਰੋਮ ਦਾ ਸਰਕਮਸਟੈਂਸਸ ਟੂ ਹੈਪਨ ਦਾ ਥਿੰਗਸ, ਬਟ ਇਹ ਜ਼ਰੂਰ ਹੈ ਕਿ ਉਹਦੇ ਵਿੱਚ ਪਹਿਲਾਂ ਸਾਨੂੰ ਮਿਹਨਤ ਆਪਣੀ ਪੂਰੀ ਕਰਨੀ ਪੈਂਦੀ ਹੈ। ਸੋ ਹੁਣ ਇਹ ਲੜਾਈ ਜਿਹੜੀ, ਇਹ ਅਗਲੀ ਇਹ ਸਟੇਜ ਜਿਹੜੀ ਲਿਵਿੰਗ, ਜਿਸ ਲਿਵਿੰਗ ਗੁਰਬਾਣੀ, ਬੀਇੰਗ ਗੁਰਬਾਣੀ, ਗੁਰਬਾਣੀ ਜੀਣਾ ਕਹਿੰਦੇ ਨੇ, ਗੁਰਬਾਣੀ ਜੀਣਾ, ਗੁਰਬਾਣੀ ਖਾਣਾ, ਗੁਰਬਾਣੀ ਪੀਣਾ, ਮਤਲਬ ਲਿਵਿੰਗ ਗੁਰਬਾਣੀ। ਕਿ ਹੁਣ ਸਾਡੀ ਸਾਰੀ ਜਿਹੜੀ ਕੋਸ਼ਿਸ਼ ਹੈ ਉਹ ਵੇ ਕਿ ਜਿਹੜੀਆਂ ਬ੍ਰਿਤੀਆਂ ਸਾਡੇ ਵਿੱਚ, ਜਿਹੜੀਆਂ ਕਿ ਅਸੀਂ ਪਹਿਲਾਂ ਕਰ ਚੁੱਕੀਆਂ, ਟੈਂਡੈਂਸੀ ਐਂਡ ਕੀ ਹੈਗਾ, ਮਤਲਬ ਜਿਹੜੀਆਂ ਹੈਗੀਆਂ ਸਾਡੀਆਂ ਆਦਤਾਂ ਹੈਗੀਆਂ ਨੇ, ਹੈਬਿਟ ਸਾਰੀਆਂ, ਉਹਨਾਂ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਿਆ ਜਾਵੇ, ਔਰ ਉਹਨਾਂ ਵਿੱਚੋਂ ਨਿਕਲਣਾ ਹੀ ਜਿਹੜਾ ਉਹ ਮੁਕਤੀ, ਔਰ ਉਹਨਾਂ ਵਿੱਚੋਂ ਨਿਕਲਣਾ ਹੀ ਜਿਹੜਾ ਉਹ ਜੀਵਨ ਦਾ ਪਰਪਸ ਹੈ। ਸੋ ਦਿਸ ਇਜ਼ ਲਿਵਿੰਗ ਗੁਰਬਾਣੀ। ਹੁਣ
ਇੱਥੋਂ ਤੱਕ ਅਸੀਂ ਪਹੁੰਚ ਗਏ ਹਾਂ। ਹੁਣ ਇਹ ਸਟੇਜ ਜਿਹੜੀ ਹੈ, ਅਕਸਰ ਅਸੀਂ ਲੋਕੀ ਇਸ ਸਟੇਜ ਵਿੱਚ ਹੀ ਬਹੁਤਾ ਹੁੰਦੇ ਆ ਕਿ ਸਾਡੇ ਵਿੱਚ ਅਜੇ ਸਟਰਗਲ ਚੱਲ ਰਹੀ ਹੈ, ਕਸ਼ਮਕਸ਼ ਚੱਲ ਰਹੀ ਹੈ। ਇਹ ਬਿਲਕੁਲ ਠੀਕ ਹੈ, ਔਰ ਕਸ਼ਮਕਸ਼ ਵਿੱਚ ਚੱਲਣਾ ਹੀ ਹੈ, ਸਟਰਗਲ ਵਿੱਚ ਚੱਲਣਾ ਹੀ ਹੈ। ਇਨ ਦਾ ਲੌਂਗ ਰਨ ਜਿੱਤ ਜੇ ਜ਼ਰੂਰ ਹੋ। ਲੇਕਿਨ ਪਰਪਸ ਕੀ ਹੈ ਇਹਦੇ ਵਿੱਚ, ਮੇਨ ਕੀ ਆਂਦਾ ਹੈ ਕਿ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਪਾਠ ਤੋਂ ਅੱਗੇ ਮੀਨਿੰਗ ਸਮਝ ਕੇ, ਮੀਨਿੰਗ ਨੂੰ ਫਿਰ ਜੀਵਨ ਵਿੱਚ ਲਗਾ ਕੇ ਉਹ ਬਣ ਨਹੀਂ ਜਾਂਦੇ, ਉਹਨਾਂ ਚਿਰ ਅਸੀਂ ਮੁਕਤੀ ਦੇ ਰਸਤੇ ਤੇ ਨਹੀਂ ਪਹੁੰਚਦੇ। ਸੋ ਇਹਨਾਂ ਸਟੇਜਿਸ ਦੇ ਵਿੱਚੋਂ ਫਿਰ ਅੱਗੇ ਕੀ ਸਟੇਜ ਆਂਦੀ ਹੈ, ਜਦੋਂ ਅਸੀਂ ਇਹਨਾਂ ਸ਼ਕਤੀਆਂ ਦੇ ਨਾਲ ਲੜ ਕੇ ਰਾਖੀ ਸ਼ਕਤੀਆਂ ਨੂੰ ਫਤਿਹ ਪਾ ਲੈਂਦੇ ਹਾਂ, ਤੇ ਫਿਰ ਅਵਸਥਾ ਕੀ ਬਣਦੀ ਹੈਗੀ ਇਨਸਾਨ ਦੇ, ਤੈਸਾ ਹਰਖ ਤੈਸਾ ਉਸੋ ਸਦਾ ਆਨੰਦ, ਸਦਾ ਆਨੰਦ ਕਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਏ जुक्त। आगे की साई के ये नानक को कहिए, जो वर्ताए साई जुगत, नानक को कहिए पुरख, नानक को पुरख कहिए जीवन मुक्त, जीवन मुक्त। यस, ठीक है, नानक को पुरख कहिए जीवन मुक्त। यस। सो इत्थों तक हुण असीं ये समझ बहुत ही जरूरी है, क्योंकि जे असीं गुरबाणी पढ़ रहे हैं तो समझ बड़ी जरूरी है कि की जरूरी है कि अर्थ समझ के ਉਹਨਾਂ ਨੂੰ ਅਪਲਾਈ ਕਰਨਾ ਜੀਵਨ ਵਿੱਚ, ਅਪਲਾਈ ਕਰਕੇ ਫਿਰ ਅਸੀਂ ਇੱਕਦਮ ਉਸ ਸਟੇਜ ਤੇ ਨਹੀਂ ਪਹੁੰਚ ਸਕਦੇ ਕਿ ਅਸੀਂ ਕਹੀਏ ਕਿ ਤੈਸਾ ਹਰਖ ਤੈਸਾ ਉਸੋ। ਮਤਲਬ ਅਸੀਂ ਇਹਨੂੰ ਪੜ੍ਹਦੇ ਨਾ ਜਾਈਏ, ਅਸੀਂ ਇਹਨੂੰ ਫਿਰ ਆਪਣੇ ਜੀਵਨ ਦੇ ਵਿੱਚ ਰੋਜ਼ ਵੇਖਣ ਦੀ ਕੋਸ਼ਿਸ਼ ਕਰੀਏ ਕਿ ਕਿੱਥੇ ਅਸੀਂ ਪਹੁੰਚੇ, ਕਿ ਹਰਖ ਸੋਗ ਦੇ ਵਕਤ ਤੇ ਸਾਡੀ ਕੀ ਅਵਸਥਾ ਹੁੰਦੀ ਹੈ। ਹਰਖ ਦੇ ਵਕਤ ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ, ਅਸੀਂ ਆਪਣਾ ਆਪ ਭੁੱਲ ਜਾਂਦੇ ਹਾਂ। ਸੋਗ ਦੇ ਵਕਤ ਅਸੀਂ ਬਿਲਕੁਲ ਆਪਣਾ ਜਿਹੜਾ ਹੈ ਉਹ ਆਪਣੇ ਆਪ ਨਿਰਾਸ਼ ਹੋ ਜਾਂਦੇ ਹਾਂ, ਡਿਪਰੈਸ ਹੋ ਜਾਂਦੇ ਹਾਂ। ਮਤਲਬ ਕਿ ਉਸ ਵੇਲੇ ਅਸੀਂ ਵਿਸ਼ਵਾਸ ਛੱਡ ਦਿੰਦੇ ਹਾਂ, ਕਿਉਂਕਿ ਇਹ ਸਾਰਾ ਉਹਨਾਂ ਐਕਸਪਲੇਨੇਸ਼ਨ ਜਿਹੜੀ ਦਿੱਤੀ ਹੈ ਉਹ ਇਸ ਕਰਕੇ ਦਿੱਤੀ ਹੈ ਕਿ ਇਹ ਸਾਰਾ ਕੁਝ ਜੀਵਨ ਦਾ ਹਿੱਸਾ ਹੈ। ਹਰਕ ਸੋਗ ਮਾਨ ਅਪਮਾਨ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪਰਮਾਤਮਾ ਨੇ ਬਣਾਇਆ ਹੋਇਆ, ਐਂਡ ਵੀ ਹੈਵ ਟੂ ਗੋ ਥਰੂ ਇਟ। ਪਰ ਕੀ ਕਿ ਅਸੀਂ ਉਸ ਵੇਲੇ ਆਪਣੀ ਅਵਸਥਾ ਕੀ ਰੱਖਣੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਉਸ ਦਿਨ ਉਹ ਮਿਸਾਲ ਦਿੱਤੀ ਸੀ, ਉਹਨਾਂ ਦੀ ਸੰਤ ਜਿਹੜੇ ਸੀ ਆਪਣਾ ਆਸਟ੍ਰੇਲੀਆ ਵਿੱਚ ਸੰਤ ਆਪਣਾ ਜਗਤ ਸਿੰਘ ਸੀ, ਤੇ ਉਹ ਜਿਸ ਤਰ੍ਹਾਂ ਮਾਨ ਅਪਮਾਨ ਤੋਂ ਉੱਪਰ ਉੱਠਣਾ। ਇਹ ਮਿਸਾਲਾਂ ਜਿਹੜੀਆਂ ਨੇ ਸਾਨੂੰ ਥੋੜਾ ਰਸਤਾ ਦਿਖਾਉਂਦੀਆਂ ਨੇ ਕਿ ਮਾਨ ਅਪਮਾਨ ਤੋਂ ਕਿਸ ਤਰ੍ਹਾਂ ਉੱਤੇ ਉੱਠਣਾ ਹੈਗਾ। ਔਰ ਇਹ ਕੋਈ ਇੱਕ ਦਿਨ ਦਾ ਸਫ਼ਰ ਨਹੀਂ ਹੈਗਾ, ਇਹ ਬੜਾ ਕੰਟੀਨਿਊਸ ਸਫ਼ਰ ਹੈਗਾ। ਇਹਦੇ ਵਿੱਚ ਇੱਕ ਅਵੇਅਰਨੈਸ ਜਿਹੜਾ ਕੌਨਸਟੈਂਟ ਅਵੇਅਰਨੈਸ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਬਟ ਸਭ ਤੋਂ ਜ਼ਿਆਦਾ ਜਿਹੜਾ ਅਸਰਸ਼ਨ ਹੈ ਉਹ ਇਹ ਵੇ ਗੁਰਬਾਣੀ ਦੀਆਂ ਡੀਪਰ ਤਹਿਆਂ ਦੇ ਵਿੱਚ ਜਾਣਾ, ਉਹਦੇ ਡੀਪਰ ਮੀਨਿੰਗ ਵਿੱਚ ਜਾਣਾ। ਔਰ ਉਹ ਤਾਂ ਹੀ ਹੁੰਦਾ ਹੈ ਜੇਕਰ ਅਸੀਂ ਆਪਣਾ ਇੱਕ ਮਾਈਂਡ ਬਣਾ ਲਈਏ ਕਿ ਯਸ ਮੈਂ ਸਿਰਫ ਗੁਰਬਾਣੀ ਪੜ੍ਹਨੀ ਨਹੀਂ, ਮੈਂ ਸਿਰਫ ਪਾਠ ਕਰਨਾ। ਕਿ ਸਾਡੇ ਕਹਿੰਦੇ ਹੁੰਦੇ ਸੀ, ਸਾਡੇ ਕੋਈ ਰਿਸ਼ਤੇਦਾਰ ਜੋ ਕਹਿੰਦੇ ਸੀ ਮੈਂ ਪੱਗ ਬੰਨਣ ਲੱਗਣਾ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ, ਜਦੋਂ ਤੱਕ ਮੈਂ ਪੱਗ ਬੰਨ ਲੈਣਾ ਤੇ ਜਪਜੀ ਸਾਹਿਬ ਦਾ ਪਾਠ ਖਤਮ ਹੋ ਜਾਣਾ ਮੈਨੂੰ ਉਦੋਂ ਪਤਾ ਲੱਗ। ਸੋ ਮਤਲਬ ਹੈ ਕਿ ਅਸੀਂ ਹੌਲੀ ਹੌਲੀ ਉਹਨਾਂ ਸਟੇਜਿਸ ਤੋਂ ਨਿਕਲ ਕੇ ਉਸ ਸਟੇਜ ਤੇ ਪਹੁੰਚਣਾ ਜਦੋਂ ਕਿ ਇੱਕ ਸ਼ਬਦ ਵੀ ਬਿਨਾਂ ਸਮਝਣ ਤੋਂ ਅੱਗੇ ਨਾ ਨਿਕਲ ਸਕੇ। ਭਾਵੇਂ ਅਸੀਂ ਇੱਕ ਪੌੜੀ ਦਾ ਪਾਠ ਕਰੀਏ, ਪਰ ਇੱਕ ਸ਼ਬਦ ਜਿਹੜਾ ਉਹ ਮੇਰੇ ਤੇ ਇੰਨਾ ਅਸਰ ਕਰੇ ਕਿ ਉਹ ਸੱਚਮੁੱਚ ਹੀ ਮੇਰੇ ਜੀਵਨ ਨੂੰ ਬਦਲ ਦੇ। ਸੋ ਇੱਥੋਂ ਤੱਕ ਅਸੀਂ ਮਤਲਬ ਜਿਹੜਾ ਹੈ ਉਹ ਵੇਖਿਆ ਕਿ ਇਹ ਸਟੇਜਿਸ ਨੇ, ਔਰ ਇਹ ਸਟੇਜਿਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਚੱਲਣਾ ਹੈ। ਅੱਗੋਂ ਅਸੀਂ ਦੇਖਦੇ ਹਾਂ ਕਿ ਇਹਦੀ ਪ੍ਰੈਕਟਿਸ ਕਿਸ ਤਰ੍ਹਾਂ ਕਰਨੀ। ਸੋ ਇਹਦੀ ਪ੍ਰੈਕਟਿਸ ਜਿਹੜੀ ਹੈ ਉਹ ਸਾਰੀ ਪਹਿਲਾਂ ਤੇ ਅਸੀਂ ਕੁਦਰਤ ਨੂੰ ਸਮਝਣਾ ਜਿਹੜਾ ਹੈ ਉਹ ਜ਼ਰੂਰੀ ਹੈ। ਕੁਦਰਤ ਨੂੰ ਸਮਝ ਕੇ ਕੁਦਰਤ ਨਾਲ ਇੱਕਮਿਕ ਹੋਣਾ ਬੜਾ ਜ਼ਰੂਰੀ ਹੈ।
मैं देखा इत्थे जिथे असीं रहने हाँ इत्थे व्यू बड़ा अच्छा, सामने समुंदर भी दिसदा है, बे भी दिसदी है, पहाड़ भी दिसदे ने, दरखत भी, जंगल भी बड़ा, दरखत भी दिसदे ने। तो जदों शाम नूं सूरज डुੱਬਣ वाला हुंदा है ते उस वेले देखिए ते नज़ारा इस तरह दा हुंदा है कि जिवें कहंदे ना, बलिहारी कुदरत वसिया तेरा अंत ना जाई लख्या। तो कुदरत दे विच इन्नी सुंदरता है और इन्ना फुल ऑफ मीनिंग है कि असी कुदरत नूं समझण दी कोशिश करिए, क्योंकि कुदरत विच वस रहा है। असी कहने ना, जो ब्रह्मंडे सोई पिंडे, हुण ब्रह्मांड कुदरती है। सो हुण जे असी अपने आप नूं ही समझना है ते सानू ब्रह्मांड नूं समझना बहुत जरूरी, कुदरत नूं समझना बहुत जरूरी। हुण जिन्हां ने कुदरत नूं समझ के सानू ओहदे स्वरूप दी समझ आंदी है कि ये रचना ਉਹ ਸੰਭਾਲ ਕਿਵੇਂ ਰਿਹਾ ਹੈ। और ਜਦੋਂ ਅਸੀਂ ਕੁਦਰਤ ਨੂੰ ਦੇਖਨੇ ਆ ਤੇ ਅਸੀਂ ਹੈਰਾਨ ਹੋ ਜਾਂਦੇ ਹੈਗੇ ਆ, ਅਸੀਂ ਵੀ ਸਮਾਜ ਵਿੱਚ ਚਲੇ ਜਾਂਦੇ ਹੈਗੇ ਆ ਕਿ ਇਹ ਸਾਰਾ ਕੁਝ ਹੋ ਕਿਵੇਂ ਰਿਹਾ। ਇਹ ਬੜਾ ਜ਼ਰੂਰੀ ਹੈ ਜਾਣਨਾ ਕਿ ਸਾਰਾ ਕੁਝ ਇੰਨੀ ਪਰਫੈਕਸ਼ਨ ਨਾਲ ਹੋ ਰਿਹਾ ਹੈ, ਕਿਧਰੇ ਕੋਈ ਚੀਜ਼ ਕਿਸੇ ਨਾਲ ਜੋ ਹੈ ਉਹ ਕਲੈਸ਼ ਨਹੀਂ ਕਰ ਰਹੀ। ਸੋ ਜਿਨ੍ਹਾਂ ਨੇ ਮਤਲਬ ਇਹ ਕੁਦਰਤ ਨੂੰ ਸਮਝਿਆ ਹੈ, ਉਹਨਾਂ ਦੇ ਭਾਈ ਵੀਰ ਸਿੰਘ ਹੋਰਾਂ ਨੇ ਇਹਦੇ ਤੇ ਬੜਾ, लेकिन वो तो संत कवि हैगे ने, उन्होंने कुदरत नूं वेख के अंदर की इमोशन जागृत हुंदी है। लिखते ने थां ते कश्मीर गए ते लिखते ने, वैरी नाग, चश्मे नूं देखते ने, वैरी नाग तेरा पहला झलका जद अखियां विच वजदा, कुदरत दे कादर दा जलवा लै लैंदा इक सिजदा, रंग बलौरी चमक सुनहरी डलक मोतियां वाली, रूह विच आ जज़ब होए जी वेख वेख। हुण ए तुक जिहड़ी हैगी है, रूह विच आ जज़ब होए जी वेख वेख नहीं रहिंदा। हुण ए जिहड़ी नज़र है एक कवि दी है, पर कुछ ना कुछ ते असीं महसूस कर सकने हां, बहुत कुछ महसूस कर सकने हां। कुदरत नूं जदों असीं वेखीए ते ओहदी परफेक्शन नूं वेखीए कि किस तरह काम कर रही है, किस तरह धरती जिहड़ी है अपने ਉਹਦੇ ਦੁਆਲੇ ਘੁੰਮ ਰਹੀ ਹੈ, ਆਪਣੇ ਧੁਰੇ ਦੇ ਦੁਆਲੇ ਘੁੰਮ ਰਹੀ ਹੈ। ਔਰ ਜੇ ਧਰਤੀ ਆਪਣੇ ਧੁਰੇ ਤੋਂ ਜਰਾ ਵੀ ਇੱਧਰ ਉੱਧਰ ਹੋ ਜਾਏ ਨਾ ਤੇ ਇੰਨੀ ਠੰਡ ਹੈ ਕਿ ਸਾਰੀ ਸੰਸਾਰ ਜਿਹੜਾ ਇੱਕਦਮ ਖਤਮ ਹੋ ਜਾਏ। ਸੋ ਕਿਸ ਤਰ੍ਹਾਂ ਸਿਸਟਮ ਬਣਿਆ ਹੈ, ਕਿਸ ਤਰ੍ਹਾਂ ਚੰਨ ਜਿਹੜਾ ਧਰਤੀ ਦੇ ਦੁਆਲੇ ਲਗਾਤਾਰ ਘੁੰਮ ਰਿਹਾ ਹੈ, ਕਿਸ ਤਰ੍ਹਾਂ ਪਾਣੀ ਨੂੰ ਚੰਨ ਜਿਹੜਾ ਖਿੱਚ ਰਿਹਾ ਹੈ, ਕਿਸ ਤਰ੍ਹਾਂ ਮਤਲਬ ਪੂਰਨਮਾਸ਼ੀ ਵਾਲੇ ਦਿਨ किस तरह स्टार दा असर जिहड़ा है, प्लैनेट दा असर बंदे दे लाइफ ते पैंदा, उहदे जीवन ते पैंदा हैगा। जिहड़ियां सारे टेवे वगैरह बनदे ने ये अकॉर्डिंग टू प्लैनेट ते ठीक ने, बट वो ठीक टाइम जिहड़ा वो नहीं किसी नूं पता हुंदा। ये पता हो ही नहीं सकता, वैसे क्यों नहीं हो सकता कि जदों आत्मा जिहड़ी हैगी है ਉਹ ਮਾਂ ਦੇ ਪੇਟ ਵਿੱਚ ਬੱਚੇ ਦੇ ਸਰੀਰ ਵਿੱਚ ਆਈ, ਮਾਂ ਨੂੰ ਉਸ ਵਕਤ ਦਾ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ, nobody knows, and that is the exact time of birth। ਹੁਣ ਜੇ exact time of birth ਹੈ ਤੇ ਪਲੈਨਟਸ ਦਾ ਉਸ ਵੇਲੇ ਦਾ ਅਸਰ ਹੈ। ਹੁਣ nobody knows। ਜਿਹੜੇ ਟੇਵੇ ਸਾਰੇ ਬਣਾਏ ਜਾਂਦੇ ਨੇ ਉਹ ਅੰਦਾਜ਼ੇ ਨਾਲ ਬਣਾਏ ਜਾਂਦੇ ਨੇ, ਇਸ ਕਰਕੇ ਉਹ ਟੇਵੇ ਜਿਹੜੇ ਨੇ ਬਹੁਤ ਸਾਰੇ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ। ਸੋ ਕੁਦਰਤ ਦੇ ਵਿੱਚ ਪਰਮਾਤਮਾ, ਹੁਣ ਤੁਸੀਂ ਇਹ ਦੇਖੋ गुरु नानक देव जी ने जिहड़ी आरती लिखी है, इस तो सुंदर कुदरत दी होर की हो सकदी है कि तुसी बाहर निकलो, रात नूं तुसी बाहर निकलो ते फील करो कि जो गुरु नानक देव जी ने लिखिया गगन में थाल। हुण तुसी उस ब्रह्मांड नूं सारे नूं एक गगन समझ लो, रव चंद दीपक ये दोनों दीवे ने, तारका मंडल जनक मोती। ਹੁਣ ਇਹ ਸਾਰੇ ਜਿਹੜੇ ਨੇ ਆਪਣਾ ਸਾਰੇ ਸਟਾਰ ਵਗੈਰਾ ਸਾਰੇ ਇਹ ਜਨਕ ਮੋਤੀ ਧੂਪ ਇਹ ਬਨਸਪਤੀ ਸਕਲ ਬਨ ਰਾਏ ਫੁਲੰਤ ਜੋਤੀ। ਸੋ ਇਹ ਸਾਰੀ ਜਿਹੜੀ ਕੁਦਰਤ ਹੈ, ਜਿਹੜੀ ਆਪਣਾ ਗ੍ਰੀਨਰੀ ਹੈ, ਇਹ ਸਾਰੇ ਜਿਹੜੇ ਫੁੱਲ ਪੱਤੇ ਜਿਹੜੇ ਨੇ ਥਾਲੀ ਵਿੱਚ, ਜਿਹੜਾ ਗਗਨ ਥਾਲ ਹੈ ਉਹਦੇ ਵਿੱਚ ਪਏ ਹੋਏ ਨੇ, ਔਰ ਜਿਹੜੀ ਹਵਾ ਜਿਹੜੀ ਚੱਲ ਰਹੀ ਆ ਰਹੀ ਹੈ ਉਹ ਤੇਰੀ ਚੌਰ ਹੋ ਰਹੀ। ਮਤਲਬ ਇਹਨੂੰ ਤੁਸੀਂ ਦੇਖ ਕੇ ਇੱਕ ਕਿੰਨੀ ਉੱਚੀ ਉਡਾਰੀ ਹੈ
ਪਰ ਅਸੀਂ ਕਿਉਂ ਨਾ ਪਰਮਾਤਮਾ ਨੂੰ ਕੁਦਰਤ ਦੇ ਵਿੱਚੋਂ ਦੇਖੀਏ, ਕੁਦਰਤ ਵਿੱਚੋਂ ਦੇਖੀਏ ਤੇ ਕੁਦਰਤ ਨੂੰ ਸਮਝੀਏ, ਤੇ ਸਾਨੂੰ ਫਿਰ ਅਸਲੀ ਸਰੂਪ ਦੀ ਸਾਨੂੰ ਸਮਝ ਆ ਜਾਏ ਪਰਮਾਤਮਾ ਦਾ। ਕਿਉਂਕਿ ਸਰੂਪ ਨੂੰ ਸਮਝਣਾ ਬੜਾ ਮੁਸ਼ਕਿਲ, ਅਸੀਂ ਸਰੂਪ ਨੂੰ ਸਮਝ ਨਹੀਂ ਸਕਦੇ। ਔਰ ਸਰੂਪ ਨੂੰ ਅਸੀਂ ਓਨਾ ਹੀ ਸਮਝਦੇ ਹਾਂ ਜਿੰਨੀ ਅਸੀਂ ਗਹਿਰਾਈ ਵਿੱਚ ਜਾਂਦੇ ਹਾਂ। ਔਰ ਗਹਿਰਾਈ ਵਿੱਚ ਜਾਣ ਤੋਂ ਬਾਅਦ ਫਿਰ ਜਿਉਂ ਅਸੀਂ ਅਰਥ ਸਮਝਦੇ ਹਾਂ ਗਹਿਰਾਈ ਦੇ ਵਿੱਚ, ਔਰ ਜਦੋਂ ਅਸੀਂ ਮਤਲਬ ਇਹ ਧਿਆਨ ਦੇ ਵਿੱਚ ਉਹਦੇ ਨਾਲ ਇੱਕਮਿਕ ਹੁੰਦੇ ਹਾਂ, ਉਸ ਵੇਲੇ ਸਾਨੂੰ ਮਤਲਬ ਆਪਣੀ ਅਵਸਥਾ ਦੇ ਨਾਲ ਸਰੂਪ ਦੇ ਦਰਸ਼ਨ ਹੁੰਦੇ। ਅਦਰਵਾਈਜ਼ ਇਸ ਤਰ੍ਹਾਂ ਦਾ ਕੋਈ ਤਰੀਕਾ ਨਹੀਂ, ਕਿਉਂਕਿ ਜਦੋਂ ਉਹਦਾ ਸਰੀਰ ਨਹੀਂ, ਵਜੂਦ ਨਹੀਂ, ਉਹ ਸੂਖਮ ਹੈ, ਤੁਸੀਂ ਉਹਨੂੰ ਉਹਦੇ ਦਰਸ਼ਨ ਕਿਵੇਂ ਕਰ ਸਕਦੇ? ਉਹਦੇ ਦਰਸ਼ਨ ਜਿਹੜੇ ਬੜੇ ਗਹਿਰੇ ਨੇ, ਕਿ ਜਦੋਂ ਅਸੀਂ ਧਿਆਨ ਵਿੱਚ ਬੜੇ ਗਹਿਰੇ ਹੋ ਕੇ ਉਹਦੇ ਨਾਲ ਇੱਕਮਿਕ ਹੁੰਦੇ ਹਾਂ, ਅਸਲ ਦਰਸ਼ਨ ਹੁੰਦੇ। ਸੋ ਕੁਦਰਤ ਨੂੰ ਸਮਝਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡਾ ਜਿਹੜਾ ਹੈਗਾ ਉਪਕਾਰ ਵੀ, ਔਰ ਬਹੁਤ ਉੱਚਾ ਇੰਟੈਲੀਜੈਂਸ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਦਾ ਉਚਾਰਨ। ਇਸ ਤੋਂ ਅੱਛੀ ਐਕਸਪਲੇਨੇਸ਼ਨ ਜਿਹੜੀ ਹੈ ਉਹ ਪਰਮਾਤਮਾ ਦੀ ਨਹੀਂ ਹੋ ਸਕਦੀ ਜਿਹੜੀ ਉਹਨਾਂ ਨੇ ਦਿੱਤੀ ਹੈ। ਜੇਕਰ ਸਾਨੂੰ ਇਹ ਐਕਸਪਲੇਨੇਸ਼ਨ ਨਹੀਂ ਮਿਲਦੀ ਤੇ ਅਸੀਂ ਪਰਮਾਤਮਾ ਨੂੰ ਕਦੇ ਸਮਝ ਨਹੀਂ ਸਕਦੇ। ਲੇਕਿਨ ਇਹ ਭੇਦ ਜਿਹੜੇ ਨੇ ਪਰਮਾਤਮਾ ਉਹਨਾਂ ਬਹੁਤ ਉੱਚੀਆਂ ਆਤਮਾਵਾਂ ਨੂੰ ਦਿੰਦਾ ਹੈ, ਜਿਹੜੇ ਕਿ ਇਹਨੂੰ ਲੈਣ ਦੇ ਕਾਬਿਲ ਹੁੰਦੇ ਨੇ। ਗੁਰੂ ਨਾਨਕ ਦੇਵ ਜੀ ਜਦੋਂ ਬੈਣੀ ਨਦੀ ਵਿੱਚ ਗਏ, ਤੇ ਮੈਂ ਉੱਥੇ ਗੁਰਦੁਆਰੇ ਦੇਖਿਆ ਸੀਗਾ ਸੁਲਤਾਨਪੁਰ ਲੋਧੀ, ਜਿੱਥੇ ਨਦੀ ਸੀ, ਜਿੱਥੋਂ ਦੇ ਉੱਥੇ ਗੁਰਦੁਆਰਾ ਬਣਿਆ। ਜਿੱਥੋਂ ਨਦੀ ਵਿੱਚੋਂ ਗਏ ਤੇ ਫਿਰ ਨਦੀ ਤੋਂ ਪਾਰ ਕਰਕੇ 3 ਦਿਨ ਸਮਾਧੀ ਵਿੱਚ ਬੈਠੇ ਰਹੇ। ਹਾਲਾਂ ਬਹੁਤ ਪਹੁੰਚੇ ਹੋਏ ਸੀ, ਫਿਰ ਵੀ ਉਹਨਾਂ ਨੂੰ ਸਮਾਧੀ ਦੇ ਵਿੱਚ ਜਿਹੜਾ ਹੈ ਇਹ ਮੈਸੇਜ ਆਇਆ। ਔਰ ਉੱਥੇ ਕਹਿੰਦੇ ਨੇ ਪਰਮਾਤਮਾ ਨੇ ਕਿਹਾ ਕਿ ਜੋ ਮੈਂ ਤੈਨੂੰ ਸਮਝਾਉਣ ਲੱਗਾ ਤੂੰ ਉਹਨੂੰ ਸਮਝਣ ਦੇ ਕਾਬਿਲ ਹੈ? ਤੇ ਉਹਨਾਂ ਨੇ ਕਿਹਾ ਹਾਂ। ਤੇ ਫਿਰ ਉਹਨਾਂ ਨੇ ਕਿਹਾ ਕਿ ਠੀਕ ਹੈ, ਮੈਂ ਸਮਝਾਣਾ ਵਾ ਕਿ ਮੇਰਾ ਰੂਪ ਕੀ ਹੈ, ਮੇਰਾ ਸਰੂਪ ਕੀ ਹੈ। ਐਕਚੁਅਲੀ ਅਸੀਂ ਵੀ ਜੇ ਸਰੂਪ ਨੂੰ ਨਾ ਸਮਝੀਏ ਤੇ ਸਾਨੂੰ ਫਿਰ ਪਰਮਾਤਮਾ ਨੂੰ ਅਸੀਂ ਸਮਝ ਹੀ ਨਹੀਂ ਸਕਦੇ। ਸੋ ਦੈਨ ਕਹਿੰਦੇ ਨੇ ਕਿ ਸੋ ਇਹ ਰੈਵੀਲੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਸਾਨੂੰ ਮਤਲਬ ਸਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਨਹੀਂ ਪਤਾ, ਮੈਨੂੰ ਤੇ ਆਪ ਨੂੰ ਨਹੀਂ ਸੀ ਪਤਾ। ਤੋ ਰੈਵੀਲੇਸ਼ਨ ਹੁੰਦੀ ਕਿਸ ਤਰ੍ਹਾਂ ਹੈ? ਅਸੀਂ ਕਈ ਵਾਰੀ ਇਹ ਸਮਝਦੇ ਹਾਂ ਕਿ ਪਰਮਾਤਮਾ ਬੋਲਦਾ ਹੈ ਔਰ ਜਿਹੜਾ ਅਵਤਾਰ ਹੈ ਉਹ ਸੁਣਦਾ ਹੈ। ਤੋ ਇਨ ਰਿਐਲਿਟੀ ਇਹ ਲੈਂਗੁਏਜ ਦੇ ਵਿੱਚ ਪਰਮਾਤਮਾ ਨਹੀਂ ਬੋਲਦਾ। ਇਹ ਜਿਹੜਾ ਹੈ ਉਹ એનર્ਜੀ ਜਿਹੜੀ ਹੈ ਮੂਵ ਹੁੰਦੀ ਹੈ ਜਦੋਂ, ਜਿਹਨੂੰ ਕਿ ਉਹਨਾਂ ਕਿਹਾ ਹੈ ਕਿ ਪਾਰਾ ਪਸੰਤੀ ਐਂਡ ਮਦਮਾ ਬੇਕਰੀ। ਸੋ ਇਹ ਪਾਰਾ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਕਿ એનર્ਜੀ ਰੂਪ ਦੇ ਵਿੱਚ ਉਹ ਭਾਵ ਪੈਦਾ ਹੁੰਦਾ ਹੈ। ਔਰ ਫਿਰ ਉਹ ਪਸੰਤੀ ਜਿਸ ਵੇਲੇ ਹੁੰਦੀ ਹੈ ਤੇ ਉਸ ਵੇਲੇ ਉਹ ਭਾਵ ਥੋੜਾ ਕਲੀਅਰ ਹੁੰਦਾ ਹੈ। ਤੇ ਥਰਡ ਜਿਹੜੀ ਹੈ ਮਦਮਾ ਤੇ ਜਿਸ ਵੇਲੇ ਪਹੁੰਚਦੀ ਹੈ ਤੇ ਉਹ ਜਿਹੜੀ એનર્ਜੀ ਉਹ ਲਫ਼ਜ਼ਾਂ ਵਿੱਚ ਆਉਂਦੀ। ਤੇ ਜਦੋਂ ਗੁਰੂ ਬੋਲਦਾ ਹੈ ਬੇਖਰੀ, ਉਹ ਸ਼ਬਦ ਰੂਪ ਵਿੱਚ ਬੋਲਦਾ ਔਰ ਸਾਡੇ ਤੱਕ ਉਹ ਬੇਖਰੀ ਰੂਪ ਵਿੱਚ ਆਉਂਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਾ ਜਿਹੜਾ ਲਿਖਿਆ ਹੋਇਆ ਹੈ ਉਹ ਗੁਰੂਆਂ ਨੇ ਬੋਲਿਆ ਹੈ ਤਾਂ ਲਿਖਿਆ ਗਿਆ। ਸੋ ਸਾਡੇ ਕੋਲ ਉਸ ਰੂਪ ਵਿੱਚ ਆਇਆ। ਪਰ ਇੱਕ ਗੱਲ ਹੈ, ਜਦੋਂ ਅਸੀਂ ਧਿਆਨ ਲਗਾਉਂਦੇ ਹਾਂ, ਜਦੋਂ ਮਤਲਬ ਅਸੀਂ ਬੜੀ ਗਹਿਰਾਈ ਨਾਲ ਸਮਝ ਕੇ ਗੁਰਬਾਣੀ ਨੂੰ ਉਸ ਧਿਆਨ ਵਿੱਚ ਚਲੇ ਜਾਂਦੇ ਹਾਂ, ਤੇ ਉਹ ਅਵਸਥਾਵਾਂ ਜਿਹੜੀਆਂ ਨੇ ਉਹ ਜਿਹੜੇ ਪਹੁੰਚੇ ਨੇ ਉਹਨਾਂ ਨੇ ਐਕਸਪੀਰੀਅੰਸ ਕੀਤਾ। ਸੋ ਹੁਣ ਇਹਦੇ ਵਿੱਚ ਉਹਨਾਂ ਨੇ ਬੜੀਆਂ ਉੱਚੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਐਕਸਪਲੇਨ ਨਹੀਂ ਕੀਤਾ, ਮਤਲਬ ਹੈ ਕਿ ਉਹਨਾਂ ਨੂੰ ਰਿਵੀਲ ਹੋਈਆਂ ਨੇ ਜਿਹਦੇ ਤੋਂ ਬਿਨਾਂ ਅਸੀਂ ਨਹੀਂ ਸਮਝ ਸਕਦੇ ਕੁਝ ਵੀ। ਹੁਣ ਉਹਨਾਂ ਨੇ ਕਿਹਾ ਕਿ ਅਕਾਲ ਮੂਰਤ। ਹੁਣ ਅਕਾਲ ਮੂਰਤ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਸਾਨੂੰ ਤੇ ਨਹੀਂ ਪਤਾ ਕਿ ਉਹਦਾ ਰੂਪ ਕੀ ਹੈ। ਅਕਾਲ ਮੂਰਤ ਮੀਨਸ ਕਿ ਜਿਹੜਾ ਕਾਲ ਮੀਨਸ ਦੋ ਚੀਜ਼ਾਂ ਨੇ, ਕਾਲ ਮੀਨਸ ਸਮਾਂ ਐਂਡ ਕਾਲ ਮੀਨਸ ਮੌਤ। ਅਕਾਲ ਮੀਨਸ ਕਿ ਜਿਹੜਾ ਕਿ ਹਰ ਸਮੇਂ ਹਰ ਥਾਂ ਤੇ ਹਰ ਵੇਲੇ ਪ੍ਰੈਜ਼ੈਂਟ ਹੈ, ਜਿਹਨੂੰ ਕਹਿੰਦੇ ਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਜਿਹੜਾ ਕਿ ਹਮੇਸ਼ਾ ਹੀ ਹੈ, ਹਮੇਸ਼ਾ ਹੀ ਰਹਿੰਦਾ ਹੈ, ਨਾ ਤੋਂ ਕੋਈ ਬਿਗਨ ਹੈ ਨਾ ਕੋਈ ਐਂਡ ਹੈ। ਸੋ ਜਿਹੜਾ ਹਮੇਸ਼ਾ ਹੀ ਰਹਿੰਦਾ ਉਹ ਅਕਾਲ ਹੈ।
ਸਿਰਫ ਉਹੀ ਅਕਾਲ ਹੈ, ਹੋਰ ਕੋਈ ਅਕਾਲ ਨਹੀਂ। ਬਾਕੀ ਸਾਰੇ ਜਿਹੜੀ ਸਾਰਾ ਕੁਝ ਉਹ ਅਕਾਲ ਦੇ ਰਹਿਤੇ, ਸਭ ਕੁਝ ਜਿਹੜਾ ਆਂਦਾ ਹੈ ਔਰ ਜਾਂਦਾ ਹੈ। ਸੋ ਉਹਨਾਂ ਨੇ ਅਕਾਲ ਕਹਿ ਕੇ ਦੱਸਿਆ ਕਿ ਬਈ ਉਹ ਟਾਈਮ ਤੋਂ ਸਪੇਸ ਤੋਂ ਬਿਨਾਂ ਵੀ ਹਰ ਥਾਂ ਤੇ ਹੈਗਾ ਵੇ ਔਰ ਉਹਨੂੰ ਕਾਲ ਨਹੀਂ ਆਂਦਾ। ਫਿਰ ਉਹਨਾਂ ਨੇ ਕਿਹਾ ਕਿ ਉਹ ਪੁਰਸ਼, ਹੁਣ ਇਹਦੇ ਵਿੱਚ ਗੁਰਬਾਣੀ ਸਾਰਾ ਕਲੀਅਰ ਕਰਦੇ ਨੇ ਕਿ ਸਾਰਾ ਸੰਸਾਰ ਜਿਹੜਾ ਉਹਦੀਆਂ ਪਤਨੀਆਂ ਨੇ ਸਿਰਫ ਇੱਕੋ ਹੀ ਕੰਟ ਹੈ, ਇੱਕੋ ਹੀ ਪਤੀ ਹੈ। ਹਾਲਾਂ ਤੁਹਾਨੂੰ ਪਤਾ ਹਿੰਦੂ ਫਿਲੋਸਫੀ ਦੇ ਵਿੱਚ ਤੇ ਉਹਨਾਂ ਨੇ ਮਾਂ ਨੂੰ ਵੱਖਰਾ ਮੰਨਿਆ ਹੈ ਔਰ ਪਰਮਾਤਮਾ ਨੂੰ ਵੱਖਰਾ ਮੰਨਿਆ ਕਿ ਜਗਰਾਤੇ ਵਗੈਰਾ ਸਾਰੇ ਜਿਹੜੇ ਨੇ ਉਹ ਮਾਂ ਦੇ ਹੁੰਦੇ ਨੇ ਔਰ ਉਹ 'ਚ ਮਾਵਾਂ। ਪਰ ਗੁਰਬਾਣੀ ਦੇ ਵਿੱਚ ਉਹਨਾਂ ਨੇ ਕਿ ਮਾਤ ਪਿਤਾ, ਉਹੀ ਮਾਂ ਹੈ ਉਹੀ ਪਿਓ। ਇਹਦੇ ਨਾਲ ਬੜੀ ਕਲੈਰਿਟੀ ਆਉਂਦੀ ਹੈ, ਸਾਡਾ ਕਨਫਿਊਜ਼ਨ ਬਿਲਕੁਲ ਨਹੀਂ ਹੁੰਦਾ। ਸਾਨੂੰ ਲੱਗਦਾ ਸਿਰਫ ਉਹੀ ਹੈ, ਉਹਦੇ ਤੋਂ ਬਿਨਾਂ ਕੁਝ ਹੈ ਹੀ ਨਹੀਂ ਹੋਰ। ਪਰ ਇੱਕ ਦੀ ਪੂਜਾ ਕਰਨੀ ਬੜੀ ਸੌਖੀ ਹੈਗੀ ਔਰ ਜੇ ਬਹੁਤ ਸਾਰੇ ਹੋਣ ਤੇ ਫਿਰ ਬਹੁਤ ਕਨਫਿਊਜ਼ਨ ਹੋ ਜਾਂਦਾ। ਸੋ ਇਹ ਇੱਕ ਉਹਨਾਂ ਦਾ ਬਹੁਤ ਵੱਡਾ ਅਹਿਸਾਨ ਸੀ ਕਿ ਉਹ ਨਾ ਮੇਲ ਹੈ ਨਾ ਫੀਮੇਲ ਹੈ, ਉਹ ਮਾਤਾ ਵੀ ਉਹ ਪਿਤਾ ਵੀ, ਉਹਦੇ ਦੋਨੋਂ ਗੁਣ ਹੈਗੇ ਨੇ ਔਰ ਉਹ ਪੁਰਸ਼ ਵੇ, ਬਾਕੀ ਸਾਰਾ ਸੰਸਾਰ ਉਹਦੀਆਂ ਇਸਤਰੀਆਂ ਨੇ। ਬੜਾ ਆਸਾਨ ਹੋ ਜਾਂਦਾ ਸਮਝਣਾ ਕਿ ਇੱਕ ਇਨਸਾਨ ਸਮਝਦਾ ਕਿ ਮੇਰਾ ਫਰਜ਼ ਕੀ ਹੈ, ਜਿਹੜਾ ਕਿ ਇਸਤਰੀ ਦਾ ਹੁੰਦਾ ਹੈ ਕਿ ਵੀ ਪਤੀ ਦੀ ਸੇਵਾ ਕਰਨੀ, ਪਤੀ ਦਾ ਹੁਕਮ ਮੰਨਣਾ। ਸੋ ਉਹ ਕਰਕੇ ਉਹਨਾਂ ਨੇ ਪੁਰਸ਼ ਦਾ ਮਤਲਬ ਸ਼ਬਦ ਵਰਤ ਕੇ ਬੜੀ ਕਲੈਰਿਟੀ ਦਿੱਤੀ। ਅੱਗੇ ਫਿਰ ਉਹਨਾਂ ਨੇ ਜਿਹੜਾ ਅਜੂਨੀ ਕਿਹਾ, ਹੁਣ ਅਜੂਨੀ ਨਾਲ ਸਾਨੂੰ ਇੱਕ ਬੜੀ ਕਲੈਰਿਟੀ ਹੁੰਦੀ ਹੈ ਕਿ ਇਹ ਜਿਹੜਾ ਜੂਨਾਂ ਦੇ ਵਿੱਚ ਆਂਦਾ ਹੈ ਉਹ ਤੇ ਆਂਦਾ ਤੇ ਚਲਾ ਜਾਂਦਾ। ਜੇ ਅਜੂਨੀ ਨਹੀਂ ਹੁੰਦਾ ਤਾਂ ਸਾਰੇ ਸੰਸਾਰ ਵਿੱਚ ਕਿਵੇਂ ਹੁੰਦਾ? ਹਰ ਥਾਂ ਤੇ, ਹਰ ਜਗ੍ਹਾ, ਹਰ ਵੇਲੇ ਜੇ ਉਹ ਫੈਲਿਆ ਹੋਇਆ, ਇਹ ਸੂਖਸ਼ਮ ਰੂਪ ਉਹਨੇ ਆਪਣਾ ਕਿਵੇਂ ਬਣਾਇਆ ਕਿ ਅਸੀਂ ਟੋਟਲੀ ਵੀ ਸਮਾਜ ਵਿੱਚ ਨਹੀਂ ਚਲੇ ਜਾਂਦੇ ਇਹ ਦੇਖ ਕੇ ਕਿ ਕਿਸ ਤਰ੍ਹਾਂ ਉਹਦਾ ਜਿਹੜਾ ਇਹ ਰੂਪ ਅਜੂਨੀ ਜਿਹੜਾ ਕਿਵੇਂ ਕੰਮ ਕਰ ਰਿਹਾ। ਇੰਨੀ ਸੂਖਮਤਾ ਜਿਹੜੀ ਹੈ ਉਹਦੇ ਵਿੱਚ ਅਸੀਂ ਫਿਰ ਆਪਣਾ ਮਨ ਨੂੰ ਲੈ ਜਾਂਦੇ ਹਾਂ, ਫਿਰ ਉਹ ਸੋਚਦੇ ਜਾਂਦੇ ਹਾਂ ਵੀ ਇਹ ਸਾਰਾ ਸੰਸਾਰ ਇੰਨੀ ਐਫੀਸ਼ੀਐਂਟਲੀ, ਇੰਨੀ ਕੰਪਲੀਸ਼ਨ ਨਾਲ ਚੱਲ ਰਿਹਾ ਹੈਗਾ ਵੇ, ਕਿਸ ਤਰ੍ਹਾਂ ਉਹ ਚਲਾ ਰਿਹਾ, ਇੰਨਾ ਇੰਟੈਲੀਜੈਂਸ। ਇਹ ਸਾਰਾ ਕੁਝ ਫਿਰ ਸਾਨੂੰ ਬਹੁਤ ਅੱਗੇ ਲੈ ਜਾਂਦਾ ਹੈ, ਬਹੁਤ ਵਿਸਮਾਦ ਵਿੱਚ ਲੈ ਜਾਂਦਾ। ਸੋ ਹੁਣ ਇਹ ਹੈ ਕਿ ਜੇ ਅਸੀਂ ਗੁਰਬਾਣੀ ਨੂੰ ਜਿੰਨਾ ਅਸੀਂ ਸਮਝਦੇ ਹਾਂ ਗਹਿਰਾਈ ਨਾਲ, ਉਨਾ ਹੀ ਸਾਨੂੰ ਪਰਮਾਤਮਾ ਦੀ ਸਮਝ ਆਉਂਦੀ। ਕਿਉਂਕਿ ਪਰਮਾਤਮਾ ਕੀ ਸੂਖਸ਼ਮ, ਪ੍ਰਭ ਜੀ ਸੂਖਸ਼ਮ ਅਗੰਮ ਹੈ, ਕਿਤਵਿਦ ਮਿਲਿਆ ਜਾਏ। ਜਿੰਨਾ ਚਿਰ ਸਾਡੀ ਬੁੱਧੀ ਵੀ ਕੁਝ ਸੂਖਸ਼ਮ ਨਹੀਂ ਹੋਏਗੀ ਤੇ ਅਸੀਂ ਨਹੀਂ ਸਮਝ ਸਕਾਂਗੇ। ਸੂਖਸ਼ਮ ਕਿਵੇਂ ਹੋਏਗੀ? ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ। ਫਿਰ ਉਹੀ ਗੁਰਬਾਣੀ ਜਦੋਂ ਸਮਝ ਗਏ ਤੇ ਫਿਰ ਉਹ ਸਾਨੂੰ ਜੀਵਨ ਵਿੱਚ ਤਾਂ ਲੱਗਦੀ ਹੈ। ਨਹੀਂ ਤੇ ਜੇ ਅਸੀਂ ਗੁਰਬਾਣੀ ਪੜ੍ਹ ਲਈਏ, ਉਹਨੂੰ ਸਮਝੀਏ ਨਾ, ਤਾਂ ਸਾਡੇ ਜੀਵਨ ਦਾ ਹਿੱਸਾ ਨਹੀਂ ਬਣਦੀ। ਜੇ ਸਾਡੇ ਜੀਵਨ ਦਾ ਹਿੱਸਾ ਹੀ ਨਹੀਂ ਬਣਦੀ ਤੇ ਅਸੀਂ ਉਹਦੇ ਵਿੱਚੋਂ ਸਾਫ਼ ਕਿਵੇਂ ਹੋਵਾਂਗੇ, ਨਿਰਮਲ ਕਿਵੇਂ ਹੋਵਾਂਗੇ, ਸਹਿਜ ਕਿਵੇਂ ਹੋਵਾਂਗੇ? ਤੇ ਜੇ ਨਿਰਮਲ ਨਹੀਂ ਹੋਵਾਂਗੇ, ਜੇਕਰ ਮਾਲੀ ਲੱਗੀ ਰਹੇਗੀ ਤੇ ਜਿਹੜਾ ਫਿਰ ਅਸੀਂ ਪਰਮਾਤਮਾ ਦੇ ਗੁਣ ਕਿਵੇਂ ਧਾਰਨ ਕਰਾਂਗੇ? ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਨੂੰ ਸਮਝੀਏ ਔਰ ਮੂਲ ਮੰਤਰ ਨੂੰ ਖਾਸ ਤੌਰ ਤੇ, ਮੂਲ ਮੰਤਰ ਨੂੰ ਭਾਵੇਂ ਰੋਜ਼ ਇੱਕ ਵਾਰੀ ਆਪਣੇ ਤੌਰ ਤੇ ਪੜ੍ਹ ਕੇ ਸਮਝ ਲਈਏ। ਜਦੋਂ ਟਾਈਮ ਥੋੜਾ ਰਹਿ ਜਾਏਗਾ ਮੈਨੂੰ ਦੱਸ ਦੇਣਾ, ਟਾਈਮ ਥੋੜਾ ਜਿਹਾ ਰਹਿ ਗਿਆ ਅਜੇ ਤੇ, ਵੈਸੇ ਤੇ ਕਾਫੀ ਹੈ ਪਰ ਮੈਂ ਟਾਈਮ ਵਿਦਿਨ ਵਨ ਆਪਣਾ ਆਰ ਖਤਮ ਕਰਨਾ ਚਾਹਾਂਗੀ। ਸੋ ਤੁਸੀਂ ਇੱਥੋਂ ਤੱਕ ਜੇ ਤੁਹਾਡੇ ਕੋਈ ਸਵਾਲ ਹੈਗੇ ਨੇ ਤੇ ਉਹ ਤੁਸੀਂ ਦੱਸੋ, ਫਿਰ ਕਿਉਂਕਿ ਉਹਨਾਂ ਸਵਾਲਾਂ ਤੇ ਵੀ ਕੁਝ ਟਾਈਮ ਲੱਗੇਗਾ। ਜੇ ਨਹੀਂ ਹੋਣਗੇ ਤੇ ਫਿਰ ਮੈਂ ਥੋੜਾ ਬਹੁਤ ਜਿਹੜਾ ਅੱਗੇ ਚੱਲ ਪਵਾਂ। ਆਂਟੀ ਜਿਹੜਾ ਤੁਸੀਂ ਨਾ ਪਾਰਾ, ਪਸੰਤੀ, ਮਧਮਾ ਤੇ ਬੇਕਰੀ ਦੱਸਿਆ, ਉਹਨੂੰ ਇੱਕ ਵਾਰੀ ਫੇਰ ਐਕਸਪਲੇਨ ਕਰੋ। I didn't get that part. ਐਕਚੁਅਲੀ ਇਹਨੂੰ ਵੈਸੇ ਅਸੀਂ ਆਮ ਲੈਂਗੁਏਜ ਜਿਹੜੀ ਅਸੀਂ ਵਰਤਨੇ ਆ ਉਹ ਤੇ ਅਸੀਂ ਕਹਿੰਦੇ ਆ ਕਿ ਬਈ ਜਿਹੜੀ ਧੁਨ ਵੇ ਉਹ ਧੁਨੀ ਤੋਂ ਉੱਠਦੀ ਹੈ, ਠੀਕ ਹੈ ਨਾ। ਉਹ ਪਾਰਾ, ਉਹ એનર્ਜੀ ਹੈ, ਉਹ એનર્ਜੀ ਧੁਨ ਜਿਹੜੀ ਹੈ ਧੁਨੀ ਤੋਂ ਉੱਠਦੀ ਹੈ। ਤੇ ਜਿਸ ਵੇਲੇ ਉਹ ਪਸੰਤੀ ਜਦੋਂ ਹਾਰਟ ਤੱਕ ਜਾਂਦੀ ਹੈਗੀ ਹੈ, ਜਦੋਂ ਹਿਰਦੇ ਤੱਕ ਜਾਂਦੀ ਹੈ ਤੇ ਉਹ ਪਸੰਤੀ ਬਣ ਜਾਂਦੀ ਹੈ, ਫਿਰ ਉਹਦੇ ਵਿੱਚ ਸ਼ਬਦ ਹੋ ਜਾਂਦਾ ਹੈ। ਤੇ ਜਦੋਂ ਉਹ ਗਲੇ ਤੱਕ ਜਾਂਦੀ ਹੈ ਤਾਂ ਪੂਰਾ ਜਿਹੜਾ ਸੈਂਟੈਂਸ ਬਣ ਜਾਂਦਾ ਹੈ। ਜਦੋਂ ਬੇਕਰੀ ਹੈ ਕੋਈ ਸ਼ਬਦ ਬਣ। ਸੋ
ਲੇਕਿਨ ਜਦੋਂ ਰੈਵੋਲੂਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਜਿਹੜੀ ਹੈ ਉਹ ਹੋਰ ਤਰ੍ਹਾਂ ਹੁੰਦੀ ਹੈ। ਉਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਹੈ ਕਿ એનર્ਜੀ ਲੈਵਲ ਤੇ ਅੰਡਰਸਟੈਂਡਿੰਗ ਹੁੰਦੀ ਹੈ। ਜਿਵੇਂ ਹੁਣ ਮੈਂ ਤੇ ਸ਼ਬਦ ਬੋਲ ਰਹੀ ਹਾਂ ਤੇ ਤੁਸੀਂ ਸਮਝ ਰਹੇ ਹੋ। ਫਰਜ਼ ਕਰੋ ਮੈਂ ਸ਼ਬਦ ਨਹੀਂ ਬੋਲਦੀ, ਹੁਣ ਮੈਂ ਤੁਹਾਨੂੰ ਇਹਦੀ ਛੋਟੀ ਜਿਹੀ ਮਿਸਾਲ ਦੇਣੀ। ਤੁਸੀਂ ਫਰਜ਼ ਕਰੋ એનર્ਜੀ ਰਿਸੈਪਟਿਵ ਹੋ, ਤੁਹਾਡੀ ਤਿਆਰੀ ਹੋਈ ਹੈ ਮਤਲਬ ਸਾਧਨਾ ਦੇ ਨਾਲ, ਤੇ ਤੁਸੀਂ ਹਾਇਰ ਸ਼ਕਤੀ ਰਿਸੀਵ ਕਰਨ ਨੂੰ ਤਿਆਰ ਹੋ। ਤੁਸੀਂ ਕਿਸੇ ਸੰਤ ਕੋਲ ਜਾਓ, ਤੁਸੀਂ ਆਪਣੇ ਤੋਂ ਉੱਚੀ એનર્ਜੀ ਵਾਲੇ ਕੋਲ ਜਾਓ, ਤੁਸੀਂ ਨਹੀਂ ਬੋਲੋਗੇ ਨਾ ਉਹ ਬੋਲੇਗਾ, ਐਂਡ ਯੂ ਵਿਲ ਗੈਟ ਟ੍ਰਾਂਸਫਾਰਮ। ਤੁਹਾਡੇ ਵਿੱਚ ਉਹ એનર્ਜੀ ਆ ਜਾਏਗੀ ਔਰ ਤੁਹਾਡੀ ਓਪਨ ਹੋ ਜਾਏਗਾ, ਇੰਨਾ ਖੁੱਲ ਜਾਏਗਾ ਕਿ ਤੁਹਾਨੂੰ ਬਹੁਤ ਸਾਰਾ ਗਿਆਨ ਹੋ ਜਾਏਗਾ। ਔਰ ਸੋ ਉਹ ਜਦੋਂ ਰੈਵੋਲੂਸ਼ਨ ਹੈ ਮਤਲਬ ਗੁਰੂ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ ਹੋਈ, ਤੇ ਉਹ ਸ਼ਬਦਾਂ ਵਿੱਚ ਨਹੀਂ ਹੋਈ, ਉਹ ਇੱਕ ਸੈਂਸ ਵਿੱਚ ਹੋਈ। ਹੁਣ ਮੈਂ ਜਿਸ ਤਰ੍ਹਾਂ ਤੁਹਾਨੂੰ ਉਹ ਸੈਂਸ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਰਿਸੈਪਟਿਵ ਹੋ, ਗੁਰੂ ਨਾਨਕ ਦੇਵ ਜੀ ਤੇ ਰਿਸੈਪਟਿਵ ਸੀ ਕਿਉਂਕਿ ਬਹੁਤ ਪਹੁੰਚੇ ਹੋਏ ਸੀ, ਬਹੁਤ ਉੱਚੀ ਉਹਨਾਂ ਦੀ ਜਿਹੜੀ ਸੀ ਆਪਣਾ ਅਵਸਥਾ ਸੀ, ਸੋ ਉਹ ਤੇ ਪਹੁੰਚੇ ਹੋਏ ਸੀ। ਸੋ ਕੋਈ ਵੀ ਬੰਦਾ ਜਿਹੜਾ ਰਿਸੈਪਟਿਵ ਹੈ, ਜਦੋਂ ਉਹ ਆਪਣੇ ਤੋਂ ਕਿਸੇ ਹਾਇਰ એનર્ਜੀ ਵਾਲੇ ਕੋਲ ਪਹੁੰਚਦਾ ਹੈ ਤੇ ਉਹਦੀ એનર્ਜੀ ਵੀ ਹਾਇਰ ਹੋ ਜਾਂਦੀ ਹੈ। ਬੜਾ ਅੱਛਾ ਸਵਾਲ ਹੈ ਤੁਹਾਡਾ, ਵੈਰੀ ਨਾਈਸ। ਪੰਜੀ ਭਾਈ ਜੀ ਕਾ ਖਾਲਸਾ, ਵਾਹਿ ਜੀ ਕੀ ਫਤਿਹ। ਹਾਂਜੀ ਮੇਰਾ ਸਵਾਲ ਵੀ ਇਸੇ ਤੇ ਹੀ ਹੈਗਾ ਵੈ, ਹਾਂਜੀ ਪਰ ਸੋ ਫਾਰ ਮਤਲਬ ਕਿ ਪਹਿਲਾਂ ਜਿਹੜੇ ਆਪਾਂ ਕਹਿ ਲਓ ਕਿ ਕਿਸੇ ਮਹਾਂਪੁਰਖਾਂ ਦੀਆਂ ਜਾਂ ਕਿਤੋਂ ਵੀ ਸੁਣਿਆ ਸੀ ਆਪਾਂ, ਤੇ ਉਹਦੇ ਵਿੱਚ ਇਹ ਕਹਿੰਦੇ ਸੀ ਕਿ ਜਦੋਂ ਆਪਾਂ ਜਿਵੇਂ ਕੋਈ ਸਿਮਰਨ ਕਰਦੇ ਆ ਜਾਂ ਕੋਈ ਬਾਣੀ ਜਿਹੜੀ ਬੋਲ ਕੇ ਕਰਦੇ ਆ, ਦੈਟ ਇਜ਼ ਦਾ ਫਸਟ ਸਟੇਜ, ਜਿਹਨੂੰ ਬੈਕਰੀ ਕਹਿ ਦਿੰਦੇ ਨੇ, ਠੀਕ ਹੈ। ਉਹਦੇ ਵਿੱਚ ਸਾਡੇ ਬੁੱਲ ਵੀ ਹਿਲਦੇ ਨੇ, ਆਵਾਜ਼ ਆਉਂਦੀ ਹੈ, ਪਰ ਜਿਉਂ-ਜਿਉਂ ਤੁਸੀਂ ਹੋਰ ਕਰੀ ਜਾ ਰਹੇ ਹੋ, ਤੁਸੀਂ ਪ੍ਰੈਕਟਿਸ, ਤੇ ਉਸ ਤੋਂ ਬਾਅਦ ਤੁਹਾਡੇ ਬੁੱਲ ਬੰਦ ਹੋ ਜਾਂਦੇ ਨੇ, ਤੁਸੀਂ ਅੰਦਰ ਹੀ ਜ਼ਬਾਨ ਨਾਲ ਕਰੀ ਜਾ ਰਹੇ ਹੋ। ਫਿਰ ਤੀਸਰੀ ਤੇ ਸੀਗਾ ਕਿ ਵੀ ਤੁਸੀਂ ਮਤਲਬ ਕਿ ਯੂ ਆਰ ਨਾਟ ਮੇਕਿੰਗ ਐਨੀ ਸਾਊਂਡ, ਤੁਸੀਂ ਆਪਣਾ ਕੋਈ ਤੁਹਾਡੀ ਕੁਝ ਵੀ ਨਹੀਂ ਅੰਦਰ ਹਿਲ ਰਿਹਾ, ਸਿਰਫ ਤੁਸੀਂ ਸਵਾਸਾਂ ਦੇ ਵਿੱਚ ਉਸ ਐਨਰਜੀ ਨੂੰ ਮਹਿਸੂਸ ਕਰ ਰਹੇ ਹੋ ਕਿ ਵੀ ਮੇਰੇ ਅੰਦਰ ਸਿਮਰਨ ਚੱਲ ਰਿਹਾ ਹੈ। ਤੇ ਜਿਹੜੀ ਫੋਰਥ ਸਟੇਜ ਦੈਟ ਇਜ਼ ਪਰਾ, ਤੇ ਉਹਦੇ ਵਿੱਚ ਤੇ ਮਤਲਬ ਕਿ ਦੈਟ ਇਜ਼ ਕਹਿ ਲਓ ਕਿ ਵੀ ਹਾਈਐਸਟ ਤੇ ਪਹੁੰਚ ਜਾਂਦੇ ਹੋ ਤੁਸੀਂ। ਉੱਥੇ ਨਾ ਤੁਹਾਨੂੰ ਮਹਿਸੂਸ ਹੁੰਦਾ ਵੀ ਅੰਦਰ ਕੁਝ ਹੋ ਰਿਹਾ, ਯੂ ਆਰ ਐਟ ਲਾਸਟ ਸਟੇਜ। ਪਰ ਮਸਕੀਨ ਜੀ ਦੀ ਵੀ ਕਥਾ ਇੱਕ ਵਾਰੀ ਸੁਣੀ ਸੀ, ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਤੁਸੀਂ ਪਰਾ ਤੋਂ ਸ਼ੁਰੂ ਕੀਤਾ ਹੈ ਤੇ ਫਿਰ ਉਹਨਾਂ ਨੇ ਇਸੇ ਤਰ੍ਹਾਂ ਹੀ ਕਿਹਾ ਸੀ ਅਖੀਰ ਚ ਆ ਕੇ ਉਹ ਬੋਲਣਾ ਤੇ ਆ ਜਾਂਦੀ ਤੇ ਤੁਹਾਡੇ ਮੂੰਹੋਂ ਵਾਹਿਗੁਰੂ ਨਿਕਲ ਜਾਂਦਾ, ਮੂੰਹ ਦੇ ਅੰਦਰੋਂ ਵੀ ਉਹ ਸ਼ਬਦ ਬਣ ਜਾਂਦਾ ਹੈ ਤੇ ਤੁਹਾਡੇ ਮੂੰਹ ਚੋਂ ਨਿਕਲ ਜਾਂਦਾ ਹੈ। ਸੋ ਇਹ ਮੈਨੂੰ ਅੱਗੇ ਵੀ ਕਨਫਿਊਜ਼ਨ ਸੀਗੀ, ਸੋ ਅੱਜ ਮੈਨੂੰ ਇਸ ਤੇ ਹੋਰ ਥੋੜੀ ਹੋ ਗਈ ਹੈ ਵੀ ਨੀਚੇ ਤੋਂ ਉੱਪਰ ਜਾਂਦੀ ਹੈ ਚੀਜ਼, ਬੋਲ ਤੋਂ ਉੱਪਰ ਜਾਂਦੀ ਹੈ ਕਿ ਵੀ ਉੱਪਰ ਹੀ ਕਿਸ ਤਰ੍ਹਾਂ ਆਮ ਨਾਟ ਏਬਲ ਟੂ ਗੈਟ ਇਟ। ਤੁਸੀਂ ਬਿਲਕੁਲ ਬਹੁਤ ਹੀ ਸ਼ੁੱਧ ਸਮਝਿਆ ਹੈ। ਔਰ ਕਿਉਂਕਿ ਇਹ ਸਟੇਜਿਸ ਨੇ, ਜਦੋਂ ਅਸੀਂ ਸ਼ੁਰੂ ਕਰਨੇ ਆ ਤਾਂ ਉੱਤੋਂ ਨੀਚੇ ਜਾਂਦੀ, ਫਿਰ ਤੁਸੀਂ ਬੇਖਰੀ ਤੋਂ ਮਦਮਾ ਤੇ ਮਦਮਾ ਤੋਂ ਪਸੰਤੀ ਤੇ ਫਿਰ ਪਾਰਾ ਤੇ ਪਹੁੰਚ ਜਾਓ। ਲੇਕਿਨ ਜਦੋਂ ਤੁਸੀਂ ਜਿਹੜਾ ਇੱਕ ਸੰਤ ਵੇ, ਜਿਹੜਾ ਧੁਨ ਤੋਂ ਧੁਨੀ ਉੱਠਦੀ ਹੈ, ਜਦੋਂ ਧੁਨੀ ਤੋਂ ਧੁਨ ਉੱਠਦੀ, ਸੋ ਜਦੋਂ ਧੁਨੀ ਤੋਂ ਧੁਨ ਉੱਠਦੀ ਹੈ ਤੇ ਫਿਰ ਉੱਪਰ ਜਾਂਦੀ ਹੈਗੀ ਹੈ। ਸੋ ਇਹ ਅਵਸਥਾ ਜਿਹੜੀ ਹੈ, ਜਦੋਂ ਤੁਸੀਂ ਫੋਰਥ ਸਟੇਜ ਤੇ ਆਉਂਦੇ ਹੋ, ਜਿਹਨੂੰ ਤੁਸੀਂ ਪਰਾ ਕਹੋਗੇ, ਉਹ ਸਟੇਜ ਹੈ ਜਦੋਂ ਤੁਸੀਂ ਸਮਾਧੀ ਵਿੱਚ ਹੁੰਦੇ ਹੋ। ਸਮਾਧੀ ਦੇ ਵਿੱਚ ਤੁਹਾਡਾ ਕੋਈ ਥਾਟ ਨਹੀਂ, ਬਿਲਕੁਲ ਇਹ ਥਾਟਲੈਸ ਸਟੇਟ ਹੈ, ਜਿਹਨੂੰ ਕਿ ਮਤਲਬ ਐਕਚੁਅਲੀ ਦਿਸ ਦਾ ਲਾਸਟ ਸਟੇਜ, ਜਿੱਥੇ ਕਿਉਂਕਿ ਨਹੀਂ ਤੇ ਥਾਟ ਤੇ ਜ਼ਰੂਰ ਕੋਈ ਨਾ ਕੋਈ ਰਹਿੰਦਾ ਹੈ। ਇਹ ਉਹ ਜਦੋਂ ਐਕਚੁਅਲੀ ਥਾਟ ਇਜ਼ ਦਾ ਮੇਨ ਕਲਪ੍ਰਿਟ, ਜੇ ਥਾਟ ਬੰਦ ਹੋ ਜਾਏ ਤੇ ਯੂ ਆਰ ਵਨ ਵਿਦ ਦੈਟ, ਐਂਡ ਥਾਟ ਨੂੰ ਬੰਦ ਕਰਨਾ ਬਹੁਤ ਹੀ ਮੁਸ਼ਕਿਲ ਹੈ। ਔਰ ਮੁਸ਼ਕਿਲ ਨਹੀਂ, ਇਹ ਬੜੀ ਉੱਚੀ ਅਵਸਥਾ ਹੈਗੀ ਹੈ ਜਿੱਥੇ ਕਿ ਤੁਸੀਂ ਮਤਲਬ ਤੁਸੀਂ ਅਖੀਰ ਤੇ ਪਹੁੰਚ ਗਏ, ਜਿਹਨੂੰ ਤੁਸੀਂ ਬ੍ਰਹਮ ਗਿਆਨੀ ਕਹੋ, ਠੀਕ ਹੈ ਨਾ। ਜਿਸ ਤਰ੍ਹਾਂ ਮੈਂ ਹੁਣੇ ਕਿਹਾ ਕਿ ਬਈ ਤੈਸਾ ਹਰ ਤੈਸਾ ਉਸੋ, ਫਿਰ ਤੁਸੀਂ ਉਹਨਾਂ ਜਿੰਨਾ ਸਟੇਜ ਤੋਂ ਉੱਠ ਗਏ, ਔਰ ਜਦੋਂ ਤੁਸੀਂ ਉੱਠ ਜਾਓਗੇ ਤੇ ਉੱਥੇ ਪਹੁੰਚੋਗੇ, ਨਹੀਂ ਤੇ ਨਹੀਂ ਪਹੁੰਚੋਗੇ। ਜਿੰਨਾ ਚਿਰ ਸਾਡੇ ਅੰਦਰ
ਨਿਰਮਲ ਸ਼ਬਦ ਬੜਾ ਜਿਹੜਾ ਹੈ ਉਹ ਐਪਰੋਪ੍ਰੀਏਟ ਹੈ। ਜਿੰਨਾ ਚਿਰ ਮਨ ਨਿਰਮਲ ਨੇ, ਮਲ ਰਹਿਤ, ਜਿੰਨਾ ਚਿਰ ਮਨ ਮਲ ਰਹਿਤ ਨਾ ਹੋਵੇ। ਸੋ ਕਈ ਵਾਰੀ ਅਸੀਂ ਇਹਨੂੰ ਬੜਾ ਸੌਖਾ ਸਮਝਦੇ ਹਾਂ ਕਿ ਮੈਂ ਨਿਰਮਲ ਹੋਣਾ। ਨਿਰਮਲ ਜਿਹੜਾ ਉਹਦੇ ਕਬੀਰ ਨੇ ਕਿਹਾ ਹੈ, ਮਨ ਨਿਰਮਲ ਪਇਓ ਜੈਸੇ ਗੰਗਾ ਨੀਰ, ਪਾਛੇ ਲਾ ਕੇ ਹਰ ਫਿਰੇ ਕਹਿਤ ਕਬੀਰ ਕਬੀਰ। ਮਤਲਬ ਨਿਰਮਲ ਜਦੋਂ ਮਨ ਹੋ ਗਿਆ ਤੇ ਕੁਝ ਰਹਿ ਹੀ ਨਹੀਂ ਗਿਆ। ਇਹ ਉਹ ਅਵਸਥਾ ਹੈਗੀ ਹੈ ਜਦੋਂ ਕਿ ਕੁਝ ਨਹੀਂ ਰਹਿ ਗਿਆ। ਯੂ ਆਰ ਇਨ ਸਮਾਧੀ, ਔਰ ਤੁਹਾਨੂੰ ਫਿਰ ਆਪਣੇ ਵੀ ਹੋਸ਼ ਨਹੀਂ, ਕੁਝ ਵੀ ਹੋਸ਼ ਨਹੀਂ, ਯੂ ਆਰ ਵਨ ਵਿਦ ਇਟਸ ਅ ਦੈਟ ਸਟੇਟ। ਪਰ ਤੁਸੀਂ ਬਿਲਕੁਲ ਠੀਕ ਸਮਝੇ। ਇੱਕ ਹੋਰ ਸੀ ਲਾਈਨ ਜਿਹੜੀ ਤੁਸੀਂ ਬੋਲੀ ਹੈ, ਜੋ ਵਰਤਾਏ ਸਾਈ ਜੁਗਤ। ਹਾਂ, ਇਹ ਥੋੜਾ ਤੁਸੀਂ ਦੱਸੋਗੇ, ਜੋ ਵਰਤਾਏ ਸਾਈ ਜੁਗਤ। ਹਾਂ, ਮਤਲਬ ਹੁਣ ਜੋ ਪਰਮਾਤਮਾ ਜੋ ਕਰ ਰਿਹਾ, ਜੇ ਯੁਕਤੀ ਨਾਲ ਉਹ ਕਰ ਰਿਹਾ, ਕਿਸ ਤਰ੍ਹਾਂ ਉਹ ਤੁਹਾਡੇ ਸੰਸਾਰ ਨੂੰ ਚਲਾ ਰਿਹਾ ਹੈਗਾ ਹੈ, ਕਿਸ ਤਰ੍ਹਾਂ ਮਤਲਬ ਇਹ ਤੁਹਾਨੂੰ ਚਲਾ ਰਿਹਾ ਹੈ, ਕਿਸ ਤਰ੍ਹਾਂ ਤੁਹਾਨੂੰ ਸਮਝ ਆ ਰਹੀ ਹੈ। ਹੁਣ ਜਦੋਂ ਉਸ ਯੁਕਤੀ ਦੀ ਤੁਹਾਨੂੰ ਸਮਝ ਆ ਗਈ, ਕਿਸ ਯੁਕਤੀ ਨਾਲ ਚਲਾ ਰਿਹਾ ਹੈਗਾ, ਮਤਲਬ ਇਹ ਬੜੀ ਉੱਚੀ ਅਵਸਥਾ ਹੈਗੀ ਯੁਕਤੀ। ਜਿਹੜਾ ਇਸ ਯੁਕਤੀ ਨੂੰ ਸਮਝ ਆਏ, ਉਹ ਮਤਲਬ ਸਮਝਣਾ ਹੀ ਸਾਰੀ ਗੱਲ। ਪਾਠ ਨੂੰ ਗਹਿਰਾਈ ਵਿੱਚ ਜਾਣਾ ਹੀ ਉਹਦੀ ਯੁਕਤੀ ਨੂੰ ਸਮਝਣਾ, ਕਿਵੇਂ ਉਹਨੇ ਰਚਨਾ ਪੈਦਾ ਕੀਤੀ, ਕਿਸ ਤਰ੍ਹਾਂ ਰਚਨਾ ਚੱਲ ਰਹੀ ਹੈ ਨਹੀਂ ਪਰਫੈਕਟਲੀ, ਕਿਸ ਤਰ੍ਹਾਂ ਉਹਨੇ ਇੱਕ ਕੁਦਰਤ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕੀਤਾ। ਔਰ ਕੁਦਰਤ ਦੇ ਵਿੱਚ ਔਗਣ ਵੀ ਹੈਗੇ ਨੇ, ਉਹਨਾਂ ਔਗਣਾਂ ਨੂੰ ਗੁਣਾਂ ਵਿੱਚ ਬਦਲਣਾ, ਗੁਣਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਗ੍ਰਹਿਣ ਕਰਨਾ ਹੈਗਾ। ਸੋ ਇਹ ਸਾਰਾ ਜਿਹੜਾ ਇਹ ਯੁਕਤੀ ਜਿਹੜੀ ਇਹ ਪਰਮਾਤਮਾ ਦੀ ਹੈ। ਜੋ ਉਸ ਯੁਕਤੀ ਨੂੰ ਮੰਨ ਜਾਂਦਾ, ਸਮਝ ਜਾਂਦਾ ਹੈ, ਤਾਂ ਤਿਸ ਕਹੀਏ ਜੀਵਨ ਮੁਕਤ। ਹੁਣ ਉਹਨੇ ਜਦੋਂ ਸਮਝ ਲਿਆ ਤੇ ਮੰਨਣ ਦੀਆਂ ਪੌੜੀਆਂ ਦੇਖੋ, ਸੁਣੀਆਂ ਤੇ ਮੰਨਣ ਦੀਆਂ ਪੌੜੀਆਂ ਦੇ ਵਿੱਚ ਬੜੀ ਅਸਰਸ਼ਨ ਹੈ। ਜੇ ਤੁਸੀਂ ਚੰਗੀ ਤਰ੍ਹਾਂ ਸੁਣੋਗੇ ਨਹੀਂ ਤੇ ਮੰਨੋਗੇ ਨਹੀਂ, ਉਹੀ ਮੰਨੋਗੇ ਜੋ ਤੁਸੀਂ ਸੁਣੋਗੇ। ਮੈਂ ਆਪਣੇ ਜੀਵਨ ਵਿੱਚ ਵੀ ਦੇਖਿਆ ਕਈ ਚੀਜ਼ਾਂ ਜਿਹੜੀਆਂ ਨੇ ਕੋਈ ਕਹਿੰਦਾ ਰਹੇ, ਹੁਣ ਮੈਂ ਤੁਹਾਨੂੰ ਵੀ ਕਹਿੰਦੀ ਰਹਾਂ, ਜਾਂ ਮੈਂ ਆਪਣੇ ਘਰ ਵਿੱਚ ਵੀ ਕਹਿੰਦੀ ਰਹਾਂ ਕਿਸੇ ਨੂੰ, ਕੋਈ ਨਹੀਂ ਬਿਲੀਵ ਕਰੇਗਾ ਜਿੰਨਾ ਚਿਰ ਉਹਦੇ ਐਕਸਪੀਰੀਅੰਸ ਵਿੱਚ ਨਹੀਂ ਆਈਆਂ। ਜਿੰਨਾ ਚਿਰ ਉਹਦੇ ਐਕਸਪੀਰੀਅੰਸ ਵਿੱਚ ਨਹੀਂ ਆਈਆਂ ਉਹ ਨਹੀਂ ਸਮਝੇਗਾ। ਸੋ ਉਹਦੀ ਯੁਕਤੀ ਨੂੰ ਸਮਝਣਾ, ਇਹ ਯੁਕਤੀ ਕਿਸ ਯੁਕਤੀ ਦੇ ਨਾਲ ਕਹਿਣਾ ਹੈ ਨਾ ਕਿ ਚੱਲ ਰਿਹਾ ਹੈਗਾ। ਜਿਸ ਤਰ੍ਹਾਂ ਕਿ ਜੁਗਤ ਮੁਕਤ ਭੁਗਤ ਜੁਗਤ ਤੇਰੀ ਸੇਵਾ, ਮੁਕਤ ਜੁਗਤ ਭੁਗਤ ਤੇਰੀ ਸੇਵਾ। ਯੁਕਤੀ ਜਿਹੜੀ ਹੈ, ਮੈਂ ਜਿਹੜਾ ਐਕਸਪਲੇਨ ਕੀਤਾ ਨਾ, ਇਹ ਚਾਰੋਂ ਸਟੇਜਿਸ ਜਿਹੜੀਆਂ ਨੇ ਯੁਕਤੀ ਨੇ। ਯੁਕਤੀ ਜਦੋਂ ਸਾਨੂੰ ਆ ਜਾਏ, ਪਾਠ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ, ਪਾਠ ਕਿਸ ਤਰ੍ਹਾਂ ਸਮਝਣਾ ਹੈ, ਪਾਠ ਨੂੰ ਅੱਗੇ ਜੀਵਨ ਦੇ ਵਿੱਚ ਕਿਵੇਂ ਲਿਜਾਣਾ ਹੈ, ਕੀ ਕੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਰੋਕ ਰਹੀਆਂ ਨੇ, ਉਹਨਾਂ ਦੇ ਵਿੱਚੋਂ ਨਿਕਲਣਾ ਕਿਵੇਂ ਹੈ। ਜਿਨ ਮਾਨਸ ਦੇਵਤੇ ਕੀ ਹੈ, ਦੇਵਤੇ ਕਿਵੇਂ ਬਣਨਾ ਹੈਗਾ, ਕਿ ਇਹ ਸਾਰੇ ਜਿਹੜੇ ਹੈਗੇ ਨੇ ਆਪਣਾ ਜਿਹੜੇ ਔਗਣ ਨੇ ਉਹਨਾਂ ਨੂੰ ਗੁਣਾਂ ਦੇ ਵਿੱਚ ਕਿਵੇਂ ਬਦਲਣਾ ਹੈਗਾ ਵੇ। ਸੋ ਇਹ ਜਦੋਂ ਸਾਰੀ ਇਹ ਉਹਦੀ ਯੁਕਤੀ, ਉਹਨੂੰ ਸਮਝਣਾ, ਇਹ ਸਾਰੀ ਯੁਕਤੀ ਹੈ। ਕੀ ਕਰਨਾ ਹੈ, ਕਿਸ ਤਰ੍ਹਾਂ ਸਟੇਜਿਸ ਜਾਣਾ ਹੈ, ਪਾਠ ਤੋਂ ਅੱਗੇ ਅਰਥ ਤੋਂ ਅੱਗੇ ਭਾਵ ਤੋਂ ਅੱਗੇ ਫਿਰ ਮੈਂ ਉਹ ਬਣ ਹੀ ਜਾਣਾ ਹੈਗਾ, ਜੋ ਉਹ ਕਹਿ ਰਿਹਾ ਮੈਂ ਬਣ ਹੀ ਜਾਣਾ ਹੈ। ਸੋ ਆਲ ਦਿਸ ਇਜ਼ ਯੁਕਤ। ਪਰ ਇਹਨੂੰ ਯੁਕਤੀ ਨੂੰ ਸਮਝਾਂਗੇ ਤੇ ਤਾਂ ਯੁਕਤੀ ਪਾਠ ਨੂੰ ਉਹਦੀ ਯੁਕਤੀ ਨੂੰ ਸਮਝਣ ਵਾਸਤੇ ਪਾਠ ਨੂੰ ਸਮਝਣਾ। ਪਾਠ ਸਾਨੂੰ ਯੁਕਤੀ ਸਿਖਾਉਂਦਾ। ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ, ਜਿਵੇਂ ਕਿ ਮੈਂ ਉਸ ਦਿਨ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਸੰਤ ਸਿੰਘ ਹੋਰੀ ਬੈਠੇ ਸੀ ਤੇ ਉਹਨਾਂ ਨੂੰ ਸੱਪ ਨੇ ਕੱਟਿਆ ਤੇ ਉਹਨੂੰ ਸੱਪ ਨੂੰ ਮਾਰਨ ਲਈ ਉਹ ਕਹਿਣ ਲੱਗੇ ਨਹੀਂ ਨਹੀਂ ਇਹਨੂੰ ਮਾਰੋ ਨਾ। ਹੁਣ ਇਹ ਯੁਕਤੀ ਤੇ ਉਹਨਾਂ ਨੂੰ ਆਉਂਦੀ ਹੈ, ਸਾਨੂੰ ਤੇ ਨਹੀਂ ਆਉਂਦੀ। ਅਸੀਂ ਤੇ ਸੱਪ ਨੂੰ ਕਹਾਂਗੇ ਇਹਨੇ ਮੈਨੂੰ ਕੱਟਿਆ, ਇਹਨੂੰ ਮਾਰ ਦਿਓ। ਪਰ ਉਹਨਾਂ ਨੂੰ ਇਹ ਯੁਕਤੀ ਪਤਾ ਹੈ ਕਿ ਇਹ ਜੋ ਹੋ ਰਿਹਾ ਇਹ ਪਰਮਾਤਮਾ ਦੀ ਯੁਕਤੀ। ਹੌਲੀ ਹੌਲੀ ਅਸੀਂ ਉਹ ਯੁਕਤੀ ਨੂੰ ਫਿਰ ਮੰਨਣ ਇਸ ਕਰਕੇ ਲੱਗ ਜਾਂਦੇ ਹਾਂ ਕਿ ਸਾਡੇ ਐਕਸਪੀਰੀਅੰਸ ਵਿੱਚ ਆ ਜਾਂਦੇ। ਹੁਣ ਜਿਹੜਾ ਤੁਸੀਂ ਕਿਹਾ ਹੈ ਕਿ ਬਈ ਆਪਣਾ ਅਸੀਂ ਜਦੋਂ ਪਾਠ ਕਰਨੇ ਆ, ਸ਼ੁਰੂ ਚ ਕਰਨੇ ਆ, ਔਰ ਫਿਰ ਹੌਲੀ ਹੌਲੀ ਬੋਲਣਾ ਬੰਦ ਹੋ ਜਾਂਦਾ, ਅੰਦਰ ਚੱਲਣਾ ਸ਼ੁਰੂ ਹੋ ਜਾਂਦਾ। ਔਰ ਜਦੋਂ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ ਤੇ ਫਿਰ ਤੁਹਾਡਾ ਧਿਆਨ ਸਾਰਾ ਫਿਰ ਜਿਹੜਾ ਹੈਗਾ ਵੇ ਉਹ ਤੁਹਾਡੇ ਵਿਚਾਰ ਖਤਮ ਹੋ ਜਾਂਦੇ ਨੇ। ਹੌਲੀ ਹੌਲੀ ਉਹ ਸਟੇਜ ਬਣਦੀ ਜਿਹੜੀ ਹੈਗੀ ਹੈ ਤੁਹਾਡੀ ਆਉਂਦੀ। ਸੋ ਦਿਸ ਅੱਜ ਦਾ ਸਾਡਾ ਟੌਪਿਕ ਹੀ ਹੈ ਵੇ ਡਿਵੈਲਪਮੈਂਟ ਆਫ ਸਟੇਜਿਸ ਆਫ ਡਿਵੈਲਪਮੈਂਟ ਆਫ ਸੋਲ ਸਪਿਰਿਚੁਅਲ। ਮਤਲਬ ਇਹਨੂੰ ਤੁਸੀਂ ਬੀਇੰਗ ਗੁਰਬਾਣੀ, ਇਹਨੂੰ ਕੁਛ ਜੋ ਵੀ ਨਾਂ ਦੇ ਲਓ। It explains a lot। ਜਿਹਦੇ ਵਿੱਚ ਇੱਕ ਬੁੱਕ ਜਿਹਦੇ ਤੋਂ ਮੈਨੂੰ ਨਾ ਬੜਾ ਅੱਛਾ ਐਕਸਪੀਰੀਅੰਸ ਹੋਇਆ ਸੀ, ਜੇ ਤੁਹਾਡੇ ਵਿੱਚੋਂ ਕੋਈ ਲੈ ਸਕੇ ਤੇ ਉਹ ਤੁਸੀਂ ਲਵੋ। ਇਹ ਹੈ ਤੇ ਬਾਹਰ ਦੀ, ਇਹਦਾ ਨਾਂ ਹੈ ਰੁਬਾਇਤ। ਇਹ ਪਰਸ਼ੀਅਨ ਵਿੱਚ ਲਿਖੀ ਹੋਈ ਸੀ ਤੇ ਇਹਦੀ ਜਿਹੜੀ ਹੈਗੀ ਹੈ ਇਹਦੀ ਮੀਨਿੰਗ ਇਹ ਯੋਗਾਨੰਦਾ ਨੇ ਕੀਤੇ ਨੇ। ਤੇ ਉਹਦੇ ਵਿੱਚ ਉਹਨਾਂ ਨੇ ਉਹਦੇ ਅਰਥ, ਭਾਵ
ਔਰ ਪ੍ਰੈਕਟੀਕਲ ਐਪਲੀਕੇਸ਼ਨ ਦਿੱਤੀ ਹੈ ਕਿ ਜਿਸ ਤਰ੍ਹਾਂ ਅੱਜ ਅਸੀਂ ਕਿ ਲਿਵਿੰਗ ਗੁਰਬਾਣੀ, ਪ੍ਰੈਕਟੀਕਲ ਐਪਲੀਕੇਸ਼ਨ ਜਿਹੜੀ ਹੈ ਉਹ ਮੇਨ ਚੀਜ਼ ਹੈ। ਸੋ ਇਹਦੇ ਵਿੱਚ ਅੱਜ ਅਸੀਂ ਹੁਣ ਸਿੱਖ ਇਹ ਰਹੇ ਹਾਂ ਕਿ ਜੋ ਗੁਰਬਾਣੀ ਅਸੀਂ ਪੜ੍ਹ ਰਹੇ ਹਾਂ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਣਾ, ਸਮਝ ਕੇ ਫਿਰ ਅਸੀਂ ਦੇਖਣਾ ਕਿ ਸਾਡੇ ਜੀਵਨ ਵਿੱਚ ਕਿਵੇਂ ਹੈ, ਜੀਵਨ ਵਿੱਚ ਕਿਵੇਂ ਆਈ ਅੱਗੇ ਕੀ ਦੇਖਣਾ ਕਿ ਕਿਹੜੀਆਂ ਕਿਹੜੀਆਂ ਸਾਡੀਆਂ ਪਹਿਲਾਂ ਹੈਬਿਟ, ਸਾਡੀਆਂ ਟੈਂਡੈਂਸੀ, ਸਾਡੇ ਉਹਦੇ ਵਿੱਚੋਂ ਅਸੀਂ ਕਿੰਨਾ ਕੁ ਬਾਹਰ ਨਿਕਲਿਆ, ਕਿੰਨਾ ਕੁ ਮਾਨ ਅਪਮਾਨ ਅਜੇ ਸਾਨੂੰ ਲੱਗ ਰਿਹਾ ਹੈਗਾ, ਕਿੰਨਾ ਕੁ ਅਸੀਂ ਜਿਹੜਾ ਹੈਗਾ ਵੀ ਆਪਣੇ ਮੂੰਹ ਉਦੋਂ ਜਿਹੜਾ ਅਸੀਂ ਕੀਤਾ ਸੀ ਨਾ ਆਪਣਾ ਗਿਆਨ ਦਾ, ਦੇਖੋ ਭਾਈ ਗਿਆਨ ਕੀ ਆਈ ਆਂਦੀ ਕੀ ਹੈ ਕਿ दुचित्ते की दो थून गिरानी मोह बलेडा टूटा, तृष्णा छून परी तारी ऊपर दुर्मत पांडा फूटा, आंधी पीछे जो जल बरसे ते मेरा मन पी। सो ਇਹਦੇ ਵਿੱਚ ਇਹਨੂੰ ਜ਼ਰਾ ਥੋੜਾ ਜਿਹਾ ਜਿਹੜਾ ਤੁਸੀਂ ਸੁਣ ਰਹੇ ਹੋ ਨਾ, ਇਹਨੂੰ ਥੋੜਾ ਜਿਹਾ ਘਰ ਜਾ ਕੇ ਮਤਲਬ ਤੁਸੀਂ ਦੇਖਦੇ ਹੋ ਨਾ, ਉਹ ਜਰਾ ਦੇਖੋ ਤੇ ਇਹਦੇ ਵਿੱਚ ਭਰਿਆ ਪਿਆ ਹੈਗਾ ਵੇ ਕਿ ਇਹਦੇ ਵਿੱਚੋਂ ਜਿਹੜੀ ਇਹ ਮੋਹ ਮਮਤਾ ਮਾਇਆ ਤ੍ਰਿਸ਼ਨਾ ਇਹਦੇ ਵਿੱਚ ਕਿਵੇਂ ਨਿਕਲਣਾ ਹੈ। ਸੋ ਉਹ ਇਹਦੀ ਸਮਝ ਜਿਹੜੀ ਹੈ ਨਾ ਜਦੋਂ ਆਉਂਦੀ ਹੈ ਤਾਂ ਉਹ ਅਸੀਂ ਬਣਦੇ ਹੀ ਜਾਂਦੇ, ਜਿੰਨੀ ਗਹਿਰੀ ਸਮਝ ਹੁੰਦੀ ਉਹਨਾਂ ਅਸੀਂ ਬਣਦੇ ਜਾਂਦੇ। ਇਹ ਨਹੀਂ ਹੈਗਾ ਕਿ ਪੜ੍ਹਨਾ ਹੋ ਰਿਹਾ ਸਮਝਣਾ ਹੋ ਰਿਹਾ ਬਣਨਾ ਹੋ ਰਿਹਾ, ਅਸੀਂ ਬਣਦੇ ਹੀ ਜਾਂਦੇ ਹੈਗੇ। ਉਹ ਜਿਹੜੀ ਸਮਝ ਹੈ ਉਹ ਹੀ ਬਣਨਾ ਹੈਗਾ। ਸੋ ਨਤੀਜਾ ਇਹ ਨਿਕਲਦਾ ਕਿ ਪੂਰੀ ਸਮਝ ਕਿਵੇਂ ਆਵੇ। ਹੁਣ ਇਹਦੇ ਵਿੱਚੋਂ ਕੋਈ ਐਕਸਪਲੇਨ ਕਰੇਗਾ ਪੂਰੀ ਸਮਝ ਕਿਵੇਂ ਆਵੇ। ਚਲੋ ਠੀਕ ਹੈ, ਇਹ ਤੁਸੀਂ ਰਹਿਣ। ਅੱਛਾ ਇੱਕ ਗੱਲ ਦੱਸੋ ਕਿ ਅਸੀਂ ਹੁਣ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਉਹਦੇ ਵਿੱਚ ਇੱਕ ਪੌੜੀ ਆਂਦੀ ਹੈ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰਿਕ ਭੰਡਾਰ। ਇਹਦਾ ਮੀਨਿੰਗ ਕੋਈ ਐਕਸਪਲੇਨ ਕਰੇਗਾ? ਡੋਲੀ ਜੀ ਤੁਸੀਂ? ਨਹੀਂ ਭੈਣ ਜੀ ਆਪ ਜੀ ਦੱਸੋ ਜੀ, ਆਪ ਜੀ ਦੱਸੋ। ਇਹ ਜਿਹੜਾ ਹੈ ਨਹੀਂ ਮਤਲਬ ਕਿਸੇ ਨੂੰ ਕੋਈ ਆਈਡੀਆ ਨਹੀਂ ਇਹਦੇ ਬਾਰੇ ਜਾਂ ਹੈ ਕੁਛ, ਮੈਂ ਇਹ ਦੱਸਣਾ ਚਾਹੁੰਦੀ, ਇਹ ਮੈਂ ਇਹ ਪੁੱਛਣਾ ਚਾਹੁੰਦੀ ਹੈ ਕੁਛ ਆਈਡੀਆ ਐਨੀਥਿੰਗ ਲਿਟਲ ਬਿਟ। ਨਹੀਂ ਤੇ ਕੋਈ ਗੱਲ ਨਹੀਂ ਕੋਈ ਨਹੀਂ ਬੋਲ ਰਿਹਾ, ਠੀਕ ਹੈ। ਸਿੰਦਰ ਜੀ ਭੈਣ ਜੀ ਤੁਸੀਂ ਵਾਹਿਗੁਰੂ ਭੈਣ ਜੀ ਥੋੜਾ ਜਿਹਾ ਖਿਆਲ ਆ ਰਿਹਾ। ਹਾਂਜੀ ਇੱਕ ਵਾਰੀ ਸੁਣੀ ਸੀ ਕਥਾ ਤੇ ਹਾਂਜੀ। ਕਹਿੰਦੇ ਨੇ ਇੱਕ ਸੰਸਾਰਿਕ ਭੰਡਾਰੀ ਇੱਕ ਲਾਏ ਦੀਵਾਨ। ਜਿਸ ਤਰ੍ਹਾਂ ਮਤਲਬ ਕਿ ਪਹਿਲਾਂ ਇਹੋ ਸਾਰੇ ਪਾਸੇ ਹੈਗਾ ਸੀ ਕਿ ਵੀ ਜਿਹੜੇ ਹੈਗੇ ਨੇ ਵਿਸ਼ਨੂੰ ਜੀ ਉਹ ਉਤਪਤੀ ਕਰਦੇ ਨੇ ਤੇ ਫਿਰ ਇੱਕ ਜਿਹੜੇ ਨੇ ਉਹ ਪਾਲਦੇ ਨੇ ਤੇ ਤੀਜੇ ਜਿਹੜੇ ਨੇ ਉਹ ਮਾਰ ਦਿੰਦੇ ਨੇ, ਮਤਲਬ ਮ੍ਰਿਤੂ ਦਾ ਦੇਵਤਾ ਹੈ। ਹਾਂਜੀ ਤੇ ਪਰ ਹਾਂਜੀ ਅੱਗੋਂ ਤੇ ਗੁਰੂ ਸਾਹਿਬ ਨੇ ਕਿਹਾ ਕਿ ਵੀ ਇਹ ਤਿੰਨੇ ਵੀ ਕਿਸੇ ਦੇ ਹੁਕਮ ਵਿੱਚ ਨੇ, ਉਸ ਅਕਾਲ ਪੁਰਖ ਦੇ ਹੁਕਮ ਵਿੱਚ ਉਹ ਕਰ ਰਹੇ। ਬਿਲਕੁਲ। ਸੋ ਮਤਲਬ ਮੈਂ ਇਹ ਤੁਹਾਨੂੰ ਐਕਚੁਅਲੀ ਐਗਜ਼ਾਮਪਲ ਮੈਂ ਤਾਂ ਦਿੱਤੀ ਹੈਗੀ ਹੈ ਕਿ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਬਈ ਪੁੱਛਣਾ ਵੀ ਚਾਹੁੰਦੀ ਹਾਂ ਔਰ ਗੇਨ ਵੀ ਕਰਨਾ ਚਾਹੁੰਦੇ ਹਾਂ ਅਸੀਂ ਕਿ ਜੇ ਰੋਜ਼ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ ਔਰ ਇਹ ਤੁਕ ਜਿਹੜੀ ਇੰਨੀ ਇੰਪੋਰਟੈਂਟ ਹੈ, ਜੇ ਇਹਦੇ ਤੇ ਅਸੀਂ ਪੂਰਾ ਧਿਆਨ ਨਹੀਂ ਪਾਇਆ ਤੇ ਇਹਦਾ ਮਤਲਬ ਹੈ ਸਾਨੂੰ ਹੁਣ ਜ਼ਿਆਦਾ ਧਿਆਨ ਪਾਉਣ ਦੀ ਲੋੜ। ਹੁਣ ਇਹ ਪੌੜੀ ਇਟ ਐਕਸਪਲੇਨ ਦ ਲੋਟ, ਤੁਸੀਂ ਤੇ ਬਹੁਤ ਅੱਛਾ ਤੁਹਾਨੂੰ ਮਤਲਬ ਨੌਲੇਜ ਜਿਹੜਾ ਹੈਗਾ ਇਹ ਬਹੁਤ ਅੱਛਾ ਹੈਗਾ। ਇਟ ਮੀਨਸ ਅ ਲੋਟ ਕਿ ਸਾਰੀ ਕੁਦਰਤ ਕਿਵੇਂ ਚੱਲ ਰਹੀ ਹੈ। ਦਿਸ ਇਜ਼ ਅ ਲਾ ਆਫ ਟ੍ਰਿਨਿਟੀ। ਤਿੰਨ ਸ਼ਕਤੀਆਂ ਨੇ, ਇੱਕ ਪੈਦਾ ਕਰਨ ਵਾਲੀ ਹੈ ਜਿਹੜੀ ਬ੍ਰਹਮਾ ਹੈ, ਇੱਕ ਪਾਲਣ ਵਾਲੀ ਜਿਹੜੀ ਵਿਸ਼ਨੂੰ ਹੈ ਔਰ ਇੱਕ ਸਮੇਟਣ ਵਾਲੀ ਹੈ ਜਿਹੜੀ ਜਿਹਨੂੰ ਅਸੀਂ ਸ਼ਿਵ ਜਾਂ ਕੁਛ ਵੀ। ਸੋ ਇਹ ਸ਼ਕਤੀਆਂ ਜਿਹੜੀਆਂ ਨੇ ਇਹ ਕਿਵੇਂ ਕੰਮ ਕਰਦੀਆਂ? ਐਕਚੁਅਲੀ ਕੁਦਰਤ ਦੇ ਵਿੱਚ ਤਿੰਨ ਸ਼ਕਤੀਆਂ ਕੰਮ ਕਰ ਰਹੀਆਂ। ਅਸੀਂ ਪੈਦਾ ਹੁੰਦੇ ਹਾਂ, ਅਸੀਂ ਪਾਲਣਾ ਹੁੰਦੀ ਹੈ ਤੇ ਫਿਰ ਅਸੀਂ ਖਤਮ। ਉਹ ਦੁਨੀਆ ਨੂੰ ਪੈਦਾ ਕਰਦਾ ਹੈ, ਸ੍ਰਿਸ਼ਟੀ ਬਣਦੀ ਹੈ, ਫਿਰ ਸ੍ਰਿਸ਼ਟੀ ਨੂੰ ਪਾਲਣਾ ਕਰਦਾ ਹੈ, ਫਿਰ ਲੈ ਕਰ ਦਿੰਦਾ, ਫਿਰ ਆਪਣੇ ਆਪ ਸਮੇਟ ਲੈਂਦਾ।
ਔਰ ਕਿੰਨੀ ਵਾਰੀ ਉਹਨੇ ਲੈ ਕੀਤੀ, ਕਿੰਨੀ ਵਾਰੀ ਉਹਨੇ ਪੈਦਾ ਕੀਤੀ, ਕਿੰਨੀ ਵਾਰੀ ਉਹਨੇ ਲੈ ਕੀਤੀ ਹੈ। ਸੋ ਇਹ ਸ਼ਕਤੀਆਂ ਜਿਹੜੀਆਂ ਨੇ ਇਹ ਉਹਦੀਆਂ ਸ਼ਕਤੀਆਂ ਨੇ, ਜਿਹੜੀ ਉਹਦੀ ਕ੍ਰੀਏਟਿਵ ਆਰਟ ਹੈ, ਜਿਹੜਾ ਉਹਦਾ ਕ੍ਰੀਏਟਿਵ ਆਪਣਾ ਅਕਲ ਹੈ, ਉਹਦੇ ਨਾਲ ਉਹਦੀ ਪੈਦਾ ਹੋ ਜਾਂਦੀ। ਐਂਡ ਜਿਹੜੀ ਉਹਦੀ ਮਤਲਬ ਸੰਭਾਲਣ ਦੀ ਸ਼ਕਤੀ ਹੈ ਉਹਦੇ ਨਾਲ। ਸੋ ਇਹ ਸ਼ਕਤੀਆਂ ਜਿਹੜੀਆਂ ਨੇ ਇਹ ਉਹਦੇ ਅੰਡਰ ਕੰਮ ਕਰਦੀਆਂ, ਇਹ ਕੁਦਰਤ ਦੀ ਹੈਲਪ ਕਰਦੀਆਂ, ਕੁਦਰਤ ਇਹਦੇ ਨਾਲ ਹੈਲਪ ਮਤਲਬ ਕੰਮ ਕਰਦੀ। ਸੋ ਇਹ ਤਿੰਨ ਸ਼ਕਤੀਆਂ ਜਿਹੜੀਆਂ ਨੇ ਹੈਨ ਤੇ ਪਰਮਾਤਮਾ ਦੇ ਹੁਕਮ ਵਿੱਚ, ਕਿ ਮਤਲਬ ਉਹਦੀਆਂ ਸ਼ਕਤੀਆਂ ਨੇ। ਉਹਨੇ ਇਹਨਾਂ ਨੂੰ ਸ਼ਕਤੀਆਂ ਨੇ ਕਿਉਂ ਪੈਦਾ ਕੀਤਾ? ਉਹਨੇ ਸੰਸਾਰ ਚਲਾਉਣਾ, ਉਹਨੇ ਆਪਣੀ ਰਚਨਾ ਚਲਾਉਣੀ। ਸੋ ਇਹਦੇ ਵਿੱਚ ਇੱਕ ਕ੍ਰੀਏਟਿਵ ਫੋਰਸ ਚਾਹੀਦੀ ਹੈ, ਇੱਕ ਸੰਭਾਲਣ ਵਾਲੇ, ਇੱਕ ਉਹਨੂੰ। ਲੇਕਿਨ ਕੀ ਹੈਗੇ ਕਿ ਕਹਿੰਦੇ ਨੇ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੈ ਬੇਟਾ। ਹੁਣ ਉਹਨੂੰ ਤੇ ਪਤਾ ਹੈ ਕਿ ਮੈਂ ਸ਼ਕਤੀਆਂ ਪੈਦਾ ਕੀਤੀਆਂ ਤੇ ਮੇਰੇ ਹੁਕਮ ਵਿੱਚ ਕੰਮ ਕਰ ਰਹੀਆਂ ਨੇ, ਕਿਉਂਕਿ ਕੁਦਰਤ ਨੂੰ ਚਲਾਉਣ ਵਾਸਤੇ ਇਹ ਸ਼ਕਤੀਆਂ ਜਿਹੜੀਆਂ ਨੇ ਇਹਨਾਂ ਨੂੰ ਮੈਂ ਪੈਦਾ ਕੀਤਾ ਹੈਗਾ। ਲੇਕਿਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੈ ਵੱਡਾ। ਉਹਨੂੰ ਪਤਾ ਹੈ ਲੇਕਿਨ ਉਹਨਾਂ ਨੂੰ ਨਹੀਂ ਪਤਾ। ਉਹ ਸਮਝਦੇ ਨੇ ਕਿ ਅਸੀਂ ਕਰ ਰਹੇ ਹਾਂ। ਇਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਰਮ ਕਮਾਇਆ। ਹਉਮੈ ਕੀ ਹੈ? ਮੈਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ, ਜਿਸ ਤਰ੍ਹਾਂ ਕਿ ਅਸੀਂ ਕਈ ਵਾਰੀ ਬੱਚੇ ਨੂੰ ਇਨਕਰੇਜ ਕਰਨ ਵਾਸਤੇ ਉਹਦੀ ਹੈਲਪ ਕਰਨੇ ਆ, ਔਰ ਫਿਰ ਬੱਚੇ ਨੂੰ ਕਹਿੰਦੇ ਆ ਇਹ ਤੂੰ ਕੀਤਾ ਹੈਗਾ। ਹੁਣ ਬੱਚਾ ਸਮਝਣ ਲੱਗ ਪੈਂਦਾ ਹਾਂ ਮੈਂ ਕੀਤਾ। ਇੱਕ ਵਾਰੀ ਮੈਂ ਕਿਸੇ ਸਕੂਲ ਵਿੱਚ ਗਈ ਤੇ ਬੱਚਾ ਸੀ, ਉਹਦੀ ਟੀਚਰ ਨੇ ਬੜੀ ਸ਼ਿਕਾਇਤ ਕੀਤੀ ਕਿ ਬੱਚਾ ਲਿਖਦਾ ਨਹੀਂ, ਲਿਖਣੇ ਆਉਂਦਾ। ਜੋ ਹੈਡਮਿਸਟਰ ਸੀ ਉਹਨੇ ਉਹਨੂੰ ਆਪਣੇ ਦਫ਼ਤਰ ਵਿੱਚ ਬੁਲਾ ਲਿਆ। ਉਹਨੇ ਬੱਚੇ ਦਾ ਹੱਥ ਪਕੜਿਆ, ਹੱਥ ਪਕੜ ਕੇ ਉਹ ਲਿਖਦੀ ਗਈ ABCD, ਬੱਚੇ ਹੱਥ ਚਲਾਉਂਦੀ ਗਈ। ਤਾਂ ਉਹਨੂੰ ਕਹਿਣ ਲੱਗੀ who did it? You did it, you did it। ਹੁਣ ਬੱਚਾ ਸਮਝ ਗਿਆ ਕਿ ਮੈਂ ਕੀਤਾ। ਸਿਮਿਲਰਲੀ ਇਹ ਸ਼ਕਤੀਆਂ ਸਮਝਦੀਆਂ ਨੇ ਕਿ ਅਸੀਂ ਕਰ ਰਹੇ ਹਾਂ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੈ ਵਿਡਾ। ਉਹਨੂੰ ਪਤਾ ਹੈ ਕਿ ਇਹ ਮੈਂ ਪੈਦਾ ਕੀਤੀਆਂ ਨੇ, ਪਰ ਉਹ ਸਮਝਦੇ ਨੇ ਅਸੀਂ। ਤਾਂ ਇਸੇ ਕਰਕੇ ਉਹਨਾਂ ਨੂੰ ਕਿਹਾ ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਰਮ ਕਮਾਇਆ। ਸੋ ਹੁਣ ਟਾਈਮ ਕਾਫੀ ਹੋ ਗਿਆ। ਅੱਜ ਦਾ ਟੌਪਿਕ ਜਿਹੜਾ ਕਾਫੀ ਗਹਿਰਾ ਸੀ, ਔਰ ਅਜੇ ਮਤਲਬ ਮੇਰਾ ਖਿਆਲ ਹੈ ਫਿਰ ਅਗਲੀ ਵਾਰੀ ਥੋੜਾ ਲੈ ਲਵਾਂਗੇ। ਘੰਟੇ ਤੋਂ ਜ਼ਿਆਦਾ ਤਾਂ ਮੈਂ ਨਹੀਂ ਲੈਣਾ ਚਾਹੁੰਦੀ, ਕਿਉਂਕਿ ਸਾਰਿਆਂ ਨੂੰ ਆਪਣੇ ਜਿਹੜਾ ਹੈਗਾ ਜਾਣਾ ਹੁੰਦਾ ਹੈਗਾ। ਸੋ ਕਿਸ ਤਰ੍ਹਾਂ ਅੱਜ ਦਾ ਟੌਪਿਕ ਜਿਹੜਾ ਸੀ ਉਹ ਸਾਨੂੰ ਇਸ ਚੀਜ਼ ਵੱਲ ਲਿਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਗਹਿਰਾਈ ਵਿੱਚ ਜਾਈਏ। ਤੇ ਗਹਿਰਾਈ ਵਿੱਚ ਜਾਣ ਤੋਂ ਬਿਨਾਂ ਨਹੀਂ ਤੇ ਅਸੀਂ ਟਾਈਮ ਬਹੁਤ ਲੰਬਾ ਲੈ ਜਾਵਾਂਗੇ, ਫਿਰ ਕਈ ਜਨਮ ਜਿਹੜੇ ਨਾ ਉਹਦੇ ਵਿੱਚ ਹੀ ਆਉਂਦੇ ਰਵਾਂਗੇ। ਤਾਂ ਕਿਸ ਤਰ੍ਹਾਂ ਇਸ ਜਨਮ ਵਿੱਚ ਕਿ ਬਹੁਤ ਜਨਮ ਪਿਛੜੇ ਤੇ ਸਾਧੋ ਮਾਧੋ ਜਨਮ ਤੁਹਾਰੇ ਲਿਖੇ, ਇਹ ਤੇ ਖੈਰ ਪਤਾ ਨਹੀਂ, ਪਰ ਐਟਲੀਸਟ ਇਹ ਹੈ ਨਾ ਕਿ ਬਈ ਅਸੀਂ ਇਹ ਤੇ ਕੋਸ਼ਿਸ਼ ਕਰੀਏ ਕਿ ਜਿੰਨਾ ਸਫ਼ਰ ਅਸੀਂ ਤੈਅ ਕਰ ਸਕਦੇ ਹਾਂ ਉਹ ਤੇ ਤੈਅ ਕਰੀਏ। ਸੋ ਇਹਦੇ ਵਿੱਚ ਤੁਸੀਂ ਬੇਸ਼ੱਕ ਆਪਣੇ ਸਵਾਲ ਫਾਰਮ ਕਰਕੇ ਅਗਲੀ ਵਾਰੀ ਤੁਸੀਂ ਬੇਸ਼ੱਕ ਲਿਆਣਾ। ਦੂਸਰਾ ਮੈਂ ਇਹ ਵੀ ਆਪਣਾ ਬੇਨਤੀ ਕਰਾਂਗੇ ਕਿ ਕਿਸੇ ਨੂੰ ਕੋਈ ਕਿਧਰੇ ਕੋਈ ਕੁਐਸਚਨ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ, ਆਈ ਐਮ ਆਲਵੇਜ਼ ਅਵੇਲੇਬਲ। ਤੁਸੀਂ ਮੈਨੂੰ ਫੋਨ ਕਰੋ, ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਹੋ। ਅਸੀਂ ਆਪਣੇ ਇੱਕ ਦੂਸਰੇ ਕੋਲੋਂ ਗਾਈਡੈਂਸ ਲੈ ਸਕਦੇ ਹੈਗੇ ਹਾਂ, ਕਿਉਂਕਿ ਸਾਡਾ ਮੇਨ ਪਰਪਸ ਇਹ ਹੀ ਹੈ ਕਿ ਅਸੀਂ ਸਮਝਣਾ, ਸਮਝ ਕੇ ਬਣਨਾ। ਮੇਨ ਪਰਪਸ ਇਹ ਹੈਗਾ। ਸੋ ਇਹਦੇ ਵਿੱਚ ਜਿੱਥੇ ਜਿੱਥੇ ਮੈਂ ਮਤਲਬ ਮਦਦ ਕਰ ਸਕਦੀ ਹਾਂ ਠੀਕ ਹੈ, ਜਿੱਥੇ ਤੁਸੀਂ ਕਰ ਸਕਦੇ ਹੋ ਵੀ ਠੀਕ ਹੈ, ਪਰ ਮੇਰੇ ਵੱਲੋਂ ਆਈ ਐਮ ਵੈਰੀ ਓਪਨ ਕਿ ਤੁਸੀਂ ਜਿਸ ਤਰ੍ਹਾਂ ਵੀ ਮਤਲਬ ਚਾਹੋ ਉਸ ਤਰ੍ਹਾਂ ਜਿਹੜਾ ਹੋ ਸਕਦਾ ਹੈ। ਸੋ ਹੋਰ ਕੁਛ ਤੁਹਾਡਾ ਕਿਤੇ ਕੋਈ ਸਵਾਲ ਜਾਂ ਕੁਛ ਡਾਊਟ ਹੋਵੇ ਤਾਂ ਦੱਸੋ। ਆਈ ਵਾਂਟ ਕਿ ਬਈ ਪਹਿਲੇ ਰਸਤਾ ਇਸ ਤਰ੍ਹਾਂ ਦਾ ਹੋਵੇ ਕਿ ਸਾਨੂੰ ਪਤਾ ਹੋਵੇ ਕਿ ਇਹ ਰਸਤਾ ਮੈਨੂੰ ਵੀ ਨਹੀਂ ਪਤਾ ਕਿ ਮੈਂ ਤੁਹਾਨੂੰ ਠੀਕ ਗਾਈਡ ਵੀ ਕਰ ਰਹੀ ਹਾਂ ਕਿ ਨਹੀਂ ਕਰ ਰਹੀ, ਪਰ ਮੇਰਾ ਪਰਪਸ ਤਾਂ ਸਿਰਫ ਇਹੀ ਹੈ। ਸੋ ਪਰਪਸ ਤਾਂ ਪੂਰਾ ਹੋਣਾ ਚਾਹੀਦਾ ਹੈ। ਇਹ ਕਿਤਾਬ ਦਾ ਨਾਮ ਦੱਸਣਾ ਜਿਹੜੀ ਤੁਸੀਂ ਕਹਿੰਦੇ ਯੋਗਾਨੰਦਾ ਨੇ ਉਹਦੀ ਟ੍ਰਾਂਸਲੇਸ਼ਨ ਕੀਤੀ। ਇਹਦਾ ਨਾਮ ਹੈ ਰੁਬਾਇਤ। ਇਹਦਾ ਉਹਨਾਂ ਨੇ ਮਤਲਬ ਇਹਦਾ ਕੀਤਾ ਹੈ ਵਾਈਨ ਆਫ ਮਿਸਟਿਕਸ, ਕਿ ਜਿਹੜੇ ਮਿਸਟਿਕਸ ਨੇ ਉਹਨਾਂ ਦੀ ਸ਼ਰਾਬ ਕਿਹੜੀ, ਉਹਨਾਂ ਦੀ ਸ਼ਰਾਬ ਰੱਬ ਦਾ ਨਾਮ ਹੈ। ਐਂਡ ਐਕਚੁਅਲੀ ਤੁਸੀਂ ਦੇਖੋ ਕਿ ਤੁਸੀਂ ਇੱਕ ਸਟੇਟ ਵਿੱਚ ਜਦੋਂ ਚਲੇ ਜਾਂਦੇ ਹੋ ਤੇ ਉਹ ਇੱਕ ਸ਼ਰਾਬੀ ਦੀ ਹਾਲਤ ਹੋ ਜਾਂਦੀ ਹੈਗੀ।
ਸੋ ਉਹਦਾ ਉਹਨਾਂ ਨੇ ਨਾਂ ਰੱਖਿਆ ਵਾਈਨ ਆਫ ਮਿਸਟਿਕਸ। ਪਰ ਬੜੀ ਅੱਛੀ, ਬਹੁਤ ਹੀ ਅੱਛੀ ਕਿਤਾਬ ਹੈ। ਐਂਡ ਜਿਹਨੂੰ ਅਵੇਲੇਬਲ ਹੋਵੇ ਪੜ੍ਹ ਲੈ। ਮੈਨੂੰ ਉਹਦੇ ਤੋਂ ਬਹੁਤ ਮੈਂ ਬਹੁਤ ਮੈਨੂੰ ਉਹਦੇ ਤੋਂ ਗਿਆਨ ਮਿਲਿਆ ਸੀਗਾ। ਸਪੈਲਿੰਗਸ ਕੀ ਹੈਗੇ ਰੁਬਾਈ ਦੇ? ਰੁਬਾਇਤ ਦੇ RUBAI ਮੇ ਬੀ ਵਾਈਨ ਆਫ ਮਿਸਟਿਕਸ ਤੋਂ ਪਤਾ ਲੱਗ ਜਾਏਗਾ। ਨਹੀਂ ਰੁਬਾਇਤ ਹੀ ਤੁਸੀਂ ਰੁਬਾਇਤ RUBAI ਮੈਨੂੰ ਸਪੈਲਿੰਗ ਯਾਦ ਹੈ। ਇਹ ਵਾਈਨ ਆਫ ਮਿਸਟੇਕਸ ਪਤਾ ਲੱਗ ਜਾਂਦਾ ਹੈਗਾ। ਇਟਸ ਅ ਵੈਰੀ ਪਪੂਲਰ ਬੁੱਕ। ਠੀਕ ਹੈ। ਇਹ ਕੋਈ ਮਤਲਬ ਇਤਨੀ ਅਨਨੋਨ ਬੁੱਕ ਨਹੀਂ, ਇਟਸ ਅ ਵੈਰੀ ਮਚ ਨੋਨ ਬੁੱਕ, ਕਿਉਂਕਿ ਇਹਦੇ ਵਿੱਚ ਬੜੀ ਗਹਿਰਾਈ ਵਿੱਚ ਉਹਨਾਂ ਨੇ ਦੱਸਿਆ ਹੈਗਾ। ਹੋਰ ਗੁਰਜੀਤ ਭੈਣ ਜੀ ਕੀ ਕਮੈਂਟ ਨੇ ਤੁਹਾਡੇ? ਹਾਂਜੀ ਚਲੇ ਗਏ ਗੁਰਜੀਤ ਭੈਣ ਜੀ? ਅੱਛਾ ਭੈਣ ਜੀ ਬਹੁਤ ਵਧੀਆ ਤੁਸੀਂ ਐਕਸਪਲੇਨ ਕਰ ਰਹੇ ਹੈਗੇ ਹੋ, ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਸਾਨੂੰ ਜਿੰਨਾ ਵੀ ਹੋ ਸਕੇ ਸੀ ਉਹਨੂੰ ਡੀਪ ਸਮਝ ਕੇ ਕਰੀਏ ਪਾਠ, ਤੇ ਉਹਦਾ ਹੋਰ ਹੀ ਰਸ ਹੈ। ਬਿਲਕੁਲ ਪਰ ਛੋਟਾ ਜਿਹਾ ਹੈਗਾ ਸੀ ਕਿ ਵੀ ਬਿਗਨਿੰਗ ਦੇ ਵਿੱਚ ਤੁਸੀਂ ਕਿਹਾ ਕਿ ਉਹ ਗੁਰਾ ਇੱਕ ਦੇ ਬਜਾਈ ਗੁਰਾ ਇੱਕ ਨਹੀਂ ਹੋ ਸੀ ਨਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰਾ ਨਹੀਂ ਕਿਹੜੀ ਤੁਕ ਕਹੀ ਸੀ ਤੁਸੀਂ? 6ਵੀਂ ਪੌੜੀ ਦੀ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ, ਜੇ ਗੁਰ ਕੀ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਸਿੱਖ ਹੈ ਭੈਣ ਜੀ। ਜਦੋਂ ਤੱਕ ਨਹੀਂ ਵੀ ਆਪਣਾ ਗੁਰਜੀਤ ਜੀ ਇਹ ਤਾਂ ਬਿਲਕੁਲ ਠੀਕ ਹੈ। ਮੈਂ ਜਾਣ ਕੇ ਉਹਦੇ ਅਸੈਸ਼ਨ ਦਿੱਤੀ ਹੈ। ਹਾਂ ਜਦੋਂ ਤੁਸੀਂ ਸਿੱਖ ਕਹੋਗੇ ਨਾ, ਸਿੱਖ ਦਾ ਮਤਲਬ ਕੁਝ ਹੋਰ ਹੀ ਨਿਕਲੇਗਾ। ਹਾਂ ਤੇ ਸਿੱਖ ਦਾ ਮਤਲਬ ਕੁਝ ਹੋਰ ਹੈ। ਹਾਂ ਤੇ ਸਿੱਖ ਦਾ ਮਤਲਬ ਹੁੰਦਾ ਸਿੱਖਿਆ। ਹਾਂਜੀ ਠੀਕ ਹੈ। ਹੁਣ ਮੈਂ ਇਹ ਜੇ ਕਹਾਂ ਕਿ ਜੇ ਗੁਰੂ ਨੇ ਸਿੱਖ ਨੇ ਗੁਰੂ ਦੀ ਇੱਕ ਸੁਣ ਲਈ, ਉਹਦਾ ਮਤਲਬ ਹੋਰ ਨਿਕਲੇਗਾ। ਜੇ ਮੈਂ ਕਹਾਂ ਗੁਰੂ ਦੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣੀ, ਤੇ ਫਿਰ ਉਹਦਾ ਮਤਲਬ ਬਿਲਕੁਲ ਹੋਰ ਨਿਕਲੇਗਾ। ਬਿਲਕੁਲ ਠੀਕ ਹੈ ਨਾ? ਇਹ ਮੈਨੂੰ ਪਤਾ ਹੈ। ਐਕਚੁਅਲੀ ਮੈਂ ਬਹੁਤ ਚੰਗੀ ਨਹੀਂ ਗੁਰਬਾਣੀ, ਮੈਂ ਤੁਹਾਨੂੰ ਦੱਸਦੀ। ਨਹੀਂ ਠੀਕ ਹੈ। ਤੁਸੀਂ ਸਿੱਖ ਦੇ ਬਜਾਏ ਸਿੱਖ ਕਿਹਾ, ਮੈਂ ਸਿੱਖ ਕਿਹਾ। ਬਾਣੀ ਦੇ ਵਿੱਚ ਜਿਹੜਾ ਹੈਗਾ ਬਾਣੀ ਐਕਚੁਅਲੀ ਸਿੱਖ ਹੈਗਾ। ਨਹੀਂ ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਿੱਖ ਹੈ। ਲੇਕਿਨ ਮੈਂ ਕਈ ਵਾਰੀ ਜਦੋਂ ਮੈਂ ਮਤਲਬ ਜਿਹੜੀ ਸਿੱਖਿਆ, ਮੈਂ ਜ਼ਿਆਦਾ ਮਤਲਬ ਦੇ ਨਾਲ ਜੁੜੀਆਂ, ਵਰਡ ਦੇ ਨਾਲੋਂ ਮਤਲਬ ਨਾਲ ਹੀ ਜੁੜੀਆਂ। ਔਰ ਕਈ ਥਾਵਾਂ ਤੇ ਹੋ ਸਕਦਾ ਹੈ ਕਿ ਵਰਡ ਜਿਹੜਾ ਗਲਤ ਵੀ ਨਿਕਲੇ, ਪਰ ਇਸ ਤਰ੍ਹਾਂ ਮੈਂ ਤੇ ਜਾਣ ਬੁੱਝ ਕੇ ਕੀਤਾ ਸੀ। ਜੇ ਮੈਂ ਸਿੱਖ ਗਈ ਨਾ, ਤੇ ਸਿੱਖ ਠੀਕ ਹੈ, ਸਾਰੇ ਉਸੇ ਸਿੱਖ ਹੀ ਹੈਗੇ। ਤੇ ਜਦੋਂ ਮੈਨੂੰ ਸਿਰਫ ਮੈਂ ਇਸ ਕਰਕੇ ਗੱਲ ਕਹੀ ਭੈਣ ਜੀ ਕਿ ਵੀ ਸਿੱਖ ਦਾ ਮਤਲਬ ਹੋਰ ਹੈ ਔਰ ਸਿੱਖ ਦਾ ਮਤਲਬ ਹੋਰ ਹੈ, ਕਿਉਂਕਿ ਤੁਹਾਡਾ ਟੌਪਿਕ ਸਿੱਖ ਦੇ ਉੱਤੇ ਚੱਲ ਰਿਹਾ ਸੀ ਕਿ ਵੀ ਅਸੀਂ ਸਿੱਖਣਾ ਕੀ ਹੈ। ਬਿਲਕੁਲ ਸਾਡਾ ਟੌਪਿਕ ਸਿੱਖ ਦੇ ਉੱਤੇ ਸੀ ਕਿ ਸਿੱਖਣਾ ਕੀ ਹੈ, ਸਿੱਖਣਾ ਕਿਵੇਂ ਹੈਗਾ। ਬਿਲਕੁਲ ਤੇ ਉਹ ਮੈਨੂੰ ਮਤਲਬ ਕਿ ਲੱਗਾ ਕਿ ਵੀ ਜੇ ਅਗਰ ਤੁਸੀਂ ਸਿਆਰੀ ਬਿਆਰੀ ਦੇ ਵਿੱਚ ਫਰਕ ਪਾਇਆ ਹੈ ਤੇ ਉਹਦੀ ਸੈਂਸ ਹੋਰ ਪਾਸੇ ਜਾ ਰਹੀ ਹੈ, ਤੇ ਉਹ ਜਿਹੜਾ ਉਹਦੇ ਤੋਂ ਅਸੀਂ ਉਸ ਤਰੀਕੇ ਨਾਲ ਉਸ ਨੂੰ ਲੈ ਰਹੇ ਹੋ, ਨਾ ਕਿ ਸਿੱਖ ਵੱਲ ਲੈ ਰਹੇ ਹੋ। ਤੇ ਬਹੁਤ ਅੱਛਾ ਲੱਗਾ ਸਾਰਾ। ਤੇ ਇੱਕ ਵਾਰੀ ਰਿਕਾਰਡਿੰਗ ਹੋਰ ਦੂਜੀ ਵਾਰੀ ਸੁਣਾਂਗੇ ਤੇ ਉਹਦੇ ਨਾਲ ਵੀ ਬੜਾ ਫਰਕ ਪੈ ਜਾਂਦਾ ਹੈ। ਕਿਧਰੇ ਕਿਸੇ ਧਿਆਨੀ ਕਿਧਰੇ ਹੋ ਜਾਏ ਤੇ ਉਹ ਰਿਕਾਰਡਿੰਗ ਜਿਹੜੀ ਹੈ ਉਹ ਫਿਰ ਉਹਨੂੰ ਕਲੀਅਰ ਕਰ ਦਿੰਦੀ ਹੈ। ਹਾਂ ਨਹੀਂ ਹੁਣ ਤੇ ਉਹ ਰਿਕਾਰਡਿੰਗ ਜਿਹੜੀ ਹੈ ਨਾ ਉਹ ਆ ਜਾਏਗੀ, ਵੀਡੀਓ ਤੇ ਆ ਜਾਏਗੀ। ਹਾਂਜੀ ਰਿਕਾਰਡਿੰਗ ਵੀਡੀਓ ਤੇ ਆਣੀ ਸ਼ੁਰੂ ਹੋ ਗਈ। ਤੁਸੀਂ ਸਭ ਨੇ ਦੇਖਿਆ ਵੀਡੀਓ ਦੇਖੇ ਨਾ ਮੇਰੇ ਕਿ ਨਹੀਂ? ਉਹ ਜੋ YouTube ਵਾਲੇ ਨਹੀਂ, ਉਹ ਸਾਰੇ ਮੈਂ ਦੇਖ ਨਹੀਂ ਸਕੀ। ਅੱਜ ਮੈਂ ਪੂਰੀ ਕੋਸ਼ਿਸ਼ ਕਰਾਂਗੀ। ਅੱਛਾ, ਉਹ ਮੈਂ ਤੁਸੀਂ ਕਿਹਾ ਸੀ ਨਾ ਪਿਛਲੀ ਵਾਰੀ ਸ਼ਬਦ ਪਾ ਦੇਣਾ, ਉਹ ਮੈਂ ਪਾਇਆ ਸੀ ਜਪਜੀ ਸਾਹਿਬ ਤੇ, ਮੇਰੀ ਮਤ ਥੋੜੀ ਤੁਸੀਂ ਉਹ ਪੜਿਆ ਸ਼ਬਦ? ਨਹੀਂ, ਮੈਂ ਉਹ ਜਾਵਾਂਗੀ ਤੇ ਤਾਂ ਹੀ ਦੇਖਾਂਗੀ। ਤੁਸੀਂ ਦੱਸਿਆ ਸੀ ਆਪਣਾ YouTube ਤੇ ਵੀ ਖੰਨੇ ਵਾਲਿਆਂ ਦਾ ਸੀ ਸ਼ਬਦ ਮੇਰੀ ਮਤ ਥੋੜੀ। ਮੇਰੀ ਮਤ ਇਹ ਮੈਂ ਪਾਇਆ ਸੀ ਕਿ ਵੈਸੇ ਇਹ ਬਹੁਤ ਹੀ ਮਤਲਬ 13 ਮਿੰਟ ਦਾ ਸ਼ਬਦ ਹੈ,
ਔਰ ਤੁਸੀਂ ਜਦੋਂ ਤੁਹਾਡੇ ਕੋਲ ਥੋੜਾ ਜਿਹਾ ਵੀ ਟਾਈਮ ਹੋਏ ਨਾ ਤੁਸੀਂ ਲਗਾ ਲਓ ਤੇ ਉਹ ਬੜੀ ਸ਼ਾਂਤੀ ਉਹਦੇ ਨਾਲ ਆਉਂਦੀ ਹੈ। ਠੀਕ ਹੈ ਜੀ, ਠੀਕ ਹੈ। ਤੁਸੀਂ ਕਿਹਾ ਸੀ ਨਾ ਉਹ ਸ਼ਬਦ ਪਾ ਦੇਣਾ, ਮੈਂ ਸ਼ਬਦ ਪਾ ਦਿੱਤਾ ਫਿਰ ਤਾਂ ਮੈਂ ਬਹੁਤ ਤੁਹਾਨੂੰ ਪੁੱਛਿਆ। ਬਾਣੀ ਠੀਕ ਠੀਕ ਭੈਣ ਜੀ, ਤੁਹਾਡਾ ਕੀ YouTube ਤੇ ਕੀ ਨਾਂ ਤੇ ਮੈਂ ਹਾਂ ਕਿਸ ਤਰ੍ਹਾਂ? ਉਹਦੇ ਵਿੱਚ ਹੈ ਹਰਬੰਸ ਕੌਰ ਭੰਗੂ। ਅੱਛਾ, ਹਾਂ। ਤੁਹਾਡਾ ਦੇ ਨਾਲ ਆ। ਠੀਕ ਹੈ। ਹਾਂ ਮੈਂ ਬਹੁਤ ਸਾਰਿਆਂ ਨੂੰ ਤੇ ਪਾ ਹੀ ਦਿੱਤੇ ਹੈਗੇ ਨੇ। ਅੱਛਾ ਕੌਣ ਜੀ, ਹੈ ਜਿਹਨੂੰ ਮੈਂ ਨਹੀਂ ਪਾਏ ਦੱਸੋ? ਕਿ YouTube ਦੇ ਉੱਤੇ? ਹਾਂ ਤੁਹਾਡਾ WhatsApp ਨੰਬਰ ਮੇਰੇ ਕੋਲ ਲੈਣਾ ਨਹੀਂ ਤੇ ਮੈਂ ਤੁਹਾਨੂੰ ਪਾ ਹੀ ਦਿੰਦੀ। ਉਹ ਇੱਕ ਵਾਰੀ ਟ੍ਰਾਂਸਫਰ ਕਰਨਾ ਸਾਰੇ ਇੱਕੋ ਵਿੱਚ ਹੀ ਆ ਜਾਂਦੇ ਨੇ। ਹਾਂ ਇਹ ਤੇ ਗੱਲ ਹੈ। ਮੇਰਾ ਤੁਸੀਂ ਮੈਨੂੰ ਨੰਬਰ ਪਾ ਦੇਣਾ, ਠੀਕ ਹੈ? ਹਾਂ, ਮੇਰਾ ਫੋਨ ਨੰਬਰ ਤੇ ਹੀ ਹੈ ਨੰਬਰ ਜੀ। ਪਾ ਦੇਣਾ, ਫਿਰ ਮੈਂ ਤੁਹਾਨੂੰ ਟ੍ਰਾਂਸਫਰ ਕਰ ਦਿਆਂਗੀ। ਠੀਕ ਹੈ ਜੀ, ਠੀਕ ਹੈ ਠੀਕ ਹੈ। ਜੀ। ਤੇ ਹਾਂਜੀ। ਬਾਕੀ ਹੋਰ ਕਿਹਨੂੰ ਨਹੀਂ ਕੀਤਾ, ਮੈਂ ਸਭ ਨੂੰ ਕਰ ਹੀ ਦਿੱਤਾ ਆਲਮੋਸਟ। ਜਿਹਨੂੰ ਨਹੀਂ ਕੀਤਾ ਆਪਣਾ ਨੰਬਰ ਪਾ ਦੇ, ਮੈਂ ਸਭ ਨੂੰ ਕਰ ਦਿਆਂ। ਠੀਕ ਹੈ। ਮੈਨੂੰ ਵੀ ਨਹੀਂ ਭੈਣ ਜੀ, ਮੈਂ ਤੁਹਾਨੂੰ ਨੰਬਰ ਦੇ ਦਵਾਂਗੀ, ਇੰਦਰਜੀਤ। ਹਾਂ ਅੱਛਾ ਠੀਕ ਹੈ, ਤੁਸੀਂ ਮੈਨੂੰ ਨੰਬਰ ਦੇ ਦੇਣਾ। ਸ਼ੋਰ। ਹਾਂ ਠੀਕ ਹੈ ਜੀ। ਹਾਂ ਹਾਂ ਹਾਂ। ਸੋ ਹੋਰ ਜੇ ਕੋਈ ਨਹੀਂ ਸਵਾਲ ਤੇ ਹਾਂ ਡੋਲੀ ਜੀ ਤੁਸੀਂ ਐਂਡ ਆਪਣਾ ਹੁਣ ਜਿਹੜਾ ਤੁਹਾਡਾ ਕਿਉਂਕਿ ਅੱਜ ਬਾਰੇ ਤੁਸੀਂ ਕੀ ਤੁਹਾਡੇ ਕੀ ਕਮੈਂਟ? ਮੈਂ ਥੋੜਾ ਤੁਹਾਡਾ डॉली जी YouTube मेरा भी नंबर दे देना प्लीज, बलबीर ਹਾਂ चला। ਠੀਕ ਹੈ थैंक ਠੀਕ यू। ਹੈ ਠੀਕ ਹੈ ਠੀਕ ਦੇ ਹੈ। ਦਿਆਂਗੇ। ਹਾਂਜੀ ਡੋਲੀ ਜੀ ਹਾਂਜੀ, ਮੈਂ ਤੁਹਾਡਾ YouTube ਦਾ ਦੇਖਿਆ ਸੀਗਾ ਭੈਣ ਜੀ। ਦੇਖਿਆ ਸੀ, ਠੀਕ ਹੈ ਹਾਂਜੀ, ਉਹਦੇ ਚ ਆਏ ਹੋਏ ਨੇ। ਹਾਂਜੀ, ਠੀਕ ਹੈ, ਸਾਰੇ ਠੀਕ। ਸੀਗੇ ਉਹਦੇ ਵਿੱਚ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਠੀਕ। ਨਹੀਂ ਆਪ ਦਾ ਤੇ ਬਹੁਤ ਬਹੁਤ ਸੋਹਣਾ ਆਪ ਜੀ ਨੇ ਦੱਸਿਆ ਹੈਗਾ, ਕਿਉਂਕਿ ਸਾਰੀ ਗੱਲ ਇਹੀ ਹੈ ਕਿ ਜੇ ਅੰਦਰ ਆਪਣੀ ਜੀਵਨ ਯੁਕਤੀ ਨੂੰ ਬਦਲਣਾ ਹੈਗਾ ਤੇ ਫॉर ਅਸ ਟੂ ਅੰਡਰਸਟੈਂਡ, ਸਮਝਾਂਗੇ ਤਦ ਤੇ ਜੀਵਨ ਯੁਕਤੀ ਉਦੋਂ ਬਦਲੇਗੀ ਜਦੋਂ ਸਮਝ ਪਏਗੀ ਡੀਪ। ਜਿੰਨਾ ਡੀਪ ਜਾਂਦੇ ਜਾਵਾਂਗੇ ਉਹ ਫਿਰ ਉਹਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ, ਆਪਣੇ ਆਪ ਬਦਲਾਵ ਆਉਂਦਾ ਜਾਏਗਾ। ਬਿਲਕੁਲ ਬਿਲਕੁਲ, ਉਹ ਆਪਣੇ ਆਪ ਬਦਲਾਵ ਆਉਂਦਾ, ਫਿਰ ਤੁਸੀਂ ਆਪਣੇ ਕੁਝ ਆਪ ਨਹੀਂ ਆਉਂਦਾ ਕਰਨਾ। ਜਾਏਗਾ। ਹਾਂ ਬਿਲकुल, ਤੁਹਾਡੇ ਬਦਲਾਵ ਆਏਗਾ। ਬਦਲਾਵ ਦੇ ਨਾਲ ਤੁਹਾਡੀ ਅਵਸਥਾ ਬਦਲੇਗੀ। ਅਵਸਥਾ ਬਦਲਣ ਨਾਲ ਇੱਕ ਆਨੰਦ ਵਿੱਚ ਤੁਸੀਂ ਰਹਿਣਾ ਸ਼ੁਰੂ ਕਰੋਗੇ। ਉਸ ਤੋਂ ਬਾਅਦ ਫਿਰ ਹੋਰ ਸ਼ੌਕ ਪੈਦਾ ਹੁੰਦਾ ਹੈ, ਫਿਰ ਹੋਰ ਸਮਝ ਵੱਧਦੀ ਹੈਗੀ ਹੈ। ਸੋ ਇਸੇ ਪ੍ਰੋਸੈਸ ਜਿਹੜਾ ਕਿ ਅੱਗੇ ਚੱਲਦਾ ਜਾਂਦਾ, ਕਿਉਂਕਿ ਪਰਮਾਤਮਾ ਆਪਣੇ ਆਪ ਮਦਦ ਕਰਦਾ। ਇਹ ਉਹਦਾ ਤਰੀਕਾ ਹੈ, ਇਹ ਉਹਦਾ ਤਰੀਕਾ। ਬਿਲਕੁਲ 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 ਬਿਲਕੁਲ। ਨਹੀਂ ਹਾਂਜੀ, ਸੋ ਨਹੀਂ ਹਾਂਜੀ ਬਹੁਤ ਸੋਹਣਾ ਹੈ। ਤੇ ਤੁਹਾਡੀ ਜਿਹੜਾ ਮਤ ਵਿੱਚ ਰਤਨ ਜਵਾਹਰ ਮਾਰਗ ਜੇ ਗੁਰ ਕੀ ਸਿੱਖ ਸੁਣੀ, ਉਹਦਾ ਮੀਨਿੰਗ ਵਿੱਚ ਇਹੀ ਆਉਂਦਾ ਹੈ। ਮੀਨਿੰਗ ਵਿੱਚ ਉਹਨਾਂ ਨੇ ਉਹਨੂੰ ਸਿੱਖ ਤੌਰ ਤੇ ਨਹੀਂ ਯੂਜ਼ ਕੀਤਾ ਐਜ਼ ਅ ਸਿੱਖ, ਪਰ ਐਜ਼ ਅ ਸਿੱਖਿਆ। ਹਾਂ ਹਾਂ ਬਿਲਕੁਲ ਐਜ਼ ਅ ਸਿੱਖਿਆ। ਬਿਲਕੁਲ ਇੱਕ ਸਿੱਖਿਆ। ਵੈਸੇ ਮੈਂ ਬਹੁਤ ਗੁਰਬਾਣੀ ਦੀ ਕਰੈਕਸ਼ਨ ਵਿੱਚ ਜਿਹੜੀ ਹੈ ਨਾ ਬਹੁਤ ਹੈਗੀ ਨਹੀਂ, ਕਿਉਂਕਿ ਮੈਨੂੰ ਬਹੁਤ ਗੁਰਬਾਣੀ ਨਹੀਂ ਆਉਂਦੀ। ਮੈਨੂੰ ਤੇ ਜਿੱਥੇ ਜੇ ਪੜ੍ਹੋ ਨਾ ਤੇ ਜਿਹਦੀ ਮੀਨਿੰਗ ਹੋਵੇ ਨਾ ਬੜਾ, ਤਾਂ ਉਹ ਮੈਨੂੰ ਯਾਦ ਹੋ ਜਾਂਦਾ। ਤੋ ਮੈਨੂੰ ਬਹੁਤਾ ਗ੍ਰਾਮਰ, ਵੈਸੇ ਗ੍ਰਾਮਰ ਤੇ ਮੇਰਾ ਬਹੁਤਾ ਜ਼ੋਰ ਹੈ ਨਹੀਂ, ਪਰ ਇੱਥੇ ਉਹ ਜਿਹੜਾ ਆਇਆ ਉਹਦਾ ਮੀਨਿੰਗ ਜਿਹੜਾ ਆਇਆ ਉਹ ਸਿੱਖਿਆ ਹੀ ਹੈ ਕਿ ਜੇ ਗੁਰੂ ਦੀ ਇੱਕ ਸਿੱਖਿਆ ਵੀ ਤੁਸੀਂ ਸੁਣ ਲਈ ਤੇ ਤੁਹਾਡੀ ਬੁੱਧੀ ਵਿੱਚ ਕਰੋੜੋਂ ਮਾਨਕ ਵਰਗੇ, ਮਤਲਬ ਤੁਹਾਡੇ ਮਤ ਵਿੱਚ ਰਤਨ ਜਵਾਹਰ ਮਾਨਕ। ਬਿਲਕੁਲ। ਔਰ ਐਕਚੁਅਲੀ ਜਿਹੜੀ ਉਸੇ ਅਵਸਥਾ ਤੁਸੀਂ ਪਹੁੰਚੋਗੇ ਜੇ ਇੱਕ ਗੱਲ ਵੀ ਸਿੱਖ ਲਈ ਤੁਸੀਂ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਸੋ ਬਹੁਤ ਸੋਹਣਾ। ਤੁਹਾਡੇ ਕੋਲ ਨਾ ਬਾਣੀ ਦੀ ਗੁੜਤਾ ਹੈਗੀ ਹੈ। ਤੁਸੀਂ ਇਹ ਨਾ ਕਿਹਾ ਕਰੋ ਕਿ ਤੁਹਾਨੂੰ ਬਾਣੀ ਦਾ ਨਹੀਂ ਹੈ। ਕਬੀਰ ਸਾਹਿਬ ਵਾਕਨ ਤੁਸੀਂ ਬਾਣੀ ਦੇ ਗੁੜਤਾ ਹੈਗੇ ਹੋ। ਨਹੀਂ ਗੁਰਜੀਤ ਭੈਣ ਜੀ, ਮੈਨੂੰ ਬਾਣੀ ਜਿਹੜੀ ਹੈ ਨਾ ਬਹੁਤ ਤੇ ਨਹੀਂ ਆਉਂਦੀ, ਬਟ ਇੱਕ ਕਿਰਪਾ ਉਹਦੀ ਇਹ ਹੈ ਕਿ ਜਿੱਥੇ ਕੋਈ ਮੀਨਿੰਗ ਹੋਏ ਨਾ ਤੇ ਉਹ ਮੈਨੂੰ ਲਾਈਨ ਨਾ ਫਿਰ ਉਹ ਯਾਦ ਹੀ ਹੋ ਜਾਂਦੀ ਆਪਣੇ ਆਪ ਹੀ। ਉਹਦੇ ਬਿਲਕੁਲ ਠੀਕ ਹੈ, ਪਰ ਤੁਸੀਂ ਇਹ ਨਾ ਕਹੋ ਬਾਣੀ ਆਂਦੀ ਨਹੀਂ। ਬਾਣੀ ਦੀ ਪ੍ਰੋੜਤਾ ਜਿਸਨੂੰ ਕਹਿੰਦੇ ਨਾ, ਸਿਖਰ ਤੱਕ ਜਿਸਨੂੰ ਆਪ ਵੀ ਸਮਝੇ, ਫਿਰ ਤੁਹਾਨੂੰ ਇਹ ਵੀ ਹੈ ਕਿ ਮੈਂ ਹੋਰ ਵੀ ਸੰਗਤ ਨੂੰ ਨਾਲ ਲੈ ਕੇ ਚੱਲਾਂ। ਬਿਲਕੁਲ ਬਿਲਕੁਲ, ਆਪ ਜਪੇ ਅਵਰੇ ਨਾਮ ਜਪਾਵੇ, ਉਹ ਤੇ ਬਹੁਤ ਜ਼ਰੂਰੀ, ਉਹ ਤੇ ਬਹੁਤ ਹਾਂ ਬਿਲਕੁਲ ਬਹੁਤ ਜ਼ਰੂਰੀ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਸੁਣਨ ਦਾ ਵੀ। ਜੇ ਕੋਈ ਸੁਣਨ ਵਾਲਾ ਹੈ ਨਾ, ਉਹ ਤਾਂ ਸੁਣਾਉਣ ਵਾਲਾ ਕੀ ਕਰੇ। ਤੋ ਤੁਸੀਂ ਬੜੇ ਪ੍ਰੇਮ ਨਾਲ ਵੀ ਸੁਣਦੇ ਹੋ, ਧਿਆਨ ਨਾਲ ਸੁਣਦੇ ਹੋ, ਬੜਾ ਮੈਨੂੰ ਵੀ ਆਨੰਦ ਆਉਂਦਾ ਹੈ। ਸੋ ਸਾਰੇ ਆਪਣਾ ਇਸ ਤਰ੍ਹਾਂ ਪਰਮਾਤਮਾ ਅੱਗੇ ਹੱਥ ਜੋੜੀਏ ਕਿ ਸਾਨੂੰ ਇਸ ਰਸਤੇ ਤੇ ਲਗਾਈ ਰੱਖੇ ਔਰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਸਮਝ ਦੇਵੇ, ਤਾਂ ਕਿ ਜੀਵਨ ਜਿਹੜਾ ਇਹਦਾ ਮਕਸਦ ਜਿਹੜਾ ਹਾਸਲ ਹੋ ਸਕੇ। ਹਾਂਜੀ, ਵਾਹਿਗੁਰੂ ਸਭ ਤੇ ਮਿਹਰ ਰੱਖੇ, ਸਭ ਨੂੰ ਤੰਦਰੁਸਤ ਰੱਖੇ। ਔਰ ਇਹ ਸਾਨੂੰ
ਸੰਗਤ ਬਖਸ਼ਦਾ ਰਹੇ, ਬਸ ਇਹੋ ਤੇ ਅਰਦਾਸ ਹੈ। ਸੋ ਡਾਲੀ ਜੀ ਹੁਣ ਤੁਸੀਂ ਫਿਰ ਆਪਣਾ ਅਰਦਾਸ ਠੀਕ ਕਰੋ। ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਰਦਾਸ ਏਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾय। ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾय। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ। श्री हरकृष्ण ते आइए जिस डिठे सब दुख जाए। तेग बहादुर सिमरिए करना निदावे ताए। सब थाई होना जी सहाय। 10वें पातशाह श्री गुरु गोबिंद सिंह जी महाराज सब थाई होना जी सहाय। 10 पातशाह दी जो श्री गुरु ग्रंथ साहिब जी दे पाठ दर्शन दी राह दा ध्यान करके बोलना जी वाहिगुरू। ਵਾਹਿਗੁਰੂ वाहिगुरू जीओ आप जी दे सोने पंज प्यारे, 4 साहिबजादे, 40 मुक्ते, हट्टियां जपियां तपियां, जिन्हां नाम जपिया वण छकिया, देख चलाई तेक वाही, देख के अंडिट किता तिना प्यारियां सचियारियां दी कमाई दा ध्यान करके बोलना जी वाहिगुरू। ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਦੀ ਸੀਸ ਦਿੱਤੇ, ਬੰਦ ਕਟਾਏ, ਖੋਪੀਆਂ ਲਵਾਈਆਂ, ਚੜਖੜੀਆਂ ਤੇ ਚੜਿਆਰੇ ਨਾਲ ਚਲਾਏ ਗਏ। ਉਬਲਦੀਆਂ ਦੇਗਾਂ ਵਿੱਚ ਬੈਠੇ ਸਵਾ ਮਨ ਪੀਸੇ ਬੱਚਿਆਂ ਦੇ ਟੋਟੇ ਕਰਕੇ ਗਲਾ ਚ ਹਰ ਪੈ, ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹ। ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ। हे सच्चे पिता वाहिगुरु जी, आप जी का कोटान शुकराना है दातार पिता जीओ। आप जी सानू बाणी नू किस तरह अपनी जिंदगी विच लियाना है, किस तरह बाणी दे अनुकूल ही अपनी जिंदगी नू उतारना है सच्चे पातशाह जीओ, उस बारे सिक्ख्या दे रहे हो। आप जी का कोटान शुकराना है। आप जी दे हजूर अरदास बेनती है, जो भी सानू असी तुसी ज्ञान दे रहे हो दातार पिता जीओ, वो साडे जीवन का हिस्सा बन जाए, ताकि असी भी अपनी जीवन नू तुहाडी सिक्ख्या दे अनुकूल ही उतार सकीए। सच्चे पिता वाहिगुरू जी, आप विच वरत्यो, आप मेहर करियो। सारी संगत दे सिर ते मेहर भरे हथ रखो सच्चे पिता वाहिगुरू जी। सारियां नू मन दी एकाग्रता, अपने चरना कमलों की प्रीत बख्शो सच्चे पिता वाहिगुरू जी। सारियां नू देह रोगता बख्शो, ताकि सारे आप जी दे संगती तौर ते आप जी दे कोल बैठ सकिए सच्चे पिता वाहिगुरू जीओ। सारे संसार विच सुख शांति वरताओ, किसान परिवारां दे अंग संग सहाय हो। पंज काम क्रोध लोभ मोह हंकार दा नाश करो सच्चे पिता वाहिगुरू जी। मन दी निर्मलता बख्शो। सोई गुरमुख प्यारे नू मेलो, जिन्हां मेलिया आप जी दा नाम स्वास स्वास चितावे। सुख होवे गुरु नानक नाम चढ़दी कला, तेरे पाने सरबत का भला। वाहिगुरु जी का खालसा, वाहिगुरू जी की फतेह। बोले सो निहाल। ਸ੍ਰੀ ਅਕਾਲ। वाहिगुरू जी का खालसा, वाहिगुरू जी की फतेह जी। ਵਾਹਿਗੁਰੂ ਜੀ ਕੀ ਫਤਿਹ। भैन जी आप जी का बहुत शुकराना जी। ਬਸ ਸ਼ੁਕਰਾਨਾ ਤੇ ਉਹਦਾ ਹੈ ਜਿਹੜਾ ਕਿ ਕਰਵਾ ਰਿਹਾ, ਠੀਕ ਹੈ हाँ ਨਾ। वो करवा रहे हैं पहला उन्होंने शुकराना, फिर ਬਿਲਕੁਲ ਤੁਹਾਨੂੰ यूज कर रहे ने। ਬਿਲਕੁਲ ਹਾਂ ਬਿਲਕੁਲ इंस्ट्रूमेंट बनाएगा ना किसी। हाँ जी बिल्कुल थैंक यू जी। अगेन थैंक यू एवरीबॉडी। वाहिगुरू जी का खालसा, वाहिगुरू जी ਵਾਹਿਗुरू जी की फतेह जी।